द सिख व्यू पॉइंट चैनल देख रहे सारे दर्शकों का मैं मेहर सिंह स्वागत करदा जी। वाहिगुरू जी का खालसा वाहिगुरू जी की फतेह। अज की गलबात दे विच असीं लड़ी नूं अगे तोरदे हुए ये जाणांगे कि बजबज घाट तो बाद जिहड़े योधे बच बचा के किसी तरीके पंजाब दे विच पहुंचे उन्हां नूं करतार सिंह सराभा जी ने किवें लभ्या ते किवें इकट्ठा कीता ते अगे जाके गदर किवें जिहड़ा वो छेड़न दीआं जिहड़ियां अगे तरकीबां जिहड़ियां मुहिमां जिहड़ियां वड्डियां किस तरीके दे नाल बंगालियां दे नाल उन्हां दा मेल मिलाप होया, किस तरीके दी उन्हां दे अगे चुनौतियां आईयां। क्योंकि जिस तरीके का हादसा बजबज घाट ते होया एक तरह तो वो असर दिमाग के उत्ते भी पैंदा, मनोबल स्थिति भी जिहड़ी आ उहदे विच तकड़ी चाहिदी आ। बथेरी जगह जाके इहो जिहा कुछ होया जिथे जिहड़ा चीज़ किसी बंदे दे अंदर नूं झंझोड़ के रख दिंदा, फिर भी वो किस तरह अडोलता दे नाल चढ़दी कला दे नाल अगे संघर्ष करते रहे। ये सारा जाणांगे, ये भी जाणांगे कि जिहड़े डाके मारने पे उन्हां दे की कारण पे, उस दे कारण जिहड़ा लहर दे उत्ते की असर पिया। सो ये सारी गलबात दे लई साडे नाल मौजूद ने सिख राजनीतिक विश्लेषक सरदार अजमेर सिंह जी। स्वागत करते हैं जी। वाहिगुरू जी का खालसा वाहिगुरू जी की फतेह। बापू जी आपां गलबात जिहड़ी छड्ड के गए सी वो ये सी कि बजबज घाट दे उत्ते जिहड़ियां शहादतां हो जांदियां, फिर उत्तों बच बचा के कुछ योधे जिहड़े पंजाब दे विच अप्पड़ जांदे ने। करतार सिंह सराभा जी ने फिर उन्हां नूं इकट्ठा किवें कीता, अगे किवें मुहिम जिहड़ी अगे तोरी, किस तरीके दा संघर्ष फिर अगे रहा? ਉਹਦੇ 'ਚ ਮੇਰ ਸਿੰਘ ਇਹ ਹੈ ਵੀ ਜਦੋਂ ਉਹ ਇੱਥੇ ਪਹੁੰਚੇ ਨਾ ਉਹਨਾਂ ਦੀਆਂ ਕਈ ਨੁਕਸਾਨ ਹੋ ਗਏ ਜਿਹੜੇ ਪਹਿਲਾਂ ਕਿਆਸੇ ਨਹੀਂ ਸੀ। ਇੱਕ ਤਾਂ ਜਿੰਨੇ ਹਥਿਆਰ ਉਹ ਲੈ ਕੇ ਚੱਲੇ ਸੀ ਤੇ ਉਹਦੇ ਵਾਸਤੇ ਤਰਕੀਬਾਂ ਵੀ ਬੜੀਆਂ ਉਹਨਾਂ ਨੇ ਵਰਤੀਆਂ ਸੀ। ਕੋਈ ਕੋਲੇ 'ਚ ਲੁਕੋਏ ਜਹਾਜ਼ ਦੇ ਵਿੱਚ ਹੈ ਨਾ, ਕੋਈ ਬਾਲਟੀਆਂ ਦੇ ਥੱਲਿਆਂ 'ਚ ਲੁਕੋਏ, ਕੋਈ ਮੇਜ਼ਾਂ ਆਪਣੇ ਸੰਦੂਕਾਂ ਦੇ ਕਿਤੇ ਵਿੱਚ ਲੁਕੋਏ, ਬਹੁਤ ਉਹਨਾਂ ਨੇ। ਤੇ ਕੁਛ ਉਹਨਾਂ ਨੇ ਜਿਹੜਾ ਸੀਗਾ ਪੰਡਿਤ ਕਾਸ਼ੀ ਰਾਮ ਦੇ ਮੜੌਲੀ ਉਸ ਨੇ ਕਾਫੀ ਹਥਿਆਰ ਜਿਵੇਂ 1500 ਤੋਂ ਵੱਧ ਕਾਰਤੂਸ ਰਾਈਫਲਾਂ ਦੇ ਸੀ ਤੇ ਬਾਕੀ ਪਿਸਤੌਲਾਂ ਦੇ ਤੇ ਕੁਛ ਹੋਰ ਹਥਿਆਰ ਉਹ ਉਹਨੇ ਉੱਥੋਂ ਬਿਲਟੀ ਕਰਤੀ ਸੀ ਕਿਸੇ ਜਾਲੀ ਨਾਂ ਤੇ, ਲਾਲ ਸਿੰਘ ਜਲੰਧਰ। ਤੇ ਉਹ ਸੀ ਤਾਂ ਜਾਲੀ ਨਾਂ, ਪਰ ਉਸ ਬੰਦੇ ਨੂੰ ਦੱਸਤਾ ਸੀ ਵੀ ਲਾਲ ਸਿੰਘ ਦੇ ਨਾਂ ਤੇ ਆਊ ਬਿਲਟੀ, ਉਹ ਤੂੰ ਛਡਾ ਲੈਣੀ ਹੈ। ਉਹ ਵੀ ਗੜਬੜ ਰਾਹ 'ਚ ਕਿਵੇਂ ਹੋਈ, ਮਤਲਬ ਕੁਛ ਵੀ ਜਿਹੜਾ ਹੈਗਾ ਉਹ ਜਿਹੜੇ ਹਥਿਆਰ ਹੈ ਜਿਵੇਂ ਬਜਬਜ ਘਾਟ ਵਾਲੇ ਜਿਹੜੇ ਬੰਦੇ ਨੇ ਜਾਂ ਜਿਹੜੇ ਕਾਮਾ ਗਾਟਾ ਮਾਰੂ ਵਾਲੇ, ਉਹਨਾਂ ਨੂੰ ਜਿਹੜਾ ਸੀਗਾ ਬਾਬਾ ਭਾਕਣਾ ਉਹਨੇ 100 ਤੋਂ ਵੱਧ ਪਿਸਤੌਲ ਦੇਤਾ ਸੀਗਾ ਤੇ ਕੁਛ ਕਾਰਤੂਸ ਵੀ ਇਹ ਤੁਹਾਡੇ ਜਾਂਦੇ ਕੰਮ ਆਉਣਗੇ ਕਿਤੇ। ਉਹ ਜਦੋਂ ਪਤਾ ਲੱਗਿਆ ਵੀ ਉਹ ਤਾਂ ਹੁਣ ਤਲਾਸ਼ੀਆਂ ਇੰਨੀਆਂ ਹੋ ਰਹੀਆਂ ਚੈਕਿੰਗ, ਉਹ ਉਹਨਾਂ ਨੂੰ ਸਮੁੰਦਰ 'ਚ ਹੀ ਸੁੱਟਣੇ ਪਏ। ਸੋ ਬਹੁਤ ਹਥਿਆਰ ਸਮੁੰਦਰ 'ਚ ਹੀ ਸੁੱਟਣੇ ਪਏ ਤੇ ਜਾਂ ਫੜੇ ਗਏ ਜਾਂ ਵਾਪਸ ਮੁੜ ਗਿਆ ਸੀ ਜਿਵੇਂ ਜਹਾਜ਼। ਹਾਂ, ਸੋ ਇਸ ਕਰਕੇ ਨਾ ਇਹ ਜਿਹੇ ਹਾਦਸੇ ਵਾਪਰੇ। ਇੱਕ ਤਾਂ ਇਹ ਗੜਬੜ ਹੋ ਗਈ, ਹਥਿਆਰ ਨਾ ਪਹੁੰਚ ਸਕੇ। ਇੱਕ ਬੰਦੇ ਜਿਹੜੇ ਸੀਗੇ ਬਹੁਤ ਜਿਹੜੇ ਮਹੱਤਵਪੂਰਨ ਚੋਟੀ ਦੇ ਕਹਿ ਲਈਏ, ਉਹ ਚੋਟੀ ਦੇ ਬੰਦੇ ਫੜੇ ਗਏ। ਬਾਬਾ ਭਾਖਣਾ ਸਿੰਘ ਪ੍ਰਧਾਨ ਤੇ ਜਿਹੜੇ 2 ਮੀਤ ਪ੍ਰਧਾਨ, ਬਾਬਾ ਕੇਸਰ ਸਿੰਘ ਠੱਠਗੜ੍ਹ ਤੇ ਦੂਜਾ ਜਿਹੜਾ ਸੀਗਾ ਆਪਣਾ ਨਾਲ ਇੱਕ ਊਧਮ ਸਿੰਘ ਕਸੇਲ। ਉਹ ਮੀਤ ਪ੍ਰਧਾਨ ਤਾਂ ਨਹੀਂ ਸੀ ਪਰ ਉਹ ਮਹੱਤਵਪੂਰਨ ਬਹੁਤ ਸੀਗਾ। ਤੇ ਇਸ ਤਰ੍ਹਾਂ ਮਤਲਬ ਕੁਛ ਜਿਹੜੇ 4 ਬੰਦੇ ਜਿਹੜੇ ਚੋਟੀ ਦੇ ਨਾ ਉਹਨਾਂ ਦੇ ਉਹ ਉੱਥੇ ਹੀ ਗ੍ਰਿਫਤਾਰ ਹੋ ਗਏ, ਮਤਲਬ ਬੰਦਰਗਾਹਾਂ 'ਤੇ ਉਹ ਰੋਕ ਲਏ। ਤੇ ਹੋਰ ਬਾਕੀ ਜਿਹੜੇ ਬੰਦੇ ਉਹਨੇ ਮਹੱਤਵਪੂਰਨ ਨਹੀਂ ਸੀ, ਉਦੋਂ 2nd 3rd ਰੈਂਕ 'ਤੇ ਸੀ, ਉਹ ਤਾਂ ਫਿਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਉੱਥੇ ਉਹ ਗ੍ਰਿਫਤਾਰ ਕਰਕੇ ਡਿਟੇਨ ਕਰ ਲਏ। ਸੋ ਇਹ ਇੱਕ ਜਿਹੜੀਆਂ ਦਿੱਕਤਾਂ ਆਈਆਂ। ਚਲੋ ਖੁਸ਼ਕਿਸਮਤੀ ਨਾਲ ਇਹ ਕਹਿ ਲਓ ਵੀ ਸਰਾਭਾ ਸਹੀ ਸਲਾਮਤ ਪਹੁੰਚ ਗਿਆ। ਨਾ ਸਿਰਫ ਮਦਰਾਸ ਤੋਂ ਮਤਲਬ ਲੁਧਿਆਣੇ ਸਹੀ ਸਲਾਮਤ ਪਹੁੰਚ ਗਿਆ, ਮੁੜ ਕੇ ਜਿੰਨੀ ਵੀ ਉਹਨੇ ਸਰਗਰਮੀ ਕੀਤੀ, ਜਿੱਡੇ ਖਾਤਰੇ ਮੁੱਲ ਲਏ, ਜਿਵੇਂ ਉਹ ਛਾਉਣੀਆਂ 'ਚ ਵਿਚਰਿਆ, ਜਿਵੇਂ ਮਤਲਬ ਕੋਈ ਕਸਰ ਹੀ ਨਹੀਂ ਛੱਡੀ ਉਹਨੇ, ਪਰ ਉਹਦਾ ਕਿਤੋਂ ਵੀ ਪਤਾ ਨਹੀਂ ਲੱਗਿਆ ਕਿਸੇ। ਇਹ ਇੱਕ ਬਹੁਤ ਬਚਾਅ ਹੋਇਆ। ਉਹਦੀ ਗ੍ਰਿਫਤਾਰੀ ਤੱਕ ਵੀ ਪਤਾ ਨਹੀਂ ਸੀ ਵੀ ਉਹਨੇ ਕੀ ਕੁਛ ਕੀਤਾ। ਹਾਂ, ਸੋ ਇਹ ਇੱਕ ਬਚਾਅ ਹੋਇਆ। ਸੋ ਉਹਨਾਂ ਨੇ ਫਿਰ ਇੱਕ ਤਾਂ ਤੁਰਨ ਵੇਲੇ ਇਹ ਬਣਾ ਲਿਆ ਸੀ ਵੀ ਪਤਾ ਨਹੀਂ ਆਪਾਂ ਨੂੰ ਕਿਸ ਕਿਸਮ ਦੇ ਹਾਲਤਾਂ 'ਚ ਉੱਤੇ ਪਹੁੰਚਾਂਗੇ, ਪਰ ਜਿਹੜੇ ਵੀ ਬੰਦੇ ਪਹੁੰਚ ਜਾਣਗੇ ਉਹਨਾਂ ਨੇ ਉਹਦੇ 2 ਪੁਆਇੰਟ ਬਣਾ ਲਏ ਸੀ। ਇੱਕ ਤਾਂ ਅੰਮ੍ਰਿਤਸਰ 'ਚ ਉੱਥੇ ਕੋਈ ਚੁਬਾਰਾ ਸੀਗਾ ਨਾਨਕ ਸਿੰਘ ਦਾ, ਅੰਮ੍ਰਿਤਸਰ ਜਾਂ ਲਾਹੌਰ, ਵੀ ਆਪਾਂ ਉੱਥੇ ਮਿਲਾਂਗੇ। ਇੱਕ ਤਾਂਗੀ ਦੀ ਦੁਕਾਨ ਸੀ, ਨੌਰੰਗ ਸਿੰਘ ਤਾਂਗੀ, ਅੰਮ੍ਰਿਤਸਰ, ਉਹ ਦਰਜੀ ਦੀ ਦੁਕਾਨ ਸੀ।
ਵੀ ਉੱਥੇ ਆਪਾਂ ਫਿਰ ਇੱਕ ਦੂਜੇ ਨੂੰ ਕੰਟੈਕਟ ਕਰਾਂਗੇ, ਜਾਂ ਹਾਲ ਗੇਟ ਦਾ ਜੀ ਜੀ ਇਸ ਤਰ੍ਹਾਂ ਰੱਖ ਲਿਆ। ਸੋ ਇਹ ਫਿਰ ਜਿਹੜੇ ਮਾਝੇ ਵਾਲੇ ਸੀ ਉਹ ਉੱਥੇ ਕੰਟੈਕਟ ਆਪਸ ਵਿੱਚ ਹੀ ਉਹਨਾਂ ਨੇ ਜੋੜ ਲਏ ਇੱਕ ਦੂਜੇ ਨਾਲ, ਜਿੰਨੇ ਵੀ ਬਚ ਕੇ ਆਏ। ਇੱਧਰ ਜਿਹੜੇ ਸੀਗੇ ਉਹਨਾਂ ਨੇ ਕਿਹਾ ਸੀ ਵੀ ਆਪਾਂ ਲੋਡੂਵਾਲ ਦੇ ਪੁਲ ਤੇ ਮਿਲਾਂਗੇ, ਰੇਲਵੇ ਦੇ। ਜੀ ਉਦੋਂ ਆਹ ਓਵਰ ਬ੍ਰਿਜ ਤਾਂ ਹੁੰਦਾ ਨਹੀਂ ਸੀ, ਉਹ ਰੇਲਵੇ ਦਾ ਬ੍ਰਿਜ ਸੀਗਾ, ਪੁਲ ਫਾਟਕ, ਵੀ ਉੱਥੇ ਆਪਾਂ ਮਿਲਾਂਗੇ। ਇਸ ਤਰ੍ਹਾਂ ਦੇ ਉਹਨਾਂ ਨੇ ਕੁਝ ਪੁਆਇੰਟ ਬਣਾ ਲਏ, ਤੇ ਜਿਹਦੇ ਕਰਕੇ ਫਿਰ ਕੁਝ ਬੰਦੇ ਜਿੰਨੇ ਕੁ ਬਚ ਕੇ ਨਿਕਲੇ ਉਹ ਤਾਲਮੇਲ ਹੋ ਗਏ। ਜਿਹੜਾ ਸਭ ਤੋਂ ਮਹੱਤਵਪੂਰਨ ਸੀਗਾ ਬਾਬਾ ਭਾਖੜਾ ਦਾ। ਬਾਬਾ ਭਾਖੜਾ ਬਾਰੇ ਉਹਨਾਂ ਨੂੰ ਬਹੁਤਾ ਪਤਾ ਨਹੀਂ ਸੀਗਾ, ਇੰਨਾ ਪਤਾ ਸੀ ਪ੍ਰਧਾਨ ਹੈ, ਪਰ ਇਹਨੇ ਕੋਈ ਜੁਰਮ ਕੀਤਾ ਹੋਵੇ ਇਹ ਉਹਨਾਂ ਨੂੰ ਪਤਾ ਨਹੀਂ ਸੀ। ਸੋ ਪਹਿਲਾਂ ਤਾਂ ਉਹ ਉਂਜੀ ਲਿਆਏ ਵੀ ਪੁੱਛਗਿੱਛ ਕਰਕੇ ਛੱਡ ਦਿਆਂਗੇ। ਉਹ ਫਿਰ ਜਾਂ ਤਾਂ ਪਿੰਡ ਭੇਜ ਦਿੰਦੇ ਸੀ ਵੀ ਇਹ 'ਤੇ ਨਿਗਰਾਨੀ ਰੱਖਿਓ, ਜੈਲਦਾਰ ਨੂੰ ਕਹਿਤਾ, ਚੌਕੀਦਾਰ ਨੂੰ ਕਹਿਤਾ, ਪੁਲਿਸ ਨੂੰ ਕਹਿਤਾ, ਮਤਲਬ ਗ੍ਰਿਫਤਾਰ ਨਹੀਂ ਸੀ ਕਰਦੇ। ਤੇ ਉਹਨੂੰ ਉਹ ਇਸ ਤਰ੍ਹਾਂ ਹੀ ਲਿਆਏ ਸੀ ਵੀ ਜੇ ਹੋਰ ਇਹਦੇ ਬਾਰੇ ਪਤਾ ਕਰਕੇ ਫਿਰ ਦੇਖਦੇ ਆ ਇਹਨੂੰ ਕਿੱਥੇ ਲਿਜਾਣਾ ਹੈ। ਤੇ ਉਹਨੂੰ ਲੁਧਿਆਣੇ ਲਿਆਏ। ਤੇ ਉਸ ਮੌਕੇ ਅੰਗਰੇਜ਼ਾਂ ਮੌਕੇ ਜੈਲ ਘਰ ਹੁੰਦੇ ਸੀ ਡਿਸਟ੍ਰਿਕਟ ਹੈੱਡਕੁਆਟਰਸ ਦੇ, ਉਹ ਸਰਕਾਰੀ ਉਹ ਹੁੰਦਾ ਸੀਗਾ ਇੱਕ ਕਿਸਮ ਦੀ ਸਥਾਨ, ਵੱਡਾ ਹਾਤਾ ਹੁੰਦਾ ਸੀਗਾ, ਉਹਨੂੰ ਵਰਤਦੇ ਸੀ ਇਸ ਤਰ੍ਹਾਂ ਦਾ। ਸੋ ਬਾਬੇ ਭਾਖੜਾ ਨੂੰ ਉਹਨਾਂ ਨੇ ਜੈਲ ਘਰ 'ਚ ਰੱਖਿਆ, ਪਰ ਬਹੁਤੀ ਸਖਤੀ ਕੋਈ ਨਹੀਂ ਸੀ। ਸੋ ਇੱਕ ਦਿਨ ਉਹਨੇ ਕਿਹਾ ਕੋਈ ਚੀਜ਼, ਮਤਲਬ ਜਾਣਾ ਸੀ ਬਾਜ਼ਾਰ ਵੀ ਮੈਂ ਕੋਈ ਚੀਜ਼ਾਂ ਵਸਤਾਂ ਲੈਣੀਆਂ ਨੇ, ਉਹ ਕਹਿੰਦੇ ਜਾਇਆ, ਪੁਲਿਸ ਨੂੰ ਨਾਲ ਭੇਜਤਾ ਤੇ ਉਹ ਬਾਬਾ ਭਾਖੜਾ ਚਲੇ ਗਏ। ਉੱਥੇ ਮਤਲਬ ਤੁਸੀਂ ਦੇਖੋ ਵੀ ਸਰਾਭਾ ਮਿਲ। ਹੁਣ ਇਹ ਅਚਨਚੇਤ ਮੁਲਾਕਾਤ ਨਹੀਂ ਹੋ ਸਕਦੀ, ਜਿਹਦਾ ਮਤਲਬ ਸਰਾਭਾ ਲਗਾਤਾਰ ਟਰੈਕ ਕਰ ਰਿਹਾ, ਨਜ਼ਰ ਰੱਖ ਰਿਹਾ ਵੀ ਕਿੱਥੇ ਲੈ ਕੇ ਗਏ, ਕੌਣ ਕਿੱਥੇ ਹੈ, ਮਤਲਬ ਕਿਸ ਕਿਸਮ ਦੀ ਉਹਦੀ ਸਾਰੀ ਸੀਗੀ। ਉੱਥੇ ਉਹ ਮਿਲੇ ਤੇ ਚਲੋ 2-4 ਮਿੰਟ ਉਹਨਾਂ ਦੀਆਂ ਕੁਝ ਗੱਲਾਂ ਬਾਤਾਂ ਹੋਈਆਂ, ਵਾੜੀਆਂ ਤਾਂ ਹੋ ਨਹੀਂ ਸਕਦੀਆਂ ਸੀਗੀਆਂ। ਤੇ ਸਾਈਕਲ ਤੇ ਸੀ ਉਹ ਸਰਾਭਾ। ਉੱਥੇ ਬਾਬਾ ਭਾਖੜਾ ਨੇ ਉਹਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਤੂੰ ਜਾ ਅੰਮ੍ਰਿਤਸਰ ਤੇ ਜਿਹੜੇ ਸਿੱਖ ਲੀਡਰ ਹੈ ਉਹਨਾਂ ਨੂੰ ਮਿਲ ਜਾ ਕੇ, ਉਹਨਾਂ ਨਾਲ ਸਾਰੀ ਗੱਲ ਕਰ ਤੇ ਫਿਰ ਆਪਾਂ ਦੇਖਦੇ ਹਾਂ ਹੋਰ ਗਾਹਾਂ ਅੱਗੇ ਕੀ ਕਰਨਾ ਹੈ। ਉਹ ਕਹਿੰਦਾ ਵੀ ਠੀਕ ਹੈ। ਚਲੋ ਉਹਨੂੰ ਫਿਰ ਉੱਥੇ ਲੈ ਗਏ ਜੈਲ ਘਰ ਦੇ ਵਿੱਚ। ਫਿਰ ਉਹਨੂੰ ਜਦੋਂ ਲੱਗਿਆ ਵੀ ਨਹੀਂ ਇਹ ਬੰਦਾ ਛੱਡਣ ਵਾਲਾ ਨਹੀਂ, ਫਿਰ ਉਹਨੂੰ ਮੁਲਤਾਨ ਦੀ ਜੇਲ੍ਹ ਭੇਜਣਾ ਸੀ। ਫਿਰ ਉਹਨੂੰ ਮਤਲਬ ਤਾਂਗੇ 'ਚ ਬਿਠਾ ਕੇ ਜੈਲ ਘਰ ਤੋਂ ਰੇਲਵੇ ਸਟੇਸ਼ਨ ਨੂੰ ਲਿਆ ਰਹੇ ਸੀ। ਉਹਦੀ ਪਤਾ ਲੱਗ ਗਿਆ ਜਦੋਂ ਸਰਾਬੇ ਨੇ ਆ ਕੇ ਪਿੱਛੋਂ ਘੰਟੀ ਖੜਕਾਤੀ ਸਾਈਕਲ ਦੀ, ਉੱਥੇ ਫਿਰ ਮਿਲ ਲਿਆ। ਫਿਰ ਸਟੇਸ਼ਨ 'ਤੇ ਵੀ ਕੁਝ ਗੱਲਾਂ ਬਾਤਾਂ ਕੀਤੀਆਂ, ਪੁਲਿਸ ਤੋਂ ਬਚਾ ਕੇ ਜਿੰਨਾ ਕੁ ਜੋ ਉਹਨਾਂ ਨੇ, ਹੈ ਨਾ। ਸੋ ਬਾਬਾ ਭਾਖੜਾ ਨੇ ਉਹਨੂੰ ਕੋਈ ਜ਼ਰੂਰੀ ਹਦਾਇਤਾਂ ਜਿਹੀਆਂ ਦਿੱਤੀਆਂ ਤੇ ਸਾਰੇ ਹਾਲਾਤ ਦਾ ਪਤਾ ਲਿਆ ਤੇ ਚਲੋ ਫਿਰ ਮੁੜ ਕੇ ਉਹ ਚਲੇ ਗਏ। ਮਤਲਬ ਹੁਣ ਇੱਥੋਂ ਦੇਖੋ ਉਹਦੀ ਫੁਰਤੀ ਕਿੰਨੀ ਸੀਗੀ ਸਾਰੇ ਕੁਛ ਤੇ। ਫਿਰ ਉਹਨੇ ਸਾਰਿਆਂ ਬੰਦਿਆਂ ਨੂੰ ਚਲੋ ਕੰਟੈਕਟ ਕਰਕੇ ਅਖੀਰ ਨੂੰ ਨਾ ਉਹ ਸੰਪਰਕ ਜੁੜ ਗਿਆ ਆਪਸ ਵਿੱਚ, ਜੁੜ ਗਏ। ਤੇ ਫਿਰ ਉਹਨਾਂ ਦੀ ਜਿਹੜਾ ਉੱਥੇ ਕੰਮ ਕਰਨ ਦਾ ਸੀਗਾ ਉਹ ਸਟ੍ਰੈਟਜੀ ਇਹ ਸੀ ਵੀ ਕਿ ਇੱਕ ਤਾਂ ਛਾਉਣੀਆਂ 'ਚ ਬਗਾਵਤ ਕਰਨੀ, ਜਿੱਥੇ ਜਿੱਥੇ ਪਹਿਲਾਂ ਕੰਟੈਕਟ ਸੀ ਉਹਨਾਂ ਕੋਲ ਜਾਣਾ ਬੰਦਿਆਂ ਕੋਲੇ, ਜਾਂ ਅੱਗੇ ਦੀ ਅੱਗੇ ਨਵੇਂ ਸੰਪਰਕ ਬਣਾਉਣੇ। ਇਹ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸਰਾਭਾ ਜੀ ਨੇ ਲਿੱਤੀ। ਇਹ ਸਾਰੇ ਕੁਛ ਦੀ ਨਹੀਂ, ਇਕੱਲੇ ਸਰਾਭੇ ਦੀ ਨਹੀਂ ਸੀ, ਕਿਉਂਕਿ ਇੰਨਾ ਕੰਮ ਤਾਂ ਔਖਾ ਸੀ ਕਰਨਾ। ਇਹਦੇ ਵਿੱਚ ਇੱਕ ਤਾਂ ਸੁਰ ਸਿੰਘ ਦੇ ਜਿਹੜੇ ਦੋ ਸੀਗੇ ਨਾ, ਜਗਤ ਸਿੰਘ ਤੇ ਪ੍ਰੇਮ ਸਿੰਘ, ਉਹ ਬਹੁਤ ਵੱਡੇ ਸੂਰਮੇ ਤੇ ਧਰਮ 'ਚ ਪਰਪੱਕ ਪੂਰੇ। ਉਹਨਾਂ ਨੇ ਬਹੁਤ ਕੰਮ ਕੀਤਾ ਹਰ ਖੇਤਰ ਦੇ ਵਿੱਚ, ਅਖੀਰ ਤੱਕ ਮਤਲਬ ਫਾਂਸੀਆਂ ਲੱਗੀਆਂ, ਪਰ ਉਹਨਾਂ ਨੇ ਕੰਮ ਬਹੁਤ ਕੀਤਾ। ਸੋ ਮਾਝੇ ਦਾ ਕੰਮ ਜ਼ਿਆਦਾ ਉਹ ਸੰਭਾਲ ਇਹਨਾਂ ਸਿੰਘਾਂ ਨੇ ਸਾਡਾ, ਤੇ ਦੁਆਬਾ ਤੇ ਜਿਹੜਾ ਮਾਲਵਾ ਹੈ ਉਹ ਸਰਾਭਾ ਸੰਭਾਲ ਰਿਹਾ ਸੀ। ਬਾਕੀ ਓਵਰਆਲ ਤਾਂ ਸਰਾਭੇ ਦਾ ਕਮਾਨ ਇਹਦੀ ਸੀਗੀ ਹੈ ਨਾ। ਸੋ ਉਹ ਉਹਨਾਂ ਨੇ ਮਤਲਬ ਉੱਥੇ ਸ਼ੁਰੂ ਕੀਤਾ। ਉਹਨਾਂ ਨੂੰ ਕੀ ਹੋਇਆ ਵੀ ਉੱਥੇ ਜਿਹੜੀ ਮੀਆਂ ਮੀਰ ਦੀ ਛਾਉਣੀ ਹੈ ਲਾਹੌਰ ਦੀ, ਲਾਹੌਰ ਤੇ ਫਿਰੋਜ਼ਪੁਰ, ਇਹ ਦੋ ਛਾਉਣੀਆਂ ਉੱਤਰੀ ਭਾਰਤ ਦੀਆਂ ਬਹੁਤ ਵੱਡੀਆਂ ਛਾਉਣੀਆਂ ਸੀ, ਜਿੱਥੇ ਬੰਦੇ ਵੀ ਬਹੁਤ ਸੀ ਉਹਨਾਂ ਦੇ ਗਿਣਤੀ 'ਚ ਫੌਜੀ। ਦੂਜੀ ਗੱਲ ਇਹ ਹੈ ਕਿ ਉੱਥੇ ਅਮਨੀਸ਼ਨ ਬਹੁਤ ਸੀ, ਵੀ ਐਮਰਜੈਂਸੀ ਵਾਸਤੇ ਜੰਗ ਮੌਕੇ ਲੋੜ ਪੈਣ 'ਤੇ ਉਹ ਸਾਰੇ ਭੰਡਾਰ ਇਹਨਾਂ ਦੋਹਾਂ ਛਾਉਣੀਆਂ 'ਚ ਸੀ। ਸੋ ਇਹਨਾਂ ਦੀ ਸਕੀਮ ਇਹ ਸੀ ਵੀ ਇੱਕ ਜਨਤਾ 'ਚ ਪ੍ਰਚਾਰ ਕਰਨਾ ਜਿੰਨਾ ਕੁ ਹੋ ਸਕਦਾ ਹੈ, ਉਹ ਕਿਉਂਕਿ ਸਮਾਂ ਤਾਂ ਮੁੜ ਕੇ ਮਿਲਿਆ ਨਾ, ਪ੍ਰੈਸ ਲਾਉਣ ਦਾ ਉਹ ਵੀ ਸਾਰਾ ਆਪਾਂ ਪਿਛਲੀ ਵਾਰ ਕੀਤਾ, ਵਿਉਂਤਬੰਦੀ ਬਦਲ ਗਿਆ ਜੰਗ ਕਰਕੇ। ਹਾਂ, ਸਾਰਾ ਕੁਝ ਹੀ ਬਦਲ ਗਈ, ਤਸਵੀਰ ਹੀ ਬਦਲ ਗਈ।
ਪਰ ਫਿਰ ਵੀ ਉਹਨਾਂ ਨੂੰ ਇਹ ਸੀ ਵੀ ਜਿੰਨਾ ਕੁ ਪ੍ਰਚਾਰ ਕੀਤਾ ਜਾ ਸਕਦਾ ਉਹ ਇਹਨਾਂ ਨੇ ਪ੍ਰਚਾਰ ਕੀਤਾ। ਉਹ ਮੇਨਲੀ ਕੀਤਾ ਉਹ ਜਾ ਕੇ ਜਿਹੜੇ ਆਪਣੇ ਜਾਂ ਤਾਂ ਤਰਨਤਾਰਨ ਦੀ ਮੱਸਿਆ, ਜਿਵੇਂ ਮਾਘੀ ਦਾ ਜੋੜ ਮੇਲਾ, ਨਨਕਾਣਾ ਸਾਹਿਬ, ਜਿਹੜੇ ਸਿੱਖਾਂ ਦੇ ਇਸ ਤਰ੍ਹਾਂ ਦੇ ਸੀਗੇ ਮਤਲਬ ਪੁਰਬ, ਉਹਨਾਂ ਤੇ ਜੋ ਸੰਗਤ ਆ ਜਾਂਦੀ ਸੀਗੀ ਉੱਥੇ ਇਹ ਜਾ ਕੇ ਉਹਨਾਂ ਨੂੰ ਆਪਦਾ ਸੰਦੇਸ਼ ਦਿੰਦੇ ਸੀਗੇ। ਬਾਕੀ ਟੁੱਟਵੇਂ ਰੂਪ ਦੇ ਵਿੱਚ ਵੀ ਕਰੀ ਜਾਂਦੇ ਸੀ। ਸੋ ਇਹ ਕੰਮ ਉਹਨਾਂ ਨੇ ਮਤਲਬ ਕੀਤਾ ਵੀ ਫਿਰ ਇਹਨਾਂ ਦਾ ਇਹ ਸੀ ਵੀ ਇਹਨਾਂ ਦੋ ਛਾਉਣੀਆਂ 'ਚ ਮੇਨਲੀ ਅਟੈਕ ਕਰਕੇ ਤੇ ਅੰਦਰੋਂ ਆਪਣੇ ਬੰਦੇ ਹੋਣਗੇ ਤੇ ਗੋਰਿਆਂ ਨੂੰ ਮਾਰ ਕੇ ਜਾਂ ਕੈਦ ਕਰਕੇ ਆਪਾਂ ਇੱਥੋਂ ਹਥਿਆਰ ਲੁੱਟ ਲਾਂਗੇ ਵੱਡੇ। ਉਹਦੇ ਵਾਸਤੇ ਟਰੱਕਾਂ ਦੇ ਇੰਤਜ਼ਾਮ ਕੀਤੇ ਸੀ। ਫਿਰ ਉੱਥੋਂ ਟਰੱਕ ਭਰ ਕੇ ਉਹ ਜਨਤਾ 'ਚ ਲੈ ਜਾਣਗੇ। ਉਹ ਜਦੋਂ ਜਨਤਾ ਕੋਲੇ ਹਥਿਆਰ ਜਾਣਗੇ ਜਨਤਾ ਬਗਾਵਤ ਲੁੱਟ ਜਾਊ। ਹੁਣ ਮੀਆਂ ਮੀਰ ਦੀ ਛਾਉਣੀ 'ਚ ਬਹੁਤ ਹਥਿਆਰ ਸੀ। ਉਹ ਹਥਿਆਰ ਮਝੈਲਾਂ ਦੇ ਹੱਥਾਂ 'ਚ ਆਏ ਹੁੰਦੇ ਤਾਂ ਉਹ ਉੱਥੇ ਮਤਲਬ ਕਿਉਂਕਿ ਸਥਿਤੀ ਇਹ ਸੀ ਕਿ ਉਸ ਮੌਕੇ ਜੰਗ ਕਾਰਨ ਜਿਹੜੀ ਅੰਗਰੇਜ਼ਾਂ ਦੀ ਇੱਥੇ ਨਫਰੀ ਸੀ, ਫੌਜ ਸੀ, ਬਹੁਤ ਹੀ ਥੋੜੀ ਰਹਿ ਗਈ ਸੀ। ਉਹ ਇਹ ਸੀ ਕਿ 11 ਇਹਦੇ ਰਸਾਲੇ ਸੀਗੇ ਗੋਰਿਆਂ ਦੇ, ਉਹਨਾਂ ਦੇ ਵਿੱਚੋਂ 9 ਬਾਹਰ ਚਲੇ ਗਏ। ਇੱਕ ਰਸਾਲੇ 'ਚ ਕਿੰਨੀ ਕੁ ਹੁੰਦੀ ਹੈ ਨਸਲ? ਉਹ ਤਾਂ ਮੈਨੂੰ ਨਹੀਂ ਐਗਜ਼ੈਕਟ ਪਤਾ, ਪਰ ਤੂੰ ਇਹ ਦੇਖ ਲੈ ਮਤਲਬ ਯਾਰ 11 ਚੋਂ 9 ਉੱਥੇ ਚਲੇ ਗਏ, 2 ਹੀ ਰਹਿ ਗਏ ਇੱਥੇ। ਪਰ ਇੱਥੇ 2 ਹੀ ਰਹਿ ਗਏ ਨਾ, ਮਤਲਬ ਗਿਣਤੀ ਬਹੁਤ ਥੋੜੀ ਰਹਿ ਗਈ। ਹਾਂ, ਤੇ ਉਹਨਾਂ ਦੀਆਂ ਟੋਟਲ ਇੱਥੇ 52 ਪਲਟਣਾ ਸੀ, ਉਹਨਾਂ ਚੋਂ 44 ਬਾਹਰ ਚਲੀਆਂ ਤੇ 26 ਜਿਹੜੇ ਉਹਨਾਂ ਦੇ ਸੀਗੇ ਨਾ 56 ਸ਼ਾਹੀ ਤੋਪਖਾਨੇ ਆਰਟਿਲਰੀ, ਉਹਦੇ ਵਿੱਚੋਂ 56 ਚੋਂ 48 ਬਾਹਰ ਚਲੇ ਗਏ। ਸੋ ਕੁੱਲ ਮਿਲਾ ਕੇ ਇੱਥੇ ਸਾਰੇ ਦੇਸ਼ ਦੇ ਵਿੱਚ ਸਿਰਫ 15,000 ਗੋਰਾ ਫੌਜੀ ਰਹਿ ਗਏ। ਉਹਨਾਂ 15,000 ਵਿੱਚੋਂ ਵੀ ਕਾਫੀ ਗਿਣਤੀ ਨਵੇਂ ਰਿਕਰੂਟਾਂ ਦੀ ਤੇ ਕਾਫੀ ਗਿਣਤੀ ਜਿਹੜੇ ਬੰਦੇ ਹੁਣ ਲੜਨ ਦੇ ਬਹੁਤਾ ਕਾਬਲ, ਜਦੋਂ ਕੋਈ ਅੱਧ ਖੜ ਉਮਰ ਦਾ ਹੋ ਜਾਏ ਜਾਂ 50 'ਚ ਹੋ ਜਾਏ ਹੈ ਨਾ, ਉਹ ਫਿਰ ਉਹਨਾਂ ਜਿਹੜਾ ਸਖਤ ਜਾਨ ਨਹੀਂ ਰਹਿੰਦਾ। ਤੇ ਉੱਥੇ ਜਿਹੜੇ ਸੀਗੇ ਯੂਰਪ ਦੇ ਮੋਰਚੇ, ਉੱਥੇ ਚਾਹੀਦੇ ਸੀ ਸਖਤ ਜਾਨ ਉਹ ਲੜਾਈ ਦੇ ਵਿੱਚ। ਉਹੋ ਜਿਹੇ ਬੰਦੇ ਇੱਥੇ ਰਹਿ ਗਏ ਸੀਗੇ। ਤੇ ਫਿਰੋਜ਼ਪੁਰ ਤੇ ਮੀਆਂ ਮੀਰ ਦੀ ਛਾਉਣੀ ਨੂੰ ਛੱਡ ਕੇ ਹੋਰ ਕਿਤੇ ਵੀ ਵੱਡੀ ਗਿਣਤੀ 'ਚ ਨਹੀਂ ਸੀ। ਸਿਰਫ ਇਹਨਾਂ 2 'ਚ ਜ਼ਰੂਰ ਉਹਨਾਂ ਨੇ ਰੱਖੇ, ਉਹ ਵੀ ਇਸ ਕਰਕੇ ਵੀ ਇੱਥੇ ਭੰਡਾਰ ਬਹੁਤ ਆ ਉਹਦੀ ਰਾਖੀ ਕਰਨ ਵਾਸਤੇ। ਪਰ ਹਰ ਜਗ੍ਹਾ ਤੇ ਜਿਹੜਾ ਜਿਹਨੂੰ ਮੈਗਜ਼ੀਨ ਕਹਿੰਦੇ ਨੇ, ਉਹ ਜਿਹੜੇ ਭੰਡਾਰ ਉਹਦੇ ਜਿਹੜੇ ਸੀਗਾ ਜ਼ਿੰਮੇਵਾਰੀ ਉਹ ਆਪਣੇ ਬੰਦਿਆਂ ਤੇ। ਸੋ ਉਹ ਬੰਦੇ ਕੰਟੈਕਟ ਕੀਤੇ ਤੇ ਇਸ ਤਰ੍ਹਾਂ ਦੀ ਮਤਲਬ ਇਹਨਾਂ ਨੇ ਸਕੀਮ ਬਣਾ ਕੇ ਉਹ ਕੰਮ ਸ਼ੁਰੂ ਕੀਤਾ। ਸੋ ਇੱਕ ਇਹ ਸੀਗਾ ਹਨਾ, ਬੰਦੇ ਲੱਭਣੇ ਉਹ ਲੱਭ ਲਏ, ਮੁੜ ਕੇ ਜਾਣਾ ਸ਼ੁਰੂ ਕਰਤਾ। ਤੇ ਇਹ 2 ਜਿਹੜੀਆਂ ਛਾਉਣੀਆਂ, ਜਿਹੜੀ ਤਾਂ ਹੈਗੀ ਫਿਰੋਜ਼ਪੁਰ ਦੀ, ਉਹ ਆਪਾਂ ਪਿਛਲੀ ਵਾਰ ਵੀ ਗੱਲ ਕੀਤਾ ਸੀ ਕਿ ਜਿਹੜੀ 27 ਨੰਬਰ ਸੀਗੀ ਆਪਣੀ ਫੌਜ, ਉਹ ਉੱਥੋਂ ਆਈ ਹਾਂਗਕਾਂਗ ਤੋਂ। ਹਾਂਗਕਾਂਗ ਉਹ ਰੋਜ਼ ਗੁਰਦੁਆਰੇ, ਮਤਲਬ ਹਰ ਸੰਡੇ ਗੁਰਦੁਆਰੇ ਜਾਣਾ, ਉਹ ਸਰਕਾਰ ਨੂੰ ਪਤਾ ਲੱਗ ਗਿਆ। ਤੇ ਉੱਥੇ ਹੋਰ ਵੀ ਬਹੁਤ ਸ਼ੰਘਾਈ ਵਗੈਰਾ 'ਚ ਸੀਗੇ। ਉਹ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ 7 ਬੰਦੇ ਛਾਂਟ ਕੇ ਵਾਪਸ ਭੇਜ ਦਿੱਤੇ। ਉਹ ਸਗੋਂ ਕੁੱਬੇ ਦੇ ਲੱਤ ਠੀਕ ਆ ਗਈ, ਉਹ ਭੇਜੇ ਵੀ ਫਿਰੋਜ਼ਪੁਰ। ਤੇ ਉਹਨਾਂ 'ਚੋਂ ਮੋਹਰੀ ਸੀਗਾ ਬਾਬਾ ਹਰਨਾਮ ਸਿੰਘ, ਕਾਲਾ ਸੰਘਿਆ ਸਭ ਤੋਂ। ਉਹ ਉੱਥੇ ਪਹੁੰਚ ਗਿਆ 27ਵੀਂ ਪਲਟਨ। ਉਸ ਕਰਕੇ ਨਾ ਫਿਰ ਜਿਹੜੀ ਫਿਰੋਜ਼ਪੁਰ 'ਚ ਤਾਂ ਨਿੱਗਰ ਹੱਥ ਪੈ ਗਿਆ। ਇੱਧਰੋਂ ਜਿਹੜਾ ਸੀਗਾ 23ਵਾਂ ਰਸਾਲਾ ਸੀਗਾ ਮੀਆਂ ਮੀਰ ਦੀ ਛਾਉਣੀ ਜੀ, ਉਹ ਸਾਰੇ ਮਝੈਲ ਰਸਾਲਿਆਂ ਵਾਲੇ ਸੀ। ਤੇ ਇਹ ਵੀ ਕਿਤੇ ਰਸਾਲੇ 'ਚ ਰਹੇ ਸੀਗੇ ਆਪਣੇ ਸੁਰ ਸਿੰਘ ਦੇ ਬੰਦੇ ਪਹਿਲਾਂ। ਉਹਨਾਂ ਨੇ ਉਹਨਾਂ ਨਾਲ ਜਾਣ ਪਛਾਣ ਜਾ ਕੱਢੀ ਪ੍ਰੇਮ ਸਿੰਘ ਨੇ ਖਾਸ ਕਰਕੇ। ਸੋ ਉੱਥੇ ਦੀ ਜਿਹੜੀ ਸਾਰੀ ਕਮਾਂਡ ਸੀ ਉਹ ਪ੍ਰੇਮ ਸਿੰਘ ਸੁਰ ਸਿੰਘੀਏ ਦੇ ਹੱਥ ਸੀ। ਉਹਨੇ ਉੱਥੇ ਬਹੁਤ ਵੱਡੀ ਗਿਣਤੀ 'ਚ ਰਸਾਲੇ 'ਚ ਆਪਦੇ ਉਹ ਬੰਦੇ ਪੈਦਾ ਕਰ ਲਏ ਪ੍ਰਚਾਰ ਕਰਕੇ। ਹਾਂ, ਉਹ ਬੰਦੇ ਉੱਥੋਂ ਫਿਰ ਖਾਸ ਕਰਕੇ ਜਿਹੜਾ ਦਫੇਦਾਰ ਲਛਮਣ ਸਿੰਘ ਸੀ, ਜਿਹੜਾ ਲੀਡਰ ਸੀ ਉਹਨਾਂ ਦਾ, ਉਹ ਉਹਨਾਂ ਦਾ ਮੁੱਖ ਬੰਦਾ ਬਣਿਆ। ਤੇ ਫਿਰ ਜਿਨ੍ਹਾਂ 'ਚ ਇੱਕ ਹਾਫਿਜ਼ ਅਬਦੁੱਲਾ, ਮੌਲਵੀ ਅਬਦੁੱਲਾ, ਉਹ ਵੀ ਸੀ।
ਸੋ ਉਹ ਬੰਦੇ ਇਹਨਾਂ ਨੇ ਗੰਢ ਲਏ। ਉਹ ਤੇ ਬਹੁਤ ਕੁਛ ਸੀ ਵੀ ਇਹ 23ਵਾਂ ਰਸਾਲਾ ਜਿਹੜੀ ਸਮਝ ਲਓ ਜਿੰਦ ਜਾਨ ਸੀ ਬਗਾਵਤ ਦੀ, ਤੇ ਉਹਨਾਂ ਨੂੰ ਪਤਾ ਸੀ ਕਿ ਇਹ ਇੱਥੇ ਬਾਹਲਾ ਚਿਰ ਰੱਖਣਾ ਨਹੀਂ ਉਹਨਾਂ ਨੇ, ਉਹਨਾਂ ਦੀ ਯੂਰਪ 'ਚ ਲੋੜ ਪੈਣੀ ਹੈ ਤੇ ਉਹ ਕਿਸੇ ਮੌਕੇ ਵੀ ਆਰਡਰ ਆ ਸਕਦੇ ਆ, ਕਿਸੇ ਮੌਕੇ ਵੀ ਅਚਾਨਕ ਵੀ ਚੱਲੋ। ਤੇ ਜੇ ਉਹਨਾਂ ਨੂੰ ਉੱਥੇ ਭੇਜਤਾ ਆਪਾਂ ਤੇ ਹੱਥ ਮਲਦੇ, ਕੁਛ ਵੀ ਹੱਥ ਨਹੀਂ। ਇਸ ਕਰਕੇ ਸਮੇਂ ਦਾ ਤੂੰ ਦਬਾਅ, ਪ੍ਰੈਸ਼ਰ ਕਿੰਨਾ ਹੈ, ਕੰਮ ਵੱਡੇ ਹੈ, ਸਮਾਂ ਪਹਿਲੀ ਵਿਉਂਤਬੰਦੀ ਸਾਰੀ ਉਹ ਬਦਲਣੀ ਪਈ, ਸਾਰੀ ਉਖੜ ਗਈ। ਸੋ ਇਸ ਕਰਕੇ ਉਹ ਸਾਰਾ ਕੰਮ ਜਿਹੜਾ ਵਿੱਚੇ, ਪਰ ਬੜੀ ਫਿਰ ਜਿਹਦਾ ਮਤਲਬ ਫਿਰ ਤੁਹਾਨੂੰ ਐਮਰਜੈਂਸੀ ਪੱਧਰ 'ਤੇ ਕੰਮ ਕਰਨਾ ਜੀ ਜੀ। ਉਧਰ ਕੀ ਹੋਇਆ, ਇੱਕ ਇਹਨਾਂ ਦਾ ਜਿਹੜਾ ਸੀਗਾ ਵੱਡਾ ਕੰਮ, ਉਹ ਜਦੋਂ ਉੱਥੋਂ ਕੰਮ ਕਰਦੇ ਸੀ ਉਦੋਂ ਵੀ ਇਹਨਾਂ ਦੇ ਮਨ 'ਚ ਇਹ ਬਣਿਆ ਹੋਇਆ ਸੀ ਵੀ ਬੰਗਾਲੀ ਬਹੁਤ ਐਡਵਾਂਸਡ, ਵੀ ਇਸ ਤਾਂ ਕੁਛ ਵੀ ਨਹੀਂ, ਬੰਗਾਲੀ ਬੜੇ ਅੱਗੇ ਆ, ਕਿਉਂਕਿ ਉਹਨਾਂ ਨੇ ਇੱਥੇ ਵਾਇਸਰਾਏ ਤੇ ਬੰਬ ਸੁੱਟਤਾ ਸੀ ਦਿੱਲੀ, ਇੱਕਾ ਦੁੱਕਾ ਕੰਮ ਕਰਦੇ ਹਾਰਡਿੰਗ ਤੇ ਉਹਦੇ 'ਚ ਰਾਸ ਬਿਹਾਰੀ ਬੋਸ ਦੇ ਵਾਰੰਟ ਨਿਕਲ ਗਏ ਸੀ, ਉਹਦਾ ਫਿਰ ਇਮੇਜ ਬਹੁਤ ਬਣ ਗਿਆ ਸੀ। ਸੋ ਫਿਰ ਸਾਰੇ ਥਾਂ ਤੇ ਵੀ ਰਾਸ ਬਿਹਾਰੀ ਬੋਸ ਨੂੰ ਲਿਆਓ, ਰਾਸ ਬਿਹਾਰੀ ਬੋਸ ਨੂੰ ਬਣ ਜਾਂਦਾ ਹੁੰਦਾ ਨਾ ਵੀ ਉਦੋਂ ਬਣਾਣੀ ਆਪਣਾ ਕੰਮ ਚੱਲਣਾ। ਸੋ ਇਹਨਾਂ ਨੇ ਫਿਰ ਇੱਕ ਇਹਨਾਂ ਦਾ ਜਿਹੜਾ ਸੀਗਾ ਤਰਜੀਹੀ ਕਾਰਜ ਇਹ ਸੀ ਵੀ ਬੰਗਾਲੀਆਂ ਦੇ ਨਾਲ ਕੰਟੈਕਟ ਕਰੀਏ। ਸੋ ਸਰਾਭੇ ਨੇ ਆਪ ਉੱਥੇ ਗੇੜਾ ਮਾਰਿਆ ਕਲਕੱਤੇ ਜਾ ਕੇ, ਉੱਥੇ ਨੇ ਕੋਸ਼ਿਸ਼ ਕੀਤੀ, ਉੱਥੇ ਦੀ ਮੁਲਾਕਾਤ ਹੋਈ ਸੁਰਿੰਦਰ ਨਾਥ ਬੈਨਰਜੀ। ਉਹ ਉਸ ਮੌਕੇ ਜਿਹੜੀ ਦੇਸ਼ ਦੀ ਕੌਮੀ ਲਹਿਰ ਜਿਹਨੂੰ ਕਹਿੰਦੇ ਆ ਉਸ ਦਾ ਚੋਟੀ ਦਾ ਲੀਡਰ ਸੀ। ਗਾਂਧੀ ਹੋਰਾਂ ਨਾਲੋਂ ਵੀ ਅੱਗੇ, ਬੌਧਿਕ ਤੌਰ ਤੇ ਵੀ ਬਹੁਤ ਵੱਡਾ ਵਿਦਵਾਨ, ਮਤਲਬ ਬਾਹਰੋਂ ਪੜ੍ਹ ਕੇ ਆਇਆ ਆਪਣਾ ਆਕਸਫੋਰਡ ਜਾਂ ਕੈਂਬਰਿਜ ਚੋਂ, ਤੇ ਉਹ ਅਦਰਵਾਈਜ਼ ਵਕੀਲ ਸੀ, ਬਹੁਤ ਵੱਡਾ ਵਕੀਲ। ਉਹਦੀ ਬਹੁਤ ਮੰਨਦੇ ਸੀ ਸਾਰੇ ਬੰਦੇ ਨਾ, ਬੰਗਾਲੀਆਂ ਨੇ ਕੋਈ ਵੀ ਗੱਲ ਕਰਨੀ ਹੈ ਉਹ ਵੀ ਦਾਦਾ ਤੋਂ ਪੁੱਛਦੇ, ਉਹ ਤੋਂ ਪੁੱਛ ਕੇ ਕਰਦੇ ਸੀ। ਸੋ ਸਰਾਭੇ ਨੇ ਉਹਦੇ ਨਾਲ ਮੁਲਾਕਾਤ ਕਰ ਲਈ ਕਿਸੇ ਨਾ ਕਿਸ ਤਰ੍ਹਾਂ, ਉੱਥੇ ਉਹਨਾਂ ਨੂੰ ਕਿਹਾ ਤੇ ਵੀ ਸਾਨੂੰ ਇਸ ਤਰ੍ਹਾਂ ਦੀ ਲੋੜ ਆ, ਪਰ ਉਹ ਯਕੀਨ ਨਹੀਂ ਸੀ ਕਰਦੇ ਤੇ ਵੀ ਜਾਣਦੇ ਨਹੀਂ ਸੀ। ਹਾਂ, ਸੋ ਉਹ ਕੋਈ ਹੱਥ ਪੱਲਾ ਨਾ ਫੜਾਉਣ। ਉੱਥੋਂ ਇਹ ਬਨਾਰਸ ਵੀ ਆਇਆ, ਜਿਹਨੂੰ ਪਤਾ ਲੱਗਿਆ ਵੀ ਉੱਥੇ ਮੇਨ ਉਹ ਜਿਹੜਾ ਬਣਿਆ। ਹਾਂ, ਪਰ ਇਹਨੂੰ ਨਾ ਕੋਈ ਬਹੁਤੀ ਕਾਮਯਾਬੀ ਨਾ ਮਿਲੀ। ਉਹ ਫਿਰ ਕੰਮ ਕੀਤਾ ਆ ਕੇ, ਇੱਕ ਤਾਂ ਵਿਸ਼ਨੂੰ ਗਣੇਸ਼ ਪਿੰਗਲੇ, ਉਹ ਆਇਆ ਸੀਗਾ, ਮਤਲਬ ਉਹ ਵੀ ਬਾਹਰੋਂ ਇੰਜੀਨੀਅਰਿੰਗ ਕਰਕੇ, ਉਸ ਨੇ ਮਤਲਬ ਆ ਕੇ ਉਹਦੀ ਜਾਣ ਪਛਾਣ ਸੀ। ਪਿੰਗਲੇ ਬਹੁਤ ਕੰਮ ਦਾ ਬੰਦਾ ਸੀ। ਉਹ ਇਸ ਪਾਸੇ ਆਉਣ ਤੋਂ ਪਹਿਲਾਂ ਜਾਂ ਪੜ੍ਹਨ ਵਾਲੇ ਪਾਸੇ ਜਾਣ ਤੋਂ ਪਹਿਲਾਂ ਉਹ ਸਾਧੂ ਰਿਹਾ। ਅੱਛਾ। ਤੇ ਸਾਧੂ ਰਹਿ ਕੇ ਜਗ੍ਹਾ ਜਗ੍ਹਾ ਘੁੰਮਿਆ, ਤੇ ਪੰਜਾਬ 'ਚ ਵੀ ਬਹੁਤ ਰਿਹਾ ਸੀ। ਉਹ ਪੰਜਾਬੀ ਵੀ ਜਾਣਦਾ ਸੀ ਤੇ ਪੰਜਾਬ ਨੂੰ ਬਹੁਤ ਜਾਣਦਾ ਸੀ, ਤੇ ਪੰਜਾਬ ਦੀਆਂ ਥਾਵਾਂ ਜਾਣਦਾ ਸੀ, ਭੇਤੀ ਬੜਾ ਸੀ। ਉਹ ਫਿਰ ਇਹਨਾਂ ਦੇ ਬੜਾ ਕੰਮ ਆਇਆ, ਤੇ ਉਹਦੀ ਫਿਰ ਬੰਗਾਲ ਦੇ ਵਿੱਚ ਵੀ ਸੀ। ਹਾਂ, ਇੱਕ ਤਾਂ ਉਹਨੇ, ਇੱਕ ਇੱਥੇ ਕਪੂਰਥਲੇ ਦਾ ਸੀ ਰਾਮ ਸਰਨ ਦਾਸ, ਉਹ ਸੀਗਾ ਤਲਵਾੜ, ਉਹ ਬੰਦਾ ਵੀ ਸੀ, ਉਹਦੇ ਬੰਗਾਲੀਆਂ ਨਾਲ ਸੰਬੰਧ ਸੀ, ਉਹਦੇ ਨਾਲ ਕੰਟੈਕਟ ਹੋਇਆ। ਉਹਨੇ ਬਹੁਤ ਮਦਦ ਕੀਤੀ। ਉਹਨੇ ਜਾ ਕੇ ਸਭ ਤੋਂ ਪਹਿਲਾਂ ਰਾਸ ਬਿਹਾਰੀ ਬੋਸ ਨੂੰ ਕੰਟੈਕਟ ਕੀਤਾ। ਸੋ ਉਹਦੇ ਕੰਟੈਕਟ ਕਰਨ ਨਾਲ ਫਿਰ ਰਾਸ ਬਿਹਾਰੀ ਬੋਸ ਆਪ ਨਹੀਂ ਸੀ ਆਉਂਦਾ ਪਹਿਲਾਂ, ਉਹ ਪਹਿਲਾਂ ਆਪਦੇ ਲੈਫਟੈਨੈਂਟ ਨੂੰ ਭੇਜਦਾ ਸੀ ਵੀ ਪਹਿਲਾਂ ਜਾਇਜ਼ਾ ਲੈ, ਮੈਂ ਫਿਰ ਜਾਊਂਗਾ। ਉਹ ਫਿਰ ਆਇਆ ਸਚਿੰਦਰ ਨਾਥ ਸਨਿਆਲ, ਜਿਹੜਾ ਸੈਕਿੰਡ ਟੂ ਬੋਸ। ਉਹਦੀ ਆ ਕੇ ਇਹਨਾਂ ਨਾਲ ਗੱਲਬਾਤ ਹੋਈ 30 ਨਵੰਬਰ ਨੂੰ ਜਲੰਧਰ ਰੇਲਵੇ ਸਟੇਸ਼ਨ ਤੇ ਮਿਲਣ ਦਾ ਰੱਖਿਆ। ਉੱਥੇ ਇਹ 4-5 ਬੰਦੇ ਮਿਲੇ। ਸਰਾਭਾ ਸੀਗਾ, ਇੱਕ ਅਮਰ ਸਿੰਘ ਰਾਜਪੂਤ, ਇੱਕ ਪ੍ਰਿਥਵੀ ਸਿੰਘ ਲਾਲੜੂ, ਤੇ ਇੱਕ ਸੀਗਾ ਸ਼ਾਇਦ ਰਾਮ ਰੱਖਾ, ਤੇ ਜਿਹਦੇ ਚੋਂ ਕੱਲਾ ਸਰਾਭਾ ਹੀ ਸਿੱਖ ਸੀ, ਬਾਕੀ ਅਮਰ ਸਿੰਘ ਰਾਜਪੂਤ ਸੀਗਾ, ਪ੍ਰਿਥਵੀ ਸਿੰਘ ਲਾਲੜੂ ਵੀ ਰਾਜਪੂਤ ਸੀਗਾ। ਸੋ ਇਹ ਉੱਥੇ ਉਹਨਾਂ ਨਾਲ ਗੱਲਬਾਤ ਹੋਈ। ਸੋ ਉਹਨੇ ਸਰਾਭੇ ਨੂੰ ਤਾਂ ਇਹ ਸੀ ਵੀ ਤੂੰ ਸਾਨੂੰ ਹਥਿਆਰ ਚਾਹੀਦੇ। ਤੇ ਮੇਹਰ ਸਿੰਘ ਉਦੋਂ ਤੱਕ 30 ਨਵੰਬਰ ਤੱਕ ਇਹਨਾਂ ਨੇ ਬਗਾਵਤ ਦੀ ਤਿਆਰੀ ਕਰ ਦੋਵਾਂ ਛਾਉਣੀਆਂ 'ਚ। ਤੇ ਇਹਨਾਂ ਨੇ ਤਕਰੀਬਨ ਇਹ ਸੀ ਵੀ ਪਹਿਲਾਂ ਤਾਂ 30 ਨਵੰਬਰ ਤੋਂ ਪਹਿਲਾਂ ਹੀ ਕੋਸ਼ਿਸ਼ ਕੀਤੀ ਸੀ, ਪਰ ਉਹਦੇ 'ਚ ਉਹ ਬੰਦੇ ਬਹੁਤੇ ਤਿਆਰ ਨਾ ਹੋਏ। ਫਿਰੋਜ਼ਪੁਰ ਵਾਲੇ ਛਾਉਣੀ 'ਚ ਮਝੈਲ ਤਿਆਰ ਸੀਗੇ ਇੱਧਰ, 23ਵੇਂ ਰਸਾਲੇ ਵਾਲੇ।
ਉੱਥੇ ਜਦੋਂ ਤਿਆਰ ਨਾ ਹੋਏ ਤੇ ਫਿਰ ਉੱਥੇ ਇੱਕ ਪਠਾਣੀ ਆਈ ਪਲਟਣ, ਉਹਦਾ ਸੀਗਾ ਨਿਧਾਨ ਸਿੰਘ ਚੁੱਗਾ ਨਾਲ। ਉਹ ਕਹਿੰਦੇ ਅਸੀਂ ਮਦਦ ਕਰਾਂਗੇ। ਇਹਨਾਂ ਨੇ ਫਿਰ ਕੁਛ ਦਿਨ ਪਿੱਛੇ ਪਾਇਆ। ਅੱਛਾ, ਉੱਥੇ ਇੱਕ ਬਹੁਤ ਦਰਦਨਾਕ ਹਾਦਸਾ ਵਾਪਰਿਆ। ਉਹ ਸੀਗਾ ਕਿ ਇਹ ਬੰਦੇ ਇਕੱਠੇ ਹੋ ਗਏ ਉੱਥੇ 26 ਨਵੰਬਰ ਜੀ ਵੀ 27 ਨੂੰ ਆਪਾਂ ਬਗਾਵਤ ਕਰ ਦੇਣੀ ਆ। ਅਜੇ ਬੰਗਾਲੀਆਂ ਨਾਲ ਤਾਂ ਕੰਟੈਕਟ ਹੋਇਆ ਹੀ ਨਹੀਂ। ਤੇ ਇਹ ਸਰਾਬਾ ਤਾਂ ਸਭ ਕੁਝ ਪਹਿਲਾਂ ਕਰੀ ਬੈਠਾ ਸੀਗਾ। ਉਹ 27 ਨੂੰ ਕਰਨੀ ਸੀ ਇਹਨਾਂ ਨੇ। ਉਹ 26 ਦੀ ਰਾਤ ਨੂੰ ਉੱਥੇ ਇਕੱਠੇ ਹੋ ਗਏ ਬੰਦੇ ਬਹੁਤ। ਤੇ ਇਹ ਉੱਥੇ ਇਕੱਠੇ ਹੋਏ ਮਤਲਬ ਉਹ ਤੋਂ ਬਾਹਰ, ਆਪਣੇ ਸ਼ਹਿਰ ਤੋਂ ਬਾਹਰ। ਉੱਥੋਂ ਫਿਰ ਉਹਨੇ ਆ ਕੇ ਸੁਨੇਹਾ ਦਿੱਤਾ ਵੀ ਅੱਜ ਨਹੀਂ ਕੰਮ। ਉਹ ਕਹਿੰਦੇ ਤੁਸੀਂ ਨਾ 1 ਤਰੀਕ ਤੱਕ ਉਡੀਕ। ਇਹ ਕਹਿੰਦੇ ਫਿਰ 1 ਤਰੀਕ ਤੱਕ ਆਪਾਂ ਜੇ ਇੱਧਰ ਉੱਧਰ ਚਲੇ ਜਾਂਦੇ ਆ। ਉਹ ਕੁਝ ਬੰਦੇ ਗੱਡੀ ਚੜ੍ਹ ਕੇ ਆ ਗਏ ਤੇ ਕੁਝ ਬੰਦੇ 12-13 ਬੰਦੇ ਉੱਥੇ ਰਹਿ ਗਏ ਸੀ। ਉਹਨਾਂ ਨੇ ਤਾਂਗੇ ਫੜ ਕਰ ਲਏ ਵੀ ਆਪਾਂ ਮੋਗੇ ਚੱਲਦੇ, ਆਪਾਂ ਕਰਨਾ ਕੀ, ਆਪਾਂ 2 ਦਿਨਾਂ 'ਚ ਆਪਾਂ ਇਹ ਕਰਦੇ ਹਾਂ, 2 ਦਿਨ ਹੈਗੇ, ਆਪਾਂ ਮੋਗੇ ਚੱਲ ਕੇ ਖਜ਼ਾਨਾ ਲੁੱਟਦੇ। ਉਹਨੇ ਕੋਲ ਕੋਈ ਪਿਸਤੌਲ ਸੀ। ਉਹ 2 ਤਾਂਗਿਆਂ 'ਚ ਚੱਲ ਕੇ ਉੱਥੋਂ ਜਾ ਰਹੇ ਸੀਗੇ ਤੇ ਰਾਹ ਦੇ ਵਿੱਚ ਮਿਸਰੀ ਵਾਲੇ ਦਾ ਪੁਲ ਹੈ। ਜਦੋਂ ਮੋਗੇ ਨੂੰ ਆਉਣਾ ਫਿਰੋਜ਼ਪੁਰ ਦੇ, ਉੱਥੇ ਮਿਸਰੀ ਵਾਲੇ ਦੇ ਪੁਲ ਤੇ ਕੁਦਰਤੀ ਤੂੰ ਦੇਖ ਉੱਥੇ ਐਸਪੀ ਦਾ ਦੌਰਾ। ਹੁਣ ਜਿੱਦਾਂ ਐਸਪੀ ਦਾ ਦੌਰਾ ਹੁੰਦਾ ਸੀ ਉਹਨਾਂ ਸਮਿਆਂ 'ਚ, ਉਹ ਪੈਰ ਤੇ ਉਹਨਾਂ ਦੇ ਬੰਦੇ ਲੱਗੇ ਹੁੰਦੇ ਸੀਗੇ ਨਾਕੇ। ਉੱਥੇ ਇਲਾਕੇ ਦਾ ਜੈਲਦਾਰ ਤੇ ਥਾਣੇਦਾਰ ਤੇ ਬਹੁਤ ਫੋਰਸ ਉਹ ਪੁਲ ਤੇ ਸੀ। ਇਹ ਜਾ ਰਹੇ ਆ ਤਾਂਗੇ। ਉਹ ਹਰ ਜੈਲਦਾਰ ਨੂੰ ਮਤਲਬ ਕਿਤੇ ਲੱਗਿਆ ਬਈ ਬੰਦੇ ਇਕੱਠੇ ਨੇ, ਹਾਂ ਬਾਹਰਲੇ ਬੰਦੇ ਹੈ, ਸਾਡੇ ਇਲਾਕੇ ਤਾਂ ਹੈ ਨਹੀਂ, ਸ਼ੱਕੀ ਜੇ ਆ। ਉਹਨਾਂ ਨੇ ਚਲੋ ਉਂਜੀ ਜਿਵੇਂ ਹੁੰਦਾ ਥਾਣੇਦਾਰ ਨੇ ਰੋਕ ਲਏ। ਉਹਦੇ ਕਹਿਣ ਤੇ ਥਾਣੇਦਾਰ ਨੇ ਰੋਕ ਲਏ ਤੇ ਪੁੱਛਿਆ ਤੁਸੀਂ ਕੌਣ ਹੋ, ਪਤਾ ਨਹੀਂ ਕੀ ਸਵਾਲ ਜਵਾਬ ਹੋਇਆ ਹੋਊ। ਅਲਟੀਮੇਟਲੀ ਕੀ ਕੀਤਾ ਜੀ ਉਹਨੇ ਆਪਣੇ ਨੇ ਥਾਣੇਦਾਰ ਨੇ ਰਹਿਮਤ ਅਲੀ ਵਜੀਦ ਕੇ ਸੀ ਉਹਦੇ ਚਪੇੜ ਮਾਰਤੀ। ਉਹਦੇ ਜਦੋਂ ਚਪੇੜ ਮਾਰਤੀ ਨਾਲ ਸੀ ਗਾਂਧਾ ਸਿੰਘ ਕੱਚਰ ਭੰਨ। ਉਹ ਤੁਸੀਂ ਅੱਗੇ ਜਾ ਕੇ ਦੇਖੋਗੇ ਉਹ ਬੰਦਾ ਕਿਹੋ ਜਿਹਾ ਸੀ। ਉਹ ਕਿੱਥੇ ਜਰ ਸਕਦਾ ਚਪੇੜ। ਉਹਨੇ ਉਹਦੀ ਪਿਸਤੌਲ ਕੱਢਿਆ ਤੇ ਉਹਦੀ ਛਾਤੀ 'ਚ ਗੋਲੀ ਮਾਰੀ ਥਾਣੇਦਾਰ ਦੀ। ਜੈਲਦਾਰ ਭੱਜ ਕੇ ਆਇਆ ਪਹਿਲਾਂ ਉਹਨੂੰ ਬਚਾਉਣ। ਇਹਨੇ 2 ਗੋਲੀਆਂ ਉਹਦੀ ਛਾਤੀ 'ਚ ਠੋਕੀਆਂ, ਦੋਹਾਂ ਨੂੰ ਮਾਰ ਕੇ ਚਲੋ ਵੀ ਭੱਜ ਚਲੋ। ਉਸ ਮੌਕੇ ਨਾ ਅੱਜ ਵੀ ਆਪਾਂ ਦੇਖਦੇ ਹਾਂ ਸਰਕਾਰ ਨੇ ਇੱਕ ਇੰਤਜ਼ਾਮ ਕੀਤਾ ਹੁੰਦਾ ਲੋਕਾਂ ਦੇ ਵਿੱਚ ਹਊਆ ਬਣਾ ਕੇ ਨਾ, ਉਹ ਫਿਰ ਲੋਕਾਂ ਦੀ ਭੀੜ ਪਿੱਛੇ ਪਾ ਦਿੰਦੇ। ਇਹ ਇੱਕ ਖਾਸ ਕਿਸਮ ਦੀ ਮਾਨਸਿਕਤਾ ਲੋਕਾਂ ਦੀ ਬਣਾਈ ਹੁੰਦੀ ਹੈ। ਡਾਕੂ ਆ ਗਏ ਜਾਂ ਮਤਲਬ ਵੀ ਕੋਈ ਕ੍ਰਿਮੀਨਲ ਆ ਗਏ, ਮੁਜਰਮ ਆ ਗਏ। ਉਹ ਲੋਕ ਇਕੱਠੇ ਹੋ ਗਏ, ਲੋਕ ਪਿੱਛੇ ਪੈ ਗਏ। ਉਹਨੇ ਉੱਥੇ ਕੁਮਕ ਹੋਰ ਮੰਗਾ ਲਈ ਪੁਲਿਸ ਦੀ। ਉਹ ਕੀ ਹੋਇਆ ਫਿਰ ਉੱਥੇ ਸਰਕੜਾ ਸੀ ਬਹੁਤ, ਨਹਿਰ ਦੇ ਕਿਨਾਰੇ ਹੁੰਦਾ ਹੀ ਆ। ਉਹਨਾਂ ਸਮੇਂ 'ਚ ਬਹੁਤ ਜ਼ਿਆਦਾ ਹੁੰਦਾ ਸੀ। ਉਹ ਸਰਕੜੇ 'ਚ ਲੋਕ ਗਏ। ਉਹਨਾਂ ਨੇ ਆ ਕੇ ਘੇਰਾ ਪਾ ਲਿਆ। ਘੇਰਾ ਪਾ ਕੇ ਨਾਲ ਤਾਂ ਗੋਲੀਆਂ ਮਾਰੀਆਂ ਸਰਕੜੇ 'ਚ, ਫਿਰ ਅੱਗ ਲਾਤੀ। ਤੇ ਅੱਗ ਲਾਤੀ ਤੇ ਫਿਰ ਉਹਨਾਂ ਨੂੰ ਬਾਹਰ ਨਿਕਲਣਾ ਪੈਣਾ ਸੀ। ਸੋ ਉੱਥੇ ਕੀ ਹੋਇਆ ਜਦੋਂ ਅਲਟੀਮੇਟਲੀ ਉਹ ਬੰਦੇ 7 ਗ੍ਰਿਫਤਾਰ ਹੋ ਗਏ, 2 ਉਹ ਗੋਲੀਆਂ ਨਾਲ ਹੀ ਸ਼ਹੀਦ ਹੋ ਗਏ। ਤੇ ਜਿਹੜਾ ਬਾਬਾ ਗਾਂਧਾ ਸਿੰਘ ਕੱਚਰ ਭੰਨ ਸੀ ਉਹ ਇਕੱਲਾ ਬਚਿਆ। ਉਹ ਦਰਖਤ ਤੇ ਕਿਸੇ ਟੀਸੀ ਤੇ ਜਾ ਬੈਠਾ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਲੱਭ ਕੇ ਥੱਕ ਗਏ ਤੇ ਚਲੋ ਉਹ ਮੁੜਿਆ ਤੇ ਇਹ ਉੱਥੇ ਬਚ ਰਿਹਾ। ਇਸ 'ਚ ਮੇਹਰ ਸਿੰਘ ਬਹੁਤ ਨੁਕਸਾਨ ਹੋਇਆ। ਦੇਖ 2 ਤਾਂ ਬੰਦੇ ਮਾਰੇ ਗਏ, 1-2 ਬੰਦੇ ਡਾਂਗਾ ਵਰਗੇ ਗ੍ਰਿਫਤਾਰ ਹੋ ਗਏ। ਇੱਕ ਤਾਂ ਪੰਡਿਤ ਕਾਸ਼ੀ ਰਾਮ ਮੜੋਲੀ। ਉਹ ਮੈਂ ਥੋੜ੍ਹਾ ਜਿਹਾ ਸਰੋਤਿਆਂ ਨੂੰ ਜਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਪਿਛਲੀ ਵੀਡੀਓ 'ਚ ਨਾ ਮੈਥੋਂ ਗਲਤੀ ਨਾਲ ਕਦੇ ਰਾਮ ਕ੍ਰਿਸ਼ਨ ਮੜੋਲੀ, ਕਦੇ ਕਾਸ਼ੀ ਰਾਮ ਮੜੋਲੀ, ਹੈ ਨਾ, ਉਹ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ। ਹੁਣ ਸ਼ਾਇਦ ਇਹ ਉਮਰ ਨਾਲ ਜੁੜ ਕੇ ਨਾ ਕਿਤੇ ਨਾਵਾਂ ਦੀ ਉਹ ਇੱਕ ਜਿਹੜੀ ਜ਼ੁਬਾਨ ਫਿਸਲਦੀ ਆ, ਹੈ ਨਾ, ਤਰੀਕਾਂ ਤੇ ਥਾਵਾਂ ਦੀ ਉਹ ਆਪ ਪਤਾ ਲੱਗ ਜਾਂਦਾ। ਸਾਰੀ ਸੁਣ ਕੇ ਬੰਦੇ ਆਪ ਹੀ ਉਹਨੂੰ ਦਰੁਸਤ ਕਰ ਲਿਆ ਕਰਨ। ਸੋ ਉੱਥੇ ਮੈਂ 2-3 ਥਾਵਾਂ ਤੇ ਰਾਮ ਕ੍ਰਿਸ਼ਨ ਕਹਿਤਾ, ਬਾਕੀ ਥਾਵਾਂ ਤੇ ਕਾਸ਼ੀ ਰਾਮ। ਨਾਲੇ ਸਮਾਂ ਸੀਮਤ ਹੋਣ ਕਰਕੇ ਵੀ ਥੋੜ੍ਹੀਆਂ ਗਲਤੀਆਂ ਉਹ ਵੀ ਹੁੰਦਾ, ਪਰ ਉਮਰ ਦੇ ਨਾਲ ਵੀ ਮੈਂ ਦੇਖਿਆ ਹੁਣ ਯਾਦਾਸ਼ਤ ਦਾ ਵੀ ਤੇ ਹੋਰ ਸਾਰਾ ਫਰਕ ਪੈਂਦੇ ਨੇ। ਚਲੋ ਉਹ ਜਿਹੜਾ ਪੰਡਿਤ ਕਾਸ਼ੀ ਰਾਮ ਸੀ ਉਹ ਬਹੁਤ ਉੱਚ ਪਾਏ ਦਾ ਬੰਦਾ ਸੀ। ਸੋ ਉਹ ਨਹੀਂ ਸੀ ਗ੍ਰਿਫਤਾਰ ਹੋਣਾ ਚਾਹੀਦਾ। ਇਹਨਾਂ ਦਾ ਇਹ ਬਚਾਅ ਹੋ ਗਿਆ ਸੀ ਵੀ ਸਿੱਖ ਹੀ ਸਿੱਖ ਫੜੇ ਉਹਨਾਂ ਨੇ ਬੰਦਰਗਾਹਾਂ ਤੇ, ਕਿਸੇ ਵੀ ਗੈਰ ਸਿੱਖ ਨੂੰ ਨਹੀਂ ਫੜੇ। ਜਿਹਦਾ ਰਹਿਮਤ ਅਲੀ ਵਜੀਦ ਕੇ ਵੀ ਨਿਕਲਿਆ ਆ, ਨਵਾਬ ਖਾਂ ਵੀ ਨਿਕਲਿਆ ਆ, ਤੇ ਇਹ ਵੀ ਮਤਲਬ ਜਿਹੜਾ ਪੰਡਿਤ ਕਾਸ਼ੀ ਰਾਮ, ਰਾਮ ਰੱਖਾ, ਹਿਰਦੇ ਰਾਮ,
ਇਹ ਉਹਨਾਂ ਦੇ ਬੜੇ ਕੋਰ ਗਰੁੱਪ 'ਚ ਸੀਗੇ ਬੰਦੇ, ਨਿੱਗਰ ਬੰਦੇ ਸੀ, ਉਹ ਬਚ ਰਹੇ। ਪਰ ਇੱਥੇ ਕਾਸ਼ੀ ਰਾਮ ਦਾ ਫੜੇ ਜਾਣਾ, ਇਹ ਬਹੁਤ ਸੱਟ ਵੱਜੀ ਉਹਨਾਂ ਨੂੰ। ਹੁਣ ਇਹਦਾ ਪਤਾ ਹੀ ਨਹੀਂ ਸੀਗਾ ਵੀ ਇਹ ਵਾਪਰਿਆ ਹਾਦਸਾ 27 ਨਵੰਬਰ ਨੂੰ, ਤੇ ਸਰਾਭਾ ਜਾ ਕੇ ਮਿਲਦਾ ਹੈ ਸਨਿਆਲ ਨੂੰ 30 ਨਵੰਬਰ ਨੂੰ। ਤੋ ਵਾਰਤਾਲਾਪ ਸੁਣ ਸਰਾਭੇ ਦੇ, ਕਿਤੇ ਵੀ ਸਰਾਭੇ ਦੀ ਨਾ ਗੱਲ ਚੋਂ ਨਾ ਹਾਵ ਭਾਵ ਚੋਂ ਵੀ ਐਡਾ ਵੱਡਾ ਕੋਈ ਹਾਦਸਾ ਚੱਲ ਕੇ ਆਇਆ ਬੰਦਾ, ਓਡੀ ਚੜ੍ਹਦੀ ਕਲਾ 'ਚ ਹੈ ਨਾ। ਚਲੋ ਜੀ, ਉੱਥੇ ਉਹਦੇ ਨਾਲ ਗੱਲਬਾਤ ਹੋਈ ਤੇ ਇਹ ਕਹੇ ਸਾਨੂੰ ਹਥਿਆਰ, ਇਹ ਕਹਿੰਦਾ ਵੀ ਸਾਨੂੰ ਤਾਂ, ਉਹ ਕਹਿੰਦਾ ਵੀ ਤੁਹਾਨੂੰ ਲੱਗਦਾ ਕਿਸੇ ਨੇ ਨਾ ਗਲਤ ਇਨਫੋਰਮੇਸ਼ਨ ਦੇਤੀ ਵਧਾ ਚੜਾ ਕੇ ਵੀ ਸਾਡੇ ਕੋਲੇ ਬਹੁਤ ਹਥਿਆਰ ਹੈ। ਉਹ ਕਹਿੰਦਾ ਭਲਾ ਕਿੰਨੇ ਕੁ ਹੋਣਗੇ? ਸਰਾਭਾ ਕਹਿੰਦਾ ਵੀ ਸਾਨੂੰ ਤਾਂ ਇਹ ਪਤਾ ਲੱਗਿਆ ਬਹੁਤ ਨੇ। ਤੇ ਸਾਡਾ ਤਾਂ ਬੰਦਾ ਜਿਹੜਾ ਸੀਗਾ ਪਰਮਾਨੰਦ ਝਾਂਸੀ, ਇੱਕ ਇਹ ਸੀ ਬੰਦਾ, ਦੋ ਪਰਮਾਨੰਦ ਸੀ, ਇੱਕ ਭਾਈ ਪਰਮਾਨੰਦ ਜਿਹੜਾ ਲਾਹੌਰ ਵਾਲਾ, ਉਹ ਆਰੀਆ ਸਮਾਜੀ ਸੀ। ਇਹ ਪਰਮਾਨੰਦ ਝਾਂਸੀ, ਇਹ ਝਾਂਸੀ ਦਾ ਸੀ। ਇਹ ਤਾਂ ਫਿਰ ਅਖੀਰ ਤੱਕ ਨਿਭਿਆ, ਫਾਂਸੀ ਤੱਕ। ਉਹ ਫਿਰ ਉਹ ਗਿਆ ਸੀ ਬੰਗਾਲ 'ਚ, ਜਿਹੜੇ ਪਰਮਾਨੰਦ ਝਾਂਸੀ ਸੀ। ਹਾਂ, ਪਰਮਾਨੰਦ ਝਾਂਸੀ ਗਿਆ। ਉਹਨੂੰ ਕਿਸੇ ਨੇ, ਉਹਦੀ ਜਾਣ ਪਛਾਣ ਸੀ, ਉਹ ਬੰਦੇ ਨੇ ਕਿਹਾ ਸੀ ਤੂੰ ਜਿੰਨੇ ਮਰਜ਼ੀ, ਕਹਿੰਦਾ ਹਥਿਆਰਾਂ ਦਾ ਮਤਲਬ ਜਿੰਨੇ ਮਰਜ਼ੀ ਲੈ ਲਈ। ਸਨਿਆਲ ਕਹਿੰਦਾ ਇਹੀ ਜੀ ਕੋਈ ਗੱਲ ਨਹੀਂ, ਬੰਦੇ ਗੱਪੀ ਹੁੰਦੇ ਨੇ, ਕਿਸੇ ਗੱਪੀ ਨੇ ਤੁਹਾਨੂੰ ਉਹ ਕਹਿਤਾ, ਸਾਡੇ ਕੋਲੇ ਇੰਨੇ ਹਥਿਆਰ ਹੈ ਨਹੀਂ, ਸੱਚੀ ਗੱਲ ਜਿੰਨੇ ਤੁਸੀਂ ਸਮਝੀ ਬੈਠੇ। ਤੇ ਸਰਾਭੇ ਨੇ ਕਹਿੰਦਾ ਚਲੋ ਕੋਈ ਨਹੀਂ, ਜਿੰਨੇ ਵੀ ਹੈ ਸਾਨੂੰ ਦਿਓ। ਤੇ ਉਹਨੇ ਕਿਹਾ ਸਨਿਆਲ ਨੇ ਵੀ ਕੁਛ ਤਾਂ ਮੈਂ ਇੱਥੇ ਕਪੂਰਥਲੇ ਹੀ ਰੱਖੇ ਹੋਏ ਆ। ਉਹਨੇ ਕਪੂਰਥਲਾ ਨਹੀਂ ਕਿਹਾ, ਉਹਨੇ ਵੈਸੇ ਕਿਹਾ ਮੈਂ ਇੱਥੇ ਰੱਖੇ ਹੋਏ ਆ, ਐਂ ਦੱਸਦੇ ਨਾ ਹੁੰਦੇ, ਪਰ ਉਸੀ ਕਪੂਰਥਲੇ ਵੀ ਮੈਂ ਤੁਹਾਨੂੰ ਲਿਆ ਕੇ ਦੇ ਦਿੰਦਾ। ਹੁਣ ਸਨਿਆਲ ਦੇ ਜਿਹੜੇ ਕੰਟੈਕਟ ਸੀਗੇ ਇੱਥੇ ਲਾਹੌਰ ਵੀ ਤੇ ਪੰਜਾਬ 'ਚ ਵੀ, ਉਹ ਸੀ ਆਰੀਆ ਸਮਾਜੀਆਂ ਨਾਲ ਜੀ, ਕਿਉਂਕਿ ਇਹ ਵੀ ਹਿੰਦੂ ਰਾਸ਼ਟਰਵਾਦੀ ਸੀਗੇ ਬੰਗਾਲ ਵਾਲੇ ਤੇ ਉਹ ਵੀ, ਤੇ ਉਹ ਆਰੀਆ ਸਮਾਜੀਆਂ ਕੋਲੇ ਰੱਖੇ ਹੋਏ ਸੀ। ਉਹ ਜਦੋਂ ਲੈਣ ਗਿਆ, ਉਹਨਾਂ ਨੇ ਪੁੱਛਿਆ ਵੀ ਕਿਹਨੂੰ ਚਾਹੀਦੇ ਨੇ? ਉਹ ਕਹਿੰਦਾ ਵੀ ਜਿਹੜੇ ਪੰਜਾਬ ਦੇ ਬੰਦੇ ਆਏ ਨੇ ਬਾਹਰੋਂ। ਉਹ ਕਹਿੰਦੇ ਵੀ ਯਾਰ ਤੁਸੀਂ ਉਹਨਾਂ ਤੋਂ ਥੋੜਾ ਜਿਹਾ ਨਾ ਦੂਰ ਹੀ ਰਹੋ। ਇਹ ਗੱਲ ਕਹੀ, ਹਾਂ, ਵੀ ਸਰਕਾਰ ਉਹਨਾਂ ਪ੍ਰਤੀ ਬਹੁਤ ਸਖਤ ਹੈ ਤੇ ਵਿੱਚ ਆਪਾਂ ਲਪੇਟੇ ਜਾਵਾਂਗੇ, ਸੋ ਉਹਨਾਂ ਤੋਂ ਤਾਂ ਕਿਨਾਰਾ ਕਰਨਾ ਹੀ ਠੀਕ ਹੈ। ਸਨਿਆਲ ਨੇ ਫਿਰ ਲਿਖਿਆ, ਕਹਿੰਦਾ ਉਹਨੂੰ ਮਿਲ ਕੇ ਮੈਨੂੰ ਲੱਗਿਆ ਵੀ ਹੁਣ ਇਹਨਾਂ ਦਾ ਖੇੜਾ ਛੱਡ ਦਈਏ, ਇਹ ਬੰਦੇ ਕਿਸੇ ਕੰਮ ਦੇ ਨਹੀਂ, ਆ ਸਿੱਖ ਹੀ ਆ ਬਸ। ਔਰ ਸਾਰੇ ਆਰਿਆ ਸਮਾਜੀਆਂ ਤੋਂ ਉਹਦਾ ਮੋਹ ਭੰਗ ਹੋਇਆ। ਬੰਗਾਲ ਤੋਂ ਬਿਨਾਂ ਭਾਰਤ ਦੇ ਵਿੱਚ ਕਿਤੇ ਹੋਰ ਵੀ ਬਗਾਵਤ ਉੱਠੇ ਉੱਥੇ ਉਹਦੇ ਕਿ ਨਹੀਂ? ਨਹੀਂ, ਉਹ ਆਪਾਂ ਅੱਗੇ ਗੱਲ ਕਰਦੇ ਹਾਂ, ਕਿਤੇ ਵੀ ਨਹੀਂ ਉੱਠੀ, ਉੱਠਣੀ ਬਣੀ ਸੀ। ਚਲੋ ਜੀ, ਇਹ ਹੁਣ ਤੁਸੀਂ ਮੈਂ ਥੋੜ੍ਹੀ ਜਿਹੀ ਤਾਂ ਡਿਟੇਲ 'ਚ ਦੱਸ ਰਿਹਾ, ਬੜੀ ਅਹਿਮ ਮਿਲਣੀ। ਜੀ। ਉੱਥੇ ਫਿਰ ਕੀ ਗੱਲ ਹੋਈ? ਉਹਨੇ ਫਿਰ ਸਨਿਆਲ ਨੇ ਸਾਰਾ ਕੁਝ ਪੁੱਛਣਾ ਸੀ ਉਹਨਾਂ ਤੋਂ। ਉਹ ਕਹਿੰਦੇ ਸਾਨੂੰ ਬੋਸ ਨੂੰ ਭੇਜ ਦਿੱਤੇ, ਰਾਸ ਬਿਹਾਰੀ ਬੋਸ। ਉਹ ਕਹਿੰਦਾ ਠੀਕ ਆ, ਉਹ ਆਜੂ, ਪਰ ਆਉਣ ਤੋਂ ਪਹਿਲਾਂ ਮੈਂ ਥੋੜ੍ਹੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ। ਤੇ ਉਹ ਕਹਿੰਦਾ ਵੀ ਤੁਹਾਡਾ ਜਿਹੜਾ ਮੇਨ ਲੀਡਰ ਹੈ ਮੈਨੂੰ ਉਹ ਮਿਲਾਓ। ਅਮਰ ਸਿੰਘ ਰਾਜਪੂਤ ਕਹਿੰਦਾ ਜੇ ਸੱਚੀ ਗੱਲ ਸੁਣਨੀ ਹੈ, ਪੁੱਛਦਾ ਤਾਂ ਫਿਰ ਇਹ ਹੈ ਵੀ ਸਾਡੇ 'ਚੋਂ ਲੀਡਰ ਕੋਈ ਹੈ ਹੀ ਨਹੀਂ, ਇਹੀ ਸਾਡੇ 'ਚ ਕਮੀ ਹੈ, ਤੇ ਸਾਨੂੰ ਤਾਂ ਨਾ ਤੁਸੀਂ ਬੋਸ ਦਿਓ, ਸਾਡੇ ਕੋਲ ਤਾਂ ਲੀਡਰ ਹੈ ਹੀ ਨਹੀਂ। ਉੱਥੇ ਸਰਾਭਾ ਜਵਾਬ ਦਿੰਦਾ, ਕਹਿੰਦਾ ਅਮਰ ਸਿੰਘ ਇਸ ਤਰ੍ਹਾਂ ਹੌਸਲਾ ਕਿਉਂ ਹਾਰਦੇ ਹੋ? ਤੂੰ ਕਹਿੰਦਾ ਦੇਖੀ ਸਮਾਂ ਆਉਣ 'ਤੇ ਮਤਲਬ ਕਿੰਨੇ ਛੁਪੇ ਰੁਸਤਮ ਨਿਕਲਣੇ ਆ ਸਾਡੇ ਦੋਹਾਂ ਦਾ ਨਜ਼ਰੀਆ ਦੇ। ਉਹ ਜਿਹੜਾ ਬੰਦਾ ਅਮਰ ਸਿੰਘ, ਉਹ ਸੀਗਾ ਗੜ੍ਹ ਸ਼ੰਕਰ ਦਾ, ਕੰਢੀ ਦੇ ਇਲਾਕੇ ਦਾ ਰਾਜਪੂਤ ਸੀ। ਉਹ ਮੁੜ ਕੇ ਵਾਦਾ ਮਾਹ ਬਣਿਆ, ਬਹੁਤ ਬੁਰੀ, ਕਿਉਂਕਿ ਉਹ ਨਜ਼ਰੀਆ ਉਹ ਹੈ, ਆਪਦੇ ਆਪ ਤੇ ਵਿਸ਼ਵਾਸ ਹੀ। ਹੁਣ ਸਰਾਭਾ ਜਿਹੜਾ ਐਡਾ ਵੱਡਾ 2 ਦਿਨ ਪਹਿਲਾਂ ਹਾਦਸਾ 'ਚੋਂ ਲੰਘ ਕੇ ਆਇਆ, ਐਡੀ ਸੱਟ, ਉਹ ਪੂਰਾ ਕਹਿੰਦਾ ਪ੍ਰਭਾਵ ਐ ਨਾ, ਇਸ ਤਰ੍ਹਾਂ ਨਾ ਸੋਚ ਵੀ ਸਾਡੇ 'ਚ ਉਹ ਦੇਖੀ ਆਪੇ। ਹੁਣ ਇਹ ਬਹੁਤ ਵੱਡੀ ਗੱਲ ਸੀਗੀ, 18 ਸਾਲ ਦੀ ਉਮਰ 'ਚ ਉਹਨੂੰ ਇਸ ਤਰ੍ਹਾਂ ਦਾ ਸਵੈ ਵਿਸ਼ਵਾਸ ਤੇ ਆਪਦੀ ਸਾਰੀ ਲਹਿਰ ਤੇ ਆਪਦੇ ਆਪ ਤੇ। ਚਲੋ ਉੱਥੋਂ ਫਿਰ ਉਹਨੇ ਨਿਰਣਾ ਕਰ ਲਿਆ, ਸਨਿਆਲ ਕਹਿੰਦਾ ਮੈਂ ਵੀ ਬੰਦਾ ਇੰਨਾ 'ਚ ਹੈਗਾ ਬਸ, ਉਹ ਇਹੀ ਬੰਦਾ ਬਸ ਸਰਾਭਾ। ਉਹਨੇ ਕਿ ਸਰਾਭੇ ਨੂੰ ਕਿਹਾ ਮੈਂ ਤੈਨੂੰ ਕੱਲ੍ਹ ਨੂੰ ਆਪਾਂ ਰੱਖ ਲੈਂਦੇ ਹਾਂ ਮਿਲਣ ਦਾ, ਜਿਹੜੇ ਸਾਡੇ ਇੱਥੇ ਜਿੰਨੇ ਕੁ ਪਏ ਨੇ ਬੰਬ ਤੇ ਪਿਸਤੌਲ 1-2 ਉਹ ਮੈਂ ਤੈਨੂੰ ਦੇ ਦਿੰਦਾ। ਤੇ ਉਦੋਂ ਸਰਾਭੇ ਨੂੰ ਤਾਂ ਪੈਰ ਤੇ ਲੋੜ ਸੀ, ਉਹਨੇ ਅਗਲੇ ਦਿਨ ਦਾ ਉੱਥੇ ਰੱਖ ਲਿਆ। ਪਰ ਸਰਾਭਾ ਜਿਹੜਾ ਉਸ ਦਿਨ ਅਗਲੇ ਦਿਨ ਨਾ ਆਇਆ, ਉਹਨੂੰ ਬੜਾ ਲੱਗਿਆ ਸਨਿਆਲ ਨੂੰ ਵੀ ਇਹ ਬੰਦੇ ਕਿਹੋ ਜਿਹੇ ਨੂੰ ਵੀ ਐਡਾ ਵੱਡਾ ਇੰਪੋਰਟੈਂਟ ਕੰਮ ਹੈ,
ਪਰ ਉਹ ਮੈਨੂੰ ਚਲੋ ਬਾਅਦ ਚ ਪਤਾ ਲੱਗਿਆ ਉਹਦੀ ਤਾਂ ਸੁਰਤ ਉੱਥੇ 1 ਤਰੀਕ ਨੂੰ ਬਗਾਵਤ ਕਰਨ ਤੇ ਸੀ ਉਦਣ ਫਿਰੋਜ਼ਪੁਰ, ਤੇ ਉਹ ਇੱਥੇ ਨਹੀਂ ਆ ਸਕਿਆ, ਉੱਥੇ ਉਲਝ ਗਿਆ, ਉੱਥੇ ਫੇਰ ਨਾ ਹੋ ਸਕੀ। ਹੁਣੀ ਕੀ ਸੀ, ਪਹਿਲਾਂ ਤਾਂ ਆਹ ਕਿੱਡੀ ਗੱਡੀ ਵਾਪਰ ਵਗੈਰਾ ਫੇਰੂ ਸ਼ਹਿਰ ਦਾ ਆਪਣਾ ਉਹ ਤੋਂ ਬਾਅਦ ਚੌਕਸ ਵੀ ਹੋ ਗਏ ਹੋਣੇ, ਮਿਸਰੀ ਵਾਲੇ ਪੁਲ ਦਾ ਸਾਕਾ ਜਿਹੜਾ। ਹਾਂ ਚਲੋ ਜੀ, ਉਹ ਮਤਲਬ ਉਹਦਾ ਉਹ ਵੀ ਕੰਮ ਖਰਾਬ ਹੋ ਗਿਆ ਤੇ ਮੁੜ ਕੇ ਉਹ ਕੰਟੈਕਟ ਟੁੱਟ ਗਿਆ। ਇਹ ਫਿਰ ਵਿਸ਼ਨੂੰ ਗਣੇਸ਼ ਪਿੰਗਲੇ ਨੇ ਜਾ ਕੇ ਤੇ ਰਾਮ ਸਰਨ ਦਾਸ ਨੇ ਦੁਬਾਰਾ ਕੰਟੈਕਟ ਜੋੜਿਆ। ਫਿਰ ਉਹ ਇੱਥੇ ਆਪਾਂ ਚਲੋ ਗੱਲ ਖਤਮ ਕਰੀਏ, ਉਹ ਫਿਰ ਬੋਸ ਨੂੰ ਲੈ ਕੇ ਆਏ, ਰਾਸ ਬਿਹਾਰੀ ਬੋਸ ਨੂੰ। ਸੋ ਉਹ ਇਹ ਤਾਂ ਕਰਨਾ ਹੀ ਚਾਹੁੰਦੇ ਸੀ ਨਵੰਬਰ ਦੇ ਅਖੀਰ 'ਚ ਬਗਾਵਤ ਜੀ। ਉਦੋਂ ਤੱਕ ਨਾ ਪੁਲਿਸ ਨੂੰ ਪਤਾ, ਨਾ ਸਰਕਾਰ ਨੂੰ, ਸੁੱਤੀ ਪਈ ਸੀ। ਬੜਾ ਸੋਹਣਾ ਸਮਾਂ ਸੀ ਉਹ। ਫਿਰ ਜਦੋਂ ਇਹਨਾਂ ਨਾਲ ਮੁਲਾਕਾਤ ਹੋ ਗਈ ਬੰਗਾਲੀਆਂ ਨਾਲ, ਉਹ ਕਹਿੰਦੇ ਵੀ ਤੁਸੀਂ ਐਂ ਨਾ ਕਰੋ, ਕਾਹਲੀ ਨਾ ਕਰੋ, ਤੁਸੀਂ ਉਡੀਕੋ ਤੁਸੀਂ, ਆਪਾਂ ਐਂ ਕਰਾਂਗੇ ਵੀ ਦੇਸ਼ 'ਚ ਇੱਕੋ ਮੌਕੇ ਕਈ ਛਾਉਣੀਆਂ 'ਚ ਬਗਾਵਤ ਕਰਾਂਗੇ। ਇਹ ਇਹਨਾਂ ਨੂੰ ਬੜਾ ਲਵਾਉਣਾ ਲੱਗਿਆ ਹੈ ਨਾ, ਵੀ ਇਹ ਤਾਂ ਬਹੁਤ ਵਧੀਆ ਗੱਲ ਹੈ ਵੀ ਅਸੀਂ ਇਕੱਲੀ ਪੰਜਾਬ 'ਚ 2-4 ਛਾਉਣੀਆਂ ਦੀ ਬਜਾਏ ਵੀ ਆਪਾਂ ਤਾਂ ਕਿੰਨੀਆਂ ਛਾਉਣੀਆਂ 'ਚੋਂ ਕਰ ਸਕਦੇ ਹਾਂ। ਤੇ ਉਹ ਕਹਿੰਦੇ ਸੀ ਵੀ ਉਹਨਾਂ ਨੇ ਉਹ ਰਾਜਪੂਤਾਂ ਤੇ ਜ਼ਿਆਦਾ ਜਾਂ ਮਰਾਠਿਆਂ ਤੇ ਜਾਂ ਰਾਜਪੂਤਾਂ ਤੇ ਉਹਨਾਂ ਦਾ ਸੀਗਾ ਵੀ ਅਸੀਂ ਉਧਰ ਕੋਸ਼ਿਸ਼ ਕਰਾਂਗੇ। ਕਹਿੰਦੇ ਚਲੋ ਠੀਕ ਹੈ। ਤੇ ਬਾਕੀ ਉਹਨਾਂ ਨੂੰ ਸੀ ਵੀ ਹਥਿਆਰ, ਵੀ ਤੁਹਾਨੂੰ ਬੰਬ ਪਹੁੰਚਾ ਦਿਆਂਗੇ ਅਸੀਂ ਜਿੰਨੇ ਤੁਸੀਂ ਚਾਹੁੰਦੇ, ਪਰ ਬੰਬ ਕਹਿੰਦਾ ਮੁਫਤ ਨਹੀਂ ਮਿਲਦੇ। ਸਨਿਆਲ ਨੇ ਇਹਨੂੰ ਠੋਕ ਵਜਾ ਕੇ ਕਿਹਾ ਵੀ ਉਹ ਪੈਸੇ ਨਾ ਮਿਲਣਗੇ ਤੇ ਸਾਡੇ ਕੋਲ ਪੈਸਾ ਨਹੀਂ, ਤੇ ਤੁਹਾਨੂੰ ਪੈਸੇ ਦੇਣੇ ਪੈਣਗੇ। ਉਹ ਫਿਰ ਗੱਲ ਨੇ ਨਾ, ਜਿਹੜੇ ਬੰਗਾਲੀਆਂ ਦੇ ਬੰਬ ਕਿੰਨੇ ਮਹਿੰਗੇ ਪਏ ਇਹਨਾਂ ਨੂੰ, ਪਹੁੰਚਿਆ ਵੀ ਇੱਕ ਨਹੀਂ। ਉਹਦੇ ਵਾਸਤੇ ਫਿਰ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਵੀ ਤੁਸੀਂ ਡਾਕੇ ਮਾਰੋ। ਇਹਦਾ ਕੀ ਨੁਕਸਾਨ ਹੋਇਆ? ਨੁਕਸਾਨ ਤਾਂ ਤੂੰ ਪੁੱਛ ਨਾ ਕੁਛ। ਪਹਿਲੀ ਗੱਲ ਤਾਂ ਜਦੋਂ ਇਹ ਪ੍ਰਪੋਜ਼ਲ ਆਈ, ਅਜੇ ਬੰਗਾਲੀਆਂ ਤੋਂ ਪਹਿਲਾਂ ਹੀ ਇਹ ਪ੍ਰਪੋਜ਼ਲ ਕੁਝ ਬੰਦਿਆਂ ਨੇ ਲਿਆਂਦੀ ਸੀ। ਸਰਾਭਾ ਹੀ ਸਭ ਤੋਂ ਮੂਹਰੇ ਸੀ ਇਹ ਕੰਮ 'ਚ ਵੀ ਯਾਰ ਆਪਣੇ ਕੋਲੇ ਪੈਸਾ ਹੈ ਨਹੀਂ ਤੇ ਪੈਸੇ ਤੋਂ ਬਿਨਾਂ ਹਥਿਆਰ ਨਹੀਂ ਮਿਲਣੇ, ਹਥਿਆਰਾਂ ਬਿਨਾਂ ਆਪਾਂ ਤੋਂ ਛਾਉਣੀਆਂ ਤੇ ਬਗਾਵਤ ਨਹੀਂ ਹੋਣੀ। ਤੇ ਪੈਸਾ ਆਪਾਂ ਦੇਖ ਲਿਆ ਬੰਦੇ ਦਿੰਦੇ ਨਹੀਂ ਉਹਨਾਂ, ਹਾਲਾਂਕਿ ਜਿਹੜੇ ਬੰਦੇ ਬਾਹਰੋਂ ਆਏ ਸੀ ਉਹ ਤਾਂ ਦੇ ਹੀ ਜਾਂਦੇ ਸੀ, ਜੋ ਕੁਝ ਵੀ ਉਹਨਾਂ ਦੇ ਪੱਲੇ ਸੀ ਉਹਦਾ ਢੇਰੀ ਲਾਤੀ ਉਹ ਤਾਂ। ਇਹ ਤਾਂ ਸਨਿਆਲ ਹੈਰਾਨ ਹੋਇਆ ਵੀ ਸਾਡੇ ਬੰਗਾਲ 'ਚ ਤਾਂ ਦਵਾਨੀ ਨਹੀਂ ਕੋਈ ਜੇਬ 'ਚੋਂ ਕੱਢਦਾ। ਕਹਿੰਦਾ ਗੁਰਦੁਆਰੇ ਚਾਦਰ ਵਿਛਾਈ, ਉੱਥੇ ਢੇਰੀ ਲਾਤੀ ਬੰਦਿਆਂ ਨੇ। ਉਹ ਤਾਂ ਹੈਰਾਨ ਹੋਇਆ, ਪਰ ਉਨੇ ਕੁ ਪੈਸੇ ਨਾਲ ਕੰਮ ਨਹੀਂ ਚੱਲ ਸਕਦਾ। ਸੋ ਉੱਥੇ ਫਿਰ ਨਿਧਾਨ ਸਿੰਘ ਚੁੱਗੇ ਨੇ ਵਿਰੋਧ ਕੀਤਾ। ਉਹ ਕਹਿੰਦਾ ਵੀ ਸਾਡੀ ਇਹ ਪਾਲਿਸੀ ਨਹੀਂ, ਆਪਾਂ ਸਿਰਫ ਸਰਕਾਰੀ ਖਜ਼ਾਨੇ ਲੁੱਟਣੇ ਆ, ਅਸੀਂ ਪਬਲਿਕ 'ਚੋਂ ਕਿਸੇ ਬੰਦੇ ਤੋਂ ਪੈਸਾ ਨਹੀਂ ਲੁੱਟਣਾ। ਤੇ ਉਹ ਕਹਿੰਦਾ ਫਿਰ ਪੈਸਾ ਸਾਡਾ ਕਿੱਥੇ ਆਊਗਾ? ਨਿਧਾਨ ਸਿੰਘ ਚੁੱਗਾ ਕਹਿੰਦਾ ਮੈਂ ਗੱਲ ਕੀਤੀ ਹੋਈ ਹੈ, ਭਦੌੜ ਦਾ ਰਈਸ ਹੈ ਨਾਨਕ ਸਿੰਘ, ਉਹ ਕਹਿੰਦਾ ਮੈਥੋਂ ਲਓ ਦਿੰਦਾ। ਸਰਾਭਾ ਕਹਿੰਦਾ ਵੀ ਐਵੇਂ ਗੱਲਾਂ ਹੀ ਹੁੰਦੀਆਂ, ਇਹ ਬੰਦੇ ਕਹਿ ਦਿੰਦੇ ਹੈ, ਬਸ ਯਕੀਨ ਨਾ ਵੱਜਿਆ। ਉਹ ਬੜੇ ਉਤਾਵਲੇ ਵੀ ਇਸ ਤਾਂ ਕਰਨਾ। ਚਲੋ ਉਹ ਤਾਂ ਰੁਕ ਗਿਆ। ਫਿਰ ਜਦੋਂ ਰਾਸ ਬਿਹਾਰੀ ਬੋਸ ਆਇਆ, ਉਹਨੇ ਆਉਂਦੇ ਨੇ, ਉਹ ਤੀਜੇ ਹਫ਼ਤੇ ਜਨਵਰੀ ਦੇ ਪਹੁੰਚਿਆ। ਉਹਨੇ ਆਉਂਦੇ ਨੇ ਪਹਿਲਾ ਏਜੰਡਾ ਇਹ ਲਾਇਆ ਵੀ ਬੰਬ ਆ ਜਾਣਗੇ, ਤੁਸੀਂ ਛੇਤੀ ਤੋਂ ਛੇਤੀ ਡਾਕਿਆਂ ਦਾ ਇੰਤਜ਼ਾਮ ਕਰੋ। ਇਹ ਹੁਣ ਪਹਿਲਾਂ ਹੀ ਤਿਆਰ ਬੈਠੇ ਸੀਗੇ ਬੰਦੇ ਕੁਛ, ਇਹਨਾਂ ਨੇ ਉਸੇ ਮੌਕੇ ਡਾਕਿਆਂ ਦਾ ਪ੍ਰੋਗਰਾਮ ਬਣਾ ਲਿਆ। ਸੋ ਇਹ ਦੇਖ ਲਾ ਵੀ ਉਹ ਜਨਵਰੀ ਦੇ ਤੀਜੇ ਹਫ਼ਤੇ ਆਇਆ, ਲਾਹੌਰ ਬਹਿ ਗਿਆ। ਇਹ ਸਨਿਆਲ ਉਹਨਾਂ ਨੂੰ ਦੱਸ ਗਿਆ ਸੀ ਵੀ ਤੁਸੀਂ ਨਾ ਕੋਈ ਕਮਰੇ ਲਓ, ਅੰਮ੍ਰਿਤਸਰ ਵੀ ਲਾਹੌਰ ਵੀ ਟਿਕਾਣੇ ਬਣਾਓ ਆਪਦੇ। ਇਹ ਮਿਲਦੇ ਸੀਗੇ ਕਦੇ ਉਹ ਸੂਏ ਤੇ, ਕਦੇ ਆਪਣੀ ਰੇਲਵੇ ਦੇ ਪੁਲ ਫਾਟਕ ਤੇ ਕਦੇ ਗੁਰਦੁਆਰਿਆਂ 'ਚ। ਉਹ ਕਹਿੰਦਾ ਵੀ ਇਹ ਸੇਫ ਨਹੀਂ, ਪੱਕੇ ਲਓ। ਉਹ ਫਿਰ ਇਹਨਾਂ ਨੇ ਬਸ ਦਿਨਾਂ ਦੇ ਵਿੱਚ ਹੀ 4-5 ਕਮਰੇ ਤਾਂ ਇਹਨਾਂ ਨੇ ਲੈ ਲਏ ਲਾਹੌਰ ਦੇ ਵਿੱਚ, ਤੇ ਬਾਕੀ ਇੱਥੇ ਅੰਮ੍ਰਿਤਸਰ 'ਚ। ਉੱਥੇ ਇੱਕ ਸੰਤ ਗੁਲਾਬ ਸਿੰਘ ਸੀ ਅੰਮ੍ਰਿਤਸਰ 'ਚ, ਉਹਦੀ ਧਰਮਸ਼ਾਲਾ ਸੀ, ਉਹਨੇ ਬਹੁਤ ਕੰਮ ਦਿੱਤਾ। ਸਨਿਆਲ ਉੱਥੇ ਹੀ ਰਿਹਾ ਬਹੁਤ ਦਿਨ, ਤੇ ਉਹ ਨਾਲ ਛਾਉਣੀਆਂ 'ਚ ਵੀ ਗਿਆ। ਇਸ ਤਰ੍ਹਾਂ ਦੇ ਬੰਦਿਆਂ ਨੇ ਕੰਮ ਦਿੱਤਾ। ਇੱਕ ਰਈਸ ਸੀਗਾ ਹਰਚੰਦ ਸਿੰਘ ਲਹਿਲਪੁਰ ਦਾ, ਉਹਨੂੰ ਜਦੋਂ ਵੀ ਇਹਨਾਂ ਨੇ ਲੋੜ ਪਈ ਪੈਸਾ ਜਾਂ ਹੋਰ, ਉਹ ਉਹਨਾਂ ਨੇ ਪੈਸਾ ਉਹਨੂੰ ਦਿੱਤਾ। ਸੋ ਇਸ ਕਰਕੇ ਉਹ ਤਾਂ ਚਲੋ ਚੱਲੀ ਗਿਆ, ਪਰ ਇਹਨੇ ਫਿਰ ਡਾਕਿਆਂ ਦਾ ਇੰਤਜ਼ਾਮ ਕਰ ਲਿਆ। ਬਸ ਜਦੋਂ ਉਹਨੇ ਕਿਹਾ ਕਿ ਰਾਸ ਬਿਹਾਰੀ ਬੋਸ ਨੇ, ਉਹ ਤੀਜੇ ਹਫ਼ਤੇ ਆਇਆ, ਮੇਰਾ ਖਿਆਲ ਕਿਤੇ 20 ਤਰੀਕ ਦੇ ਨੇੜੇ ਤੇੜੇ, ਅਗਲੇ ਦਿਨ ਹੀ ਦੁਆਬੀਆਂ ਨੇ ਬੰਤਾ ਸਿੰਘ ਸੰਘਵਾਲ, ਬਲਵੰਤ ਸਿੰਘ ਉਹਨਾਂ ਨੇ ਤੇ ਉਹਦੇ ਸਾਥੀਆਂ ਨੇ ਇੱਕੋ ਰਾਤ 'ਚ ਇੱਕ ਪਿੰਡ 'ਚ 6 ਦੁਕਾਨਾਂ ਲੁੱਟ ਲਈਆਂ। ਤੇ ਅਗਲੇ ਦਿਨ 5-6
ਸ਼ਾਹੂਕਾਰ ਲੁੱਟ ਲਏ ਉੱਥੇ ਪਿੰਡਾਂ ਦੇ। ਹੂੰ। ਸੋ ਉਹ ਉਹਨਾਂ ਨੇ ਬੜਾ, ਨਾ ਕਿਸੇ ਦਾ ਨੁਕਸਾਨ ਹੋਇਆ, ਨਾ ਕੋਈ ਚੂੰ ਹੋਈ, ਬੜਾ ਕਲੀਨ ਆਪਰੇਸ਼ਨ ਹੋ ਗਿਆ। ਇੱਧਰ ਫਿਰ ਸਰਾਭੇ ਨੇ ਕਮਾਨ ਸੰਭਾਲੀ ਵੀ ਅਸੀਂ ਲੁਧਿਆਣੇ 'ਚ ਕਰਦੇ ਹਾਂ ਜਾਂ ਉਸ ਇਲਾਕੇ 'ਚ। ਸੋ ਇਹ ਉੱਥੋਂ 21 ਨੂੰ ਮੀਟਿੰਗ ਕਰਕੇ ਉਹਦੇ ਨਾਲ, ਬੋਸ ਨਾਲ, 21 ਜਨਵਰੀ ਨੂੰ ਇਹ ਸਿੱਧਾ ਲੁਧਿਆਣੇ ਆਇਆ। ਇਹ ਇਸਲਾਮੀਆ ਸਕੂਲ ਦੇ ਵਿੱਚ ਇਹਨੇ ਹੈੱਡਕੁਆਟਰ ਬਣਾ ਲਿਆ ਸੀਗਾ। ਸੁੱਚਾ ਸਿੰਘ ਦਾ ਕਮਰਾ ਸੀ, ਉਹ ਉਦੋਂ ਪੜ੍ਹਦਾ ਸੀ, ਉਹ ਇਹਦੇ ਨਾਲ ਛੋਟਾ ਸੀ ਜੀ। ਉਸ ਕਮਰੇ 'ਚ ਇਹ ਰਹਿੰਦਾ ਸੀ ਨੌਰੰਗ ਸਿੰਘ ਦੇ ਨਾਂ ਤੇ ਉੱਥੇ ਫਿਰ ਇਹਦਾ ਹੈੱਡਕੁਆਟਰ ਉਹ ਸੀ। ਉੱਥੇ ਆਇਆ, ਉੱਥੇ ਆ ਕੇ ਇਹਨੇ ਬੰਦੇ ਇਕੱਠੇ ਕੀਤੇ ਤੇ ਵੀ ਆਹ ਗੱਲ ਆ, ਉਹਨਾਂ ਨੇ ਬਣਾ ਲਈ ਪ੍ਰੋਗਰਾਮ। ਸਭ ਤੋਂ ਪਹਿਲਾਂ ਡਾਕਾ ਇਹਨਾਂ ਨੇ ਸਾਹਨੇਵਾਲ ਮਾਰਿਆ। ਇਹ ਮਾਰਿਆ 23 ਤਰੀਕ ਨੂੰ। 21 ਨੂੰ ਮਿਲੇ ਤੇ 23 ਨੂੰ ਬਾ ਡਾਕਾ ਮਾਰ ਲਿਆ। ਤੇ ਉਸ ਦੇ ਉੱਤੇ ਸਰਾਭਾ ਜਦੋਂ ਚੱਲਿਆ ਇਸਲਾਮੀਆ ਸਕੂਲ 'ਚ, ਉਹਨੇ ਆਪਦਾ ਪਿਸਤੌਲ ਨਾਲੀ ਸਾਫ਼ ਕੀਤੀ, ਪਰ ਪੂਰਾ ਲੈਸ ਹੋ ਕੇ ਚੱਲੇ। ਉੱਥੇ ਸੀਗਾ ਸੇਠ ਕੋਈ ਵੱਡਾ, ਖੁਸ਼ੀ ਰਾਮ, ਉਹਦੇ ਕੋਲੋਂ ਲੁੱਟਣਾ ਸੀ। ਤੇ ਉਹਦੇ 'ਚ ਇਹ ਸੀ ਵੀ ਪੁਲਿਸ ਦਾ ਥਾਣਾ ਸੀ ਸਾਹਨੇਵਾਲ 'ਚ। ਤੇ ਉਸ ਤੋਂ ਬਚਾਅ ਕਰਨਾ ਸੀ ਉਹਦਾ। ਫਿਰ ਇਹ ਸੀ ਕਿ ਪੁਲਿਸ ਜਦੋਂ ਆਉਂਦੀ ਸੀ ਤਾਂ ਉਹ ਫਾਟਕ ਹੈ ਰੇਲਵੇ ਦਾ, ਉੱਥੋਂ ਦੀ ਲੰਘਣਾ ਪੈਣਾ ਸੀ। ਸਰਾਭਾ ਕਹਿੰਦਾ ਵੀ ਕੋਈ ਗੱਲ ਨਹੀਂ, ਮੈਂ ਤੇ ਇੱਕ ਦਲੀਪ ਸਿੰਘ ਸੀ ਸਟੂਡੈਂਟ, ਅਸੀਂ ਉੱਥੇ ਪਹਿਰਾ ਦਿੰਦੇ ਹਾਂ। ਜਦੋਂ ਵੀ ਪੁਲਿਸ ਜੇ ਕਿਤੇ ਆਉਂਦੀ ਦਿਸੀ, ਅਸੀਂ ਬੰਬ ਚਲਾ ਕੇ ਖੜਾਕ ਕਰ ਦਿਆਂਗੇ ਤੇ ਤੁਸੀਂ ਉੱਥੋਂ ਨਿਕਲ ਜਾਓ, ਬਸ ਇੰਨੀ ਗੱਲ ਹੈ। ਸੋ ਸਰਾਭਾ ਡਾਕੇ 'ਚ ਅੰਦਰ ਨਹੀਂ ਗਿਆ ਤੇ ਉਹਨਾਂ ਨੇ ਉੱਥੇ ਜਾ ਕੇ ਉਹ ਸ਼ਾਹੂਕਾਰ ਦਾ ਕੁੰਡਾ ਖੜਕਾਇਆ ਤੇ ਪਿੰਡ 'ਚੋਂ ਕਿਸੇ ਬੰਦੇ ਨੇ ਖਿੜਕੀ ਖੋਲ ਕੇ ਦੇਖ ਲਿਆ, ਉਹਨੇ ਰੌਲਾ ਪਾਤਾ। ਉਦੋਂ ਫਿਰ ਇਹ ਮਾਨਸਿਕਤਾ ਬਣਾਈ ਹੁੰਦੀ ਹੈ ਨਾ ਵੀ ਕੋਈ ਓਪਰਾ ਬੰਦਾ ਆਵੇ ਤੇ ਪਿੰਡ ਇਕੱਠਾ ਹੋ ਗਿਆ, ਰੌਲਾ ਵੀ ਡਾਕੂ ਆ ਗਏ ਜਾਂ ਗਲਤ ਬੰਦੇ ਆ ਗਏ। ਉੱਥੇ ਜੀ ਉਹ ਰੌਲਾ ਪੈ ਗਿਆ। ਖੈਰ ਉਹਨਾਂ ਨੇ ਫਿਰ ਵੀ ਉਹ ਕੁੰਡਾ ਜਿਹੜਾ ਸੀਗਾ ਉਹ ਖੁਲਾ ਲਿਆ, ਕੁੰਡਾ ਖੁਲਾ ਲਿਆ। ਤੇ ਉਹ ਜਿਹੜਾ ਸੇਠ ਸੀ ਉਹਦੇ ਕੋਲ ਪੈਸਾ ਬਹੁਤ ਜ਼ਿਆਦਾ ਸੀ। ਉਦੋਂ ਨਗਦੀ ਨਹੀਂ ਸੀ ਹੁੰਦੀ, ਚਾਂਦੀ ਤੇ ਸੋਨਾ ਹੁੰਦਾ। ਉਹ ਸੇਫ ਦੱਸਿਆ ਨਾ ਉਹਨੇ ਵੀ ਕਿੱਥੇ। ਇਹਨਾਂ ਨੇ ਬੜਾ ਕੁੱਟਿਆ, ਉਹ ਸੇਫ ਨਾ ਦੱਸੇ। ਫਿਰ ਬਰਿਆਮ ਸਿੰਘ ਸੀਗਾ, ਉਹਨੇ ਉਹਦੀ ਨਾ ਕੰਡ ਤੇ ਛੁਰੀ ਰੱਖ ਲਈ ਵੀ ਮੈਂ ਗਲ ਵੱਢ ਦੂੰਗਾ ਜੇ ਦੱਸ ਦੂੰ। ਉਹ ਫੇਰ ਵੀ ਨਾ ਦੱਸੇ। ਉਹ ਫਿਰ ਕੋਲ ਖੜੇ ਨੇ ਕਿਸੇ ਨੇ ਕਹਿਤਾ ਵੀ ਥੋੜੀ ਜਿਹੀ ਫੇਰ ਛੁਰੀ, ਇਹ ਛੁਰੀ ਫੇਰ ਲੱਗ ਗਿਆ, ਉਹ ਫੇਰ ਨਾ ਦੱਸੇ। ਅਲਟੀਮੇਟਲੀ ਜੀ ਮਰ ਗਿਆ, ਪਰ ਉਹਨੇ ਸੇਫ ਨਹੀਂ ਦੱਸੇ। ਅੱਛਾ। ਨਾ ਉਹਦੇ ਕਿਸੇ ਜਵਾਕ ਨੇ, ਨਾ ਧੀਮੀ ਨੇ। ਉਹਦੀ ਕੁੜੀ ਘਰੇ ਸੀਗੀ ਤੇ ਉਹਦੀ ਉਹ ਸੀਗੀ ਜਨਾਨੀ, ਉਹਨਾਂ ਨੇ ਵੀ ਨਾ ਦੱਸਿਆ। ਮਤਲਬ ਉੱਥੋਂ ਫਿਰ ਇਹ ਬੰਦਾ ਵੀ ਮਰ ਗਿਆ, ਪਿੰਡ 'ਚ ਰੌਲਾ ਪੈ ਗਿਆ, ਇੱਥੋਂ ਇਹਨੂੰ ਭੱਜਣਾ ਪੈ ਗਿਆ। ਮਤਲਬ ਪਹਿਲਾਂ ਹੀ ਡਾਕਾ ਟੋਟਲ ਫੇਲਰ, ਕੁਝ ਹੱਥ ਨਹੀਂ ਲੱਗਿਆ, ਕੁਛ ਵੀ ਨਹੀਂ ਹੱਥ ਲੱਗਿਆ, ਖਾਲੀ ਹੱਥ ਆ ਗਏ। ਸਰਾਭਾ ਤੋਂ ਉੱਥੋਂ ਫਿਰ ਸਿੱਧਾ ਇਸਲਾਮੀਆ ਸਕੂਲ 'ਚ ਫਿਰ ਆ ਗਿਆ, ਹੋਸਟਲ 'ਚ 2 ਦਿਨ ਉੱਥੇ ਰਿਹਾ। ਫਿਰ 23 ਤੋਂ ਬਾਅਦ ਇਹਨਾਂ ਨੇ 27 ਨੂੰ ਮਨਸੂਰਾਂ ਦੇ ਵਿੱਚ ਡਾਕਾ ਮਾਰਿਆ। ਉੱਥੇ ਵੀ ਉਹ ਸੇਠ ਸੀਗਾ, ਉੱਥੇ ਵੀ ਉਹੀ ਗੱਲ ਹੋਈ, ਲੋਕ ਇਕੱਠੇ ਹੋ ਗਏ। ਤੇ ਸਰਾਭੇ ਦੀ ਡਿਊਟੀ ਦੋਹਾਂ ਡਾਕਿਆਂ 'ਚ ਇਹ ਸੀ, ਇਹ ਅੰਦਰ ਨਹੀਂ ਸੀ ਜਾਂਦਾ, ਇਹ ਬਾਹਰ ਪਹਿਰਾ ਦਿੰਦਾ ਸੀ। ਇਹ ਮੇਹਰ ਸਿੰਘ ਬੰਦਿਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਕਿ ਜਦੋਂ ਡਾਕਾ ਮਾਰਨਾ, ਭਾਵੇਂ ਬੈਂਕ 'ਚ ਮਾਰਨਾ, ਭਾਵੇਂ ਸ਼ਾਹੂਕਾਰ ਤੇ, ਉਦੋਂ ਅੰਦਰ ਦੀ ਸਥਿਤੀ ਤਾਂ ਤੁਹਾਨੂੰ ਪਹਿਲਾਂ ਪਤਾ ਜੀ, ਸਭ ਕੁਛ। ਬਾਹਰ ਕੀ ਵਾਪਰ ਜੂ, ਕਦੋਂ ਕੀ ਹਾਲਾਤ ਬਣੂ, ਇਹ ਬਹੁਤ ਅਨਸਰਟਨ ਹੈ। ਉੱਥੇ ਬੰਦਾ ਬਹੁਤ ਮਾਹਰ ਚਾਹੀਦਾ। ਹਾਂ। ਸੋ ਜਿਹੜਾ ਲੁਧਿਆਣਾ ਡਾਕਾ ਹੀ ਮਾਰਿਆ ਨਾ ਖਾੜਕੂਆਂ ਨੇ, ਉਹਦੇ 'ਚ ਫਿਰ ਜਿੰਦਾ ਸੀ ਬਾਹਰ, ਉੱਥੇ ਬੰਦਾ ਸਿਰੇ ਦਾ ਹੀ ਚਾਹੀਦਾ। ਇੱਥੇ ਸਰਾਭਾ ਮਨਸੂਰਾਂ 'ਚ ਫਿਰ ਉਹੀ ਗੱਲ ਹੋਈ, ਰੌਲਾ ਪੈ ਗਿਆ, ਲੋਕਾਂ ਨੇ ਮਤਲਬ ਇਕੱਠੇ ਹੋ ਗਏ ਤੇ ਇਹਨੇ ਉਹਨਾਂ ਨੂੰ ਨਾ ਐਡਰੈਸ ਕੀਤਾ ਵੀ ਅਸੀਂ ਕੋਈ ਚੋਰ ਡਾਕੂ ਨਹੀਂ, ਅਸੀਂ ਦੇਸ਼ ਭਗਤ ਹਾਂ, ਸਾਡਾ ਆਹ ਕੰਮ ਹੈ। ਪਰ ਲੋਕ ਕੀ ਸੁਣਦੇ ਨੇ ਉਸ ਮੌਕੇ, ਉਹ ਕਰਾਊਡ ਮੈਂਟੈਲਿਟੀ। ਇੱਕ ਬਾਣੀਆ ਲਾਲਟਣ ਲੈ ਕੇ ਇਹਦੇ ਵੱਲ ਨੂੰ ਆਇਆ, ਸਰਾਭੇ ਵੱਲ ਨੂੰ। ਹਾਂ, ਸਰਾਭੇ ਵੱਲ ਨੂੰ। ਸਰਾਭੇ ਨੇ ਮਤਲਬ ਹਵਾ 'ਚ ਗੋਲੀ ਚਲਾਈ, ਉਹ ਤਾਂ ਭੱਜ ਗਿਆ ਤੇ ਹੋਰ ਲੋਕ ਆ ਗਏ ਤੇ ਇਹਨੂੰ ਫਿਰ ਬੰਬ ਸੁੱਟਣਾ ਪਿਆ। ਬੰਬ ਨਾਲ ਕੁਛ ਬੰਦੇ ਜ਼ਖਮੀ ਕੀਤੇ। ਚਲੋ ਉੱਥੋਂ ਪੈਸਾ ਤਾਂ ਲੁੱਟ ਲਿਆਏ। ਪੈਸਾ ਲੁੱਟਣ ਤੋਂ ਬਾਅਦ ਇਹਨਾਂ ਨੇ ਅਸਲ 'ਚ ਗਲਤੀ ਕੀ ਕੀਤੀ ਨਾ, ਵੀ ਉਹਦੇ ਹੋਰ ਵੀ ਬੰਦੇ ਦਾ, ਉਹਦੇ ਚਾਚੇ, ਉਹਦੇ ਭਰਾ ਦਾ ਦੀ ਦੁਕਾਨ ਵੀ ਲੁੱਟ ਲਈ ਉਸੇ ਦਿਨ ਹੀ। ਉਹ ਚੱਕਰ ਦੇ ਵਿੱਚ ਇਹ ਉੱਥੇ ਉਲਝ ਗਏ। ਚਲੋ ਫਿਰ ਵੀ ਇਹਨਾਂ ਦੇ ਕਾਫੀ ਹੱਥ ਲੱਗ ਗਿਆ।
ਤੇ ਅਖੀਰ ਬੰਦੇ ਦਾ ਨੁਕਸਾਨ ਤਾਂ ਨਹੀਂ ਹੋਇਆ? ਬੰਦੇ ਦਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ। ਉਹ ਸਰਾਬੇ ਦੇ ਅਲਰਟ ਹੋਣ ਕਰਕੇ ਨਾ ਉਹ ਉਹਨਾਂ ਨੇ ਹੈਂਡਲ ਕਰ ਲਿਆ। ਸਰਾਬੇ ਨੂੰ ਇਹ ਸੀ ਵੀ ਪਹਿਲੀ ਗੱਲ ਸਪੀਚ ਦੇ ਕੇ ਉਹ ਕੋਸ਼ਿਸ਼ ਕਰਦਾ ਸੀ ਵੀ ਇਹਨਾਂ ਨੂੰ ਸਮਝਾ ਲਿਆ ਮੈਂ ਸ਼ਾਂਤ ਕਰ ਲਵਾਂ ਹਨਾ, ਪਰ ਕਿੱਥੇ ਉਦੋਂ ਭੂਤਰੇ ਹੁੰਦੇ ਆ ਬੰਦੇ ਤੇ ਨਹੀਂ ਹੁੰਦਾ। ਚਲੋ ਸੋ ਇਹ ਫਿਰ ਉਹਨੇ 2 ਡਾਕੇ ਉੱਪਰੋਂ ਥਲੀ ਮਾਰੇ। ਸਰਾਬਾ ਤਾਂ ਉਹ ਫਿਰ 27 ਵਾਲਾ ਮਾਲ ਲੈ ਕੇ ਸਾਰਾ ਸਿੱਧਾ ਅੰਮ੍ਰਿਤਸਰ ਗਿਆ। ਉੱਥੋਂ ਉਹਨੇ ਜਾ ਕੇ ਮਤਲਬ ਸੁਨਿਆਰ ਤੋਂ ਉਹ ਪਿਘਲਾਇਆ ਤੇ ਉਹਦਾ ਜੋ ਕੁਛ ਵੀ ਸੀਗਾ ਮਿਲਿਆ ਉਹ ਜਾ ਕੇ ਰਾਸ ਬਿਹਾਰੀ ਬੋਸ ਦੇ ਹਵਾਲੇ ਕਰ, ਆਪਦੇ ਕੋਲ ਕੁਛ ਨਹੀਂ ਰੱਖਿਆ। ਉਹ ਮੰਗੀ ਜਾਂਦੇ ਸੀ ਬਹੁਤ। ਹਥਿਆਰਾਂ ਦੀ ਗੱਲ ਕਰੀ ਫਿਰ? ਉਹ ਤਾਂ ਸੀਗਾ ਹੀ। ਉਹ ਕਹਿੰਦਾ ਜਦੋਂ ਪੈਸੇ ਇਹ ਜਾਣਗੇ ਤੇ ਇੱਥੇ ਹਥਿਆਰ ਆ ਜਾਣਗੇ। ਚਲੋ ਜੀ, ਤੀਜਾ ਫਿਰ ਇਹਨਾਂ ਨੇ ਮਾਰਿਆ ਉੱਥੇ ਝਨੇਰ। ਉਸ ਤੋਂ ਬਾਅਦ ਵੀ? ਹਾਂ, ਉਹ ਕੁਛ ਦਿਨ ਠਹਿਰ ਕੇ ਝਨੇਰ ਤੇ ਇੱਕ ਰੱਬੋਂ ਉੱਚੀ, ਇੱਕੋ ਰਾਤ ਨੂੰ ਇਹ 2 ਡਾਕੇ ਉਹਨਾਂ ਨੇ ਮਾਰ ਲਏ ਉੱਥੇ। ਉਹ ਦੋਹਾਂ ਚੋਂ ਵੀ ਉਹਨਾਂ ਨੂੰ ਮਾਲ ਬਹੁਤ ਮਿਲ ਗਿਆ। ਰੱਬੋਂ ਸ਼ਾਰਦੀ ਸ਼ਾਹੂਕਾਰ ਨਹੀਂ ਸੀ, ਰੱਬੋਂ ਉੱਚੀ ਉਹ ਉੱਥੇ ਉਹਨਾਂ ਨੇ ਉਹ ਕੀਤੀ। ਚਲੋ ਇਹ ਡਾਕੇ ਉਹਨਾਂ ਦੇ ਠੀਕ ਰਹੇ। ਕੋਈ ਬੰਦਾ ਫੜਿਆ ਗਿਆ ਇਹਨਾਂ ਦੇ ਨਾਲ ਦਾ? ਨਾ, ਉੱਥੇ ਕੋਈ ਨਹੀਂ ਫੜਿਆ ਗਿਆ। ਇੱਧਰ ਬੰਦਾ ਫੜਿਆ ਕੋਈ ਨਹੀਂ ਗਿਆ। ਮਤਲਬ ਉਹ ਇੱਕ ਡਾਕੇ 'ਚ ਹੀ ਗੜਬੜ ਇਹ ਹੋ ਗਈ। ਇੱਕ ਜ਼ਿਕਰ ਹੁੰਦਾ ਕਿ ਕਿਸੇ ਲੋਹਾਰ ਨੂੰ ਨਾਲ ਲੈ ਗਏ ਸੀਗੇ, ਉਹ ਫਿਰ ਚੱਬੇ ਦਾ ਡਾਕਾ। ਉਹ ਅੰਮ੍ਰਿਤਸਰ ਦੇ ਵਿੱਚ ਉਹ 2 ਤੇ 3 ਫਰਵਰੀ ਦੀ ਰਾਤ ਨੂੰ ਚੱਬੇ ਦੇ ਵਿੱਚ ਇਸ ਡਾਕੇ ਚੋਂ ਵੀ ਜਿਹੜੇ ਕੁਛ ਚੋਟੀ ਦੇ ਬੰਦੇ ਸੀ ਉਹ ਫਿਰ ਉਧਰ ਅੰਮ੍ਰਿਤਸਰ ਪਹੁੰਚੇ। ਉਹ ਪਤਾ ਸੀ ਉਹ ਸੇਠ ਬਹੁਤ ਵੱਡਾ, ਉਹ ਤੋਂ ਮਾਲ ਬਹੁਤ ਮਿਲਣਾ। ਉਹ ਫਿਰ ਉਹ ਕਰਨ ਚਲੇ ਗਏ। 3-4 ਇਹਨਾਂ ਚੋਂ ਮੇਨ ਖਿਡਾਰੀ। ਜੀ। ਉਹ ਚੱਬੇ ਦਾ ਡਾਕਾ ਜਿਹੜਾ ਉਹਨੇ ਸਾਰੀ ਕਿਸਮਤ ਡੋਬੀ ਲਹਿਰ ਦੀ। ਉਹਦੇ 'ਚ ਇਹ ਹੋਇਆ ਕਿ ਇਹ ਨਾਲ ਅੰਮ੍ਰਿਤਸਰ ਦੇ ਨੇੜੇ ਹੀ ਹੈ, ਚੱਬਾ ਤੁਰ ਕੇ ਗਏ। ਜੀ। ਉੱਥੇ ਲੋਹਾਰ ਸੀਗਾ ਕਾਲਾ ਸਿੰਘ, ਵੀ ਸੇਫ ਕਈ ਵਾਰ ਦੱਸਦਾ ਨਹੀਂ ਸੇਠ, ਚਾਬੀ ਨਹੀਂ ਦਿੰਦਾ। ਉਹ ਫਿਰ ਤੋੜਨਾ ਪੈਂਦਾ। ਉਹ ਲੋਹਾਰ ਨੂੰ ਤਾਂ ਨਾਲ ਲੈ ਕੇ ਗਏ ਤੋੜਨ ਦੇ ਲਈ। ਹਾਂ, ਉੱਥੇ ਨਾਲ ਹੀ ਪਿੰਡ ਹੈ ਗਿੱਲਵਾਲੀ। ਉੱਥੋਂ ਦੇ ਬੰਦੇ ਸੀ 2, ਇੱਕ ਸੁਰੈਣ ਸਿੰਘ ਵੱਡਾ, ਇੱਕ ਛੋਟਾ, ਇੱਕ ਬਖਸ਼ੀਸ਼ ਸਿੰਘ। ਉਹਨਾਂ 'ਚੋਂ ਕੁਝ ਬੰਦਿਆਂ ਦੇ ਆਪਦੇ ਇੰਟਰਸਟ ਸੀ ਵੀ ਉਹਨਾਂ ਦਾ ਕਰਜ਼ਾ ਬਹੁਤ ਸੀਗਾ। ਉਹਨੂੰ ਐਂ ਸੀ ਵੀ ਚੱਲ ਆਪਾਂ ਉੱਥੇ ਉਹਦੇ ਬਈਆਂ ਖਾਤੇ ਸਾੜ ਕੇ ਆਵਾਂਗੇ ਤੇ ਇਹਦਾ ਫਸਤਾ ਵੱਢਿਆ ਜਾਊਗਾ। ਉੱਥੇ ਗਏ ਤੇ ਉਹਨਾਂ ਨੇ ਦਰਵਾਜ਼ਾ ਹੀ ਨਾ ਖੋਲ੍ਹਿਆ। ਰੌਲਾ ਪਾਉਣ ਲੱਗ ਗਏ ਤੇ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ। ਚਲੋ ਲੋਹਾਰ ਨਾਲ ਸੀ, ਲੋਹਾਰ ਨੇ ਦਰਵਾਜ਼ਾ ਤੋੜ ਲਿਆ। ਅੰਦਰ ਚਲੇ ਗਏ। ਅੰਦਰ ਜਾ ਕੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਵੀ ਦੱਸ ਸੇਫ ਕਿੱਥੇ। ਉਹਨੇ ਦੱਸਿਆ। ਉਹ ਵੀ ਮਤਲਬ ਕੁੱਟੀ ਗਏ, ਬੇਹੋਸ਼ ਹੋ ਗਿਆ, ਪਰ ਉਹਨੇ ਸੇਫ ਨਹੀਂ ਦੱਸਿਆ। ਚਾਬੀਆਂ ਨਹੀਂ ਦਿੱਤੀ। ਸੇਫ ਤਾਂ ਪਤਾ ਸੀਗਾ, ਸੇਫ ਤਾਂ ਕੱਢ ਲਿਆ, ਚਾਬੀਆਂ ਨਾ ਦਿੱਤੀ। ਫਿਰ ਉਹੀ ਲੋਹਾਰ ਨੇ ਸੇਫ ਤੋੜਿਆ। ਫਿਰ ਸੱਬਲਾਂ ਨਾਲ ਇਹਨਾਂ ਨੇ ਪੇਟੀਆਂ ਤੇ ਸੰਦੂਕ ਭੰਨੇ। ਉੱਥੋਂ ਬਹੁਤ ਮਾਲ ਤਾਂ ਬਹੁਤ ਹੱਥ ਲੱਗ ਗਿਆ, ਪਰ ਨੁਕਸਾਨ ਉੱਥੇ ਬੜਾ ਹੋਇਆ। ਨੁਕਸਾਨ ਇਹ ਹੋਇਆ ਵੀ ਲੋਕ ਇਕੱਠੇ ਹੋ ਗਏ ਤੇ ਇਹਨਾਂ ਨੇ ਮਤਲਬ ਗੋਲੀ ਚਲਾਈ, ਪਰ ਲੋਕ ਪਿੱਛੇ ਨਾ ਹਟਣ, ਲੋਕ ਅੱਗੇ ਨੂੰ ਵਧੀ ਜਾਣ। ਤੇ ਉੱਥੇ ਫਿਰ ਉਹ ਇੱਕ ਸੀਗਾ ਬਰਿਆਮ ਸਿੰਘ, ਉਹਨੂੰ ਅਮਲੀ ਵੀ ਕਹਿੰਦੇ ਹੁੰਦੇ ਸੀ। ਉਹਨੇ ਦੇਖਿਆ ਹੈ ਇੱਕ ਜਵਾਕ ਚਵਾਰੇ 'ਚ ਬੈਠਾ ਰੋਈ ਜਾਂਦਾ ਬਹੁਤ ਉੱਚੀ, ਉਹਦਾ ਮੁੰਡਾ ਸੇਠ ਦਾ, ਵੀ ਮੈਂ ਉਹਨੂੰ ਚੁੱਪ ਕਰਵਾ ਕੇ ਆਉਣਾ। ਉਹ ਉੱਪਰ ਗਿਆ। ਉਹਨੇ ਉੱਥੇ ਨਾ ਕੁੰਡਾ ਖੋਲ੍ਹਿਆ। ਉਹ ਚਲੋ ਭੰਨ ਕੇ ਹੇਠਾਂ ਉਤਰਨ ਲੱਗਿਆ ਕਾਹਲੀ 'ਚ, ਕਿਉਂਕਿ ਲੋਕ ਇਕੱਠੇ ਹੋ ਗਏ। ਉਹ ਪੌੜੀਆਂ 'ਚੋਂ ਤਿਲਕ ਗਿਆ, ਥੱਲੇ ਡਿੱਗ ਪਿਆ। ਉਹਦੀ ਜੇਬ ਸੀਗਾ ਜੇਬ 'ਚ ਬੰਬ। ਉਹ ਚੱਲ ਗਿਆ। ਉਹ ਤਾਂ ਉੱਥੇ ਹੀ ਚਲਾਣਾ ਕਰ। ਇੱਕ ਰਾਮ ਰੱਖਾ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਹਨਾ, ਪੰਡਤ ਰਾਮ ਰੱਖਾ। ਉਹਨੇ ਲੋਕ ਆ ਗਏ ਉੱਤੇ ਚੜ੍ਹ ਕੇ, ਉਹਨੇ ਬੰਬ ਸੁੱਟਤਾ। ਬੰਬ ਕੰਧ 'ਚ ਵੱਜ ਕੇ ਉਹਦੇ ਪੈਰਾਂ 'ਚ ਆ ਗਿਆ। ਉਹ ਚੱਲ ਗਿਆ ਤੇ ਉਹਦੇ ਦੋਵੇਂ ਹੱਥ ਉੱਡ ਗਏ, ਬਾਹਾਂ। ਉਹ ਜ਼ਖਮੀ ਹੋ ਗਿਆ। ਉਹਨੂੰ ਚੁੱਕਿਆ ਤੇ ਉਹ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਉਹ ਤਾਂ ਉੱਥੇ ਹੀ ਰਹਿ ਗਿਆ, ਬਰਿਆਮ ਸਿੰਘ ਆਮਲੀ ਤਾਂ ਵਿਚਾਰਾ। ਤੇ ਇਹ ਫਿਰ ਉਹਨੂੰ ਚੁੱਕ ਕੇ ਆਏ। ਇਹਨੇ ਨੂੰ ਲੋਕ ਉੱਤੇ ਆ ਗਏ। ਉਹਨਾਂ ਨੇ ਮਤਲਬ ਉਹਨੂੰ ਜੱਫਾ ਪਾ ਲਿਆ ਰਾਮ ਰੱਖਾ ਨੂੰ। ਉਹ ਫਿਰ ਪ੍ਰੇਮ ਸਿੰਘ ਸੁਰ ਸਿੰਘ ਜੀ ਨੇ ਜਾ ਕੇ ਗੋਲੀ ਚਲਾਈ, ਉਹਨਾਂ ਨੂੰ ਉੱਥੋਂ ਛਡਾਇਆ। ਉਹਨੇ ਨੇ ਗੋਲੀ ਚਲਾਈ, ਉਹਨੂੰ ਆ ਪਏ। ਮਤਲਬ ਐਂ ਕਰਦੇ ਕਰਾਉਂਦੇ ਕਾਲਾ ਸਿੰਘ ਉਹ ਜਿਹੜਾ ਸੀਗਾ ਲੋਹਾਰ, ਉਹ ਫੜਿਆ ਗਿਆ।
ਉਹ ਲੋਕਾਂ ਦੇ ਹੱਥ ਆ ਗਿਆ। ਉਹ ਲੋਕਾਂ ਦੇ ਹੱਥ ਆ ਗਿਆ, ਉਹਨੂੰ ਨਾ ਹੀ ਛਡਾ ਸਕੇ। ਤੇ ਰਾਮ ਰੱਖਾ ਨੂੰ ਤਾਂ ਜ਼ਖਮੀ ਹਾਲਤ 'ਚ ਹੀ ਚੁੱਕ ਕੇ, ਪਰ ਉਹ ਰਸਤੇ 'ਚ ਹੀ ਥੋੜੀ ਦੂਰ ਜਾ ਕੇ ਪੂਰਾ ਹੋ ਗਿਆ। ਸ਼ਹੀਦ ਹੋ ਉਹਦਾ ਫਿਰ ਉੱਥੇ ਹੀ ਉਹਨਾਂ ਨੇ ਸੰਸਕਾਰ ਕੀਤਾ। ਤੇ ਚਲੋ ਇਸ ਤਰ੍ਹਾਂ ਮਤਲਬ ਸਮਾਨ ਤਾਂ ਬਹੁਤ ਲਿਆਏ, ਪਰ ਉਹ ਨੁਕਸਾਨ ਹੋ ਗਿਆ ਵੀ ਉਹ ਜਦੋਂ ਲੋਹਾਰ ਫੜਿਆ ਗਿਆ ਉਹ ਤੋਂ ਫਿਰ ਸਾਰੀ ਕਹਾਣੀ ਉੱਧੜ ਗਈ। ਬੰਦੇ ਕੌਣ ਸੀ ਉਹ ਪਤਾ ਲੱਗ ਗਿਆ ਵੀ ਗਿੱਲ ਵਾਲੀ ਪਿੰਡ ਦੇ ਬੰਦੇ ਸੀ। ਉਹ ਬੰਦੇ ਕੌਣ, ਉਹਨਾਂ 'ਚੋਂ ਇੱਕ ਬਾਹਰੋਂ ਆਇਆ ਹੋਇਆ ਹੈ। ਉਹ ਪਰਤਾਂ ਖੁੱਲਦੀਆਂ ਉਹ ਹਾਂ ਫਿਰ ਪਰਤ ਖੁੱਲ ਗਈ ਵੀ ਇਹ ਤਾਂ ਬੰਦੇ ਬਾਹਰਲਿਆਂ ਦਾ ਕੰਮ ਹੈ। ਫਿਰ ਕੁਝ ਪਿਛਲੀਆਂ ਗੱਲਾਂ ਮਿਸਰੀ ਵਾਲੇ ਦੇ ਪੁੱਲ ਦੀਆਂ ਉਹ ਫਿਰ ਸਾਰੀਆਂ ਜੁੜ ਜਾਂਦੇ ਧਾਗੇ, ਹਨਾ, ਤੰਦਾਂ। ਫਿਰ ਗੱਲ ਖਰਾਬ ਹੋ ਗਈ। ਫਿਰ ਪੁਲਿਸ ਨੂੰ ਲੱਗ ਗਿਆ ਵੀ ਇਹ ਤਾਂ ਕੋਈ ਵੱਡਾ ਚੱਕਰ ਹੈ ਇਹਨਾਂ ਦਾ। ਫਿਰ ਉਹਨਾਂ ਨੇ ਕੀ ਕੀਤਾ ਵੀ ਹੁਣ ਅੰਦਰ ਕੋਈ ਮੁਖਬਰ ਵਾੜੀ ਤਾਂ ਗੱਲ ਬਣੀ। ਤੂੰ ਦੇਖ ਉੱਥੇ ਸੀਗਾ ਮਤਲਬ ਡੀਐਸਪੀ ਲਿਆਕਤ ਖਾਨ। ਉਦੋਂ ਜਿਹੜੇ ਪੁਲਿਸ ਅਫਸਰ ਸੀ ਨਾ ਉਹ ਮੋਸਟਲੀ ਮੁਸਲਮਾਨ ਸੀ। ਜੀ ਜੀ। ਉਸ ਦੇ ਮਤਲਬ ਇਲਾਕੇ ਦਾ ਜਿਹੜਾ ਜੈਲਦਾਰ ਹੈ ਬੇਲਾ ਸਿੰਘ, ਉਹਨੂੰ ਬੁਲਾ ਲਿਆ ਵੀ ਮਿੱਤਰਾ ਕੰਮ ਕਰ। ਉਹ ਕਹਿੰਦਾ ਕੋਈ ਨਹੀਂ, ਬੰਦਾ ਲੱਭ ਲੈਂਦੇ ਆ ਕੋਈ। ਬੜੇ ਇਹ ਘਤਿੱਤੀ ਹੁੰਦੇ ਨੇ, ਇਹੋ ਜਿਹਾ ਮਾਈਂਡ ਬੜਾ ਚੱਲਦਾ ਹੈ ਜੈਲ, ਜਦੋਂ ਕੰਮ ਹੀ ਇਹ ਹੈ। ਉਹਨੇ ਬੰਦਾ ਇੱਕ ਲੱਭ ਲਿਆ, ਕਿਰਪਾਲ ਸਿੰਘ। ਉਹਦਾ ਪਿੰਡ ਉੱਥੇ ਅੰਮ੍ਰਿਤਸਰ ਦੇ ਨੇੜੇ ਮਾਦੋ ਕੇ ਬੈਰਾੜ, ਬਰਾੜ ਨਹੀਂ ਬੈਰਾੜ, ਹਾਂ, ਉੱਥੋਂ ਦਾ ਸੀਗਾ। ਤੇ ਉਹ ਸ਼ੰਘਈ ਤੋਂ ਆਇਆ ਸੀ। ਇਹ ਬੇਲਾ ਸਿੰਘ ਕਿੱਥੋਂ ਆਇਆ ਜੀ? ਬੇਲਾ ਸਿੰਘ ਦਾ ਪਿੰਡ ਪਤਾ ਨਹੀਂ, ਉੱਥੇ ਮਤਲਬ ਅੰਮ੍ਰਿਤਸਰ ਦੇ ਨੇੜੇ ਹੀ ਸੀ। ਇੱਕ ਬੇਲਾ ਸਿੰਘ ਦਾ ਜ਼ਿਕਰ ਕੰਮ ਘੱਟ ਮਰ ਜੂ ਜਾਂਦਾ, ਉਹਨੂੰ ਉਹ ਹੋਰ ਹੈ, ਉਹ ਹੋਰ ਹੈ, ਉਹ ਹੋਰ ਹੈ। ਠੀਕ। ਇਹ ਤਾਂ ਜੈਲਦਾਰ ਸੀ। ਸੋ ਉਹ ਬੰਦਾ ਉਹਨੇ ਲੱਭ ਲਿਆ ਵੀ ਸ਼ੰਘਾਈ ਤੋਂ ਆਇਆ, ਜਾਣ ਪਛਾਣ ਹੈਗੀ, ਇਹਨੂੰ ਵਿੱਚ ਵਾੜੀਏ। ਉਹ ਤਿਆਰ ਹੋ ਗਿਆ ਬੇਈਮਾਨ। ਸੋ ਉਹਨੇ ਫਿਰ ਲੱਗਦਾ ਵੀ ਸ਼ੰਘਾਈ ਤੋਂ ਮੇਰੇ ਨਾਲ ਬਲਵੰਤ ਸਿੰਘ ਆਇਆ ਸੀ, ਉਹ 23ਵੇਂ ਸਾਲੇ 'ਚ ਭਰਤੀ ਹੋਇਆ। ਸਾਲਾ ਬਿਲਕੁਲ ਹੀ ਉੱਥੇ ਹੱਥ ਜਾ ਪਾਇਆ। ਉਹ ਉਹਨੂੰ ਮਿਲਿਆ, ਉਹ ਕਹਿੰਦਾ ਮੈਂ ਵੀ ਯਾਰ ਇਸ ਕੰਮ 'ਚ ਸ਼ਾਮਲ ਹੋਣਾ ਚਾਹੁੰਦਾ। ਉਹਨੇ ਯਕੀਨ ਕਰ ਲਿਆ ਤੇ ਚਲੋ ਕਰਦਾ ਕਰਾਉਂਦਾ ਜੀ ਉਹ ਅੰਦਰ ਵੜ ਗਿਆ। ਅੰਦਰ ਵੜ ਗਿਆ। ਬੰਦਿਆਂ ਨੇ ਫਿਰ ਜਿਵੇਂ ਕੁਝ ਗਲਤੀਆਂ ਹੁੰਦੀਆਂ ਹਰ ਲਹਿਰ 'ਚ ਹੀ ਹੁੰਦੀਆਂ, ਕੁਤਾਹੀਆਂ ਹੁੰਦੀਆਂ ਬੰਦਿਆਂ ਤੋਂ ਨਾ, ਉਹਨਾਂ ਖਿਆਲ ਨਹੀਂ ਰੱਖਿਆ ਜਾਂਦਾ। ਉਹਨੂੰ ਉੱਥੇ ਮੋਚੀ ਵਾਲੇ ਗੇਟ ਤੇ ਇੱਕ ਇਹਨਾਂ ਦਾ ਕਮਰਾ ਸੀ ਜਿੱਥੇ ਸਾਰੀਆਂ ਮੀਟਿੰਗਾਂ ਉੱਥੇ ਹੁੰਦੀਆਂ ਸੀ। ਉਹ ਕਮਰੇ ਦਾ ਪਤਾ ਲੱਗ ਗਿਆ ਐਵੇਂ ਇੱਕ ਬੰਦੇ ਤੋਂ, ਕਿਰਪਾਲ ਸਿੰਘ। ਹਾਂ, ਉਹਨੂੰ ਦੱਸਣ ਦੀ ਲੋੜ ਨਹੀਂ ਸੀ, ਪਰ ਜਿਵੇਂ ਹੁੰਦਾ ਵੀ ਚੱਲ ਗੱਲਾਂ ਬਾਤਾਂ ਪਤਾ ਲੱਗ, ਉਹਨੇ ਆਪ ਜਾਣਾ ਸੀ। ਕਹਿੰਦਾ ਆ ਜਾ। ਉੱਥੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਤਾਂ ਇਹਨਾਂ ਦੀ ਮੀਟਿੰਗ ਪੁਆਇੰਟ ਹੈ। ਉਹਨੇ ਉੱਥੇ ਫਿਰ ਨਿਗਾਹ ਰੱਖਣੀ ਸ਼ੁਰੂ ਕਰਤੀ ਵੀ ਬੰਦੇ ਫੜਾਵਾਂ ਮੈਂ। ਬਸ ਉੱਥੋਂ ਫਿਰ ਕਹਾਣੀ ਵਿਗੜ ਗਈ। ਤੇ ਜਿਹੜੇ ਬੰਦੇ ਰਾਹੀਂ ਨੂੰ ਆਪਰੇਟ ਕਰਨਾ ਸੀਗਾ ਮੂਲਾ ਸਿੰਘ, ਜਿਹਨੂੰ ਸਾਰੇ ਕਮਰਿਆਂ ਦਾ ਅੰਮ੍ਰਿਤਸਰ ਵੀ ਤੇ ਇੰਚਾਰਜ ਸੀ ਉਹ ਲਾਹੌਰ ਤੇ ਅੰਮ੍ਰਿਤਸਰ ਦੇ, ਉਹ ਕਿਤੇ ਫੜਿਆ ਗਿਆ 12-13 ਤਰੀਕ ਨੂੰ। ਇਹਨਾਂ ਦੀ ਉੱਥੇ 12 ਦੀ ਮੀਟਿੰਗ ਸੀ, ਬੜੀ ਮਹੱਤਵਪੂਰਨ, ਸਰਾਬੇ ਹੋਰਿਆਂ ਦੀ। ਇਹ ਤਾਂ ਮੀਟਿੰਗ ਕਰਕੇ ਨਿਕਲ ਗਏ, ਉਹ ਕਿਤੇ ਬਾਅਦ 'ਚ ਆਇਆ। ਉਹਨੇ ਦੇਖਿਆ ਵੀ ਅੰਦਰ ਬੰਦੇ ਬੜੇ ਬੈਠੇ ਨੇ, ਅੰਦਰ ਨਾ ਗਿਆ, ਇਹ ਬਾਹਰ ਨੇ। ਉੱਥੋਂ ਹੀ ਮੁੜ ਗਿਆ ਕਿਰਪਾਲ ਸਿੰਘ। ਇਹਨੇ ਉੱਥੋਂ ਹੀ ਮੁੜ ਕੇ ਸਿੱਧਾ ਗਿਆ ਇਹ ਡਾਕਖਾਨੇ। ਉਦੋਂ ਸਿਸਟਮ ਤਾਰ ਤੋਂ ਬਿਨਾਂ ਇਹਨੇ ਤਾਰ ਦੇਤੀ ਤੇ ਇਹਨੂੰ ਵਾੜਿਆ ਸੀਗਾ ਲਿਆਕਤ, ਜਿਹੜਾ ਹਯਾਤ ਖਾਨ ਸੀ, ਉਹ ਅੰਮ੍ਰਿਤਸਰ ਦਾ ਡੀਐਸਪੀ ਸੀ। ਲਾਹੌਰ ਵਾਲਿਆਂ ਨਾਲ ਕੋਈ ਸੰਬੰਧ ਨਹੀਂ। ਇਹਨੇ ਉਹਨੂੰ ਜਾ ਕੇ ਤਾਰ ਦੇਤੀ ਵੀ ਸ਼ਾਮ ਤੱਕ ਪਹੁੰਚ ਜਾ। ਤੇ ਉਦੋਂ ਆਉਂਦੇ ਗੱਡੀ ਤੇ ਹੁੰਦੇ ਸੀ। ਸੋ ਇਹ ਉੱਥੋਂ ਮਤਲਬ ਉਹ ਆ ਨਾ ਸਕੇ, ਉੱਧਰ 12 ਨੂੰ ਨਾ ਆ ਸਕੇ, ਬਚਾਅ ਹੋ ਗਿਆ। ਅੱਛਾ, ਉਹਨੂੰ ਗਾਦਰੀਆਂ ਨੂੰ ਕੋਈ ਪਤਾ ਨਾ। ਉਹਨਾਂ ਨੇ ਤਰੀਕ ਰੱਖ ਲਈ ਸੀ 21 ਦੀ ਜੀ ਗਦਰ ਦੇ। ਹਾਂ, ਉਹ ਫਿਰ ਉਹਨੇ ਆ ਕੇ ਮਤਲਬ 13 ਨੂੰ, ਉਹ ਕਹਿੰਦਾ ਚਲੋ 13 ਨੂੰ ਆਉਣਗੇ ਉਹ ਸਟੇਸ਼ਨ ਤੇ। 13 ਨੂੰ ਇਹਦੀ ਡਿਊਟੀ ਲੱਗੀ ਵੀ ਤੂੰ ਇੱਥੇ ਨਾ ਮਦਨ ਲਾਲ ਗਾਗਾ ਹੈ, ਉਹਦੀ ਦੁਕਾਨ ਸੀ ਦਰਜੀ ਦੀ ਛਾਉਣੀ ਦੇ ਬਾਹਰ ਜੀ, ਵੀ ਉਹਨੂੰ ਸੁਨੇਹਾ ਦੇ ਜਾ ਕੇ 21 ਤਰੀਕ ਦੀ ਡੇਟ ਦਾ। ਇਹ ਕਹਿ ਕੇ ਉਹਨੂੰ ਬਾਕੀ ਬੰਦੇ ਸਾਰੇ ਆਪਦੇ ਸੁਨੇਹੇ ਲਾਉਣ ਚੜ੍ਹ ਗਏ। ਉੱਥੇ ਨਿਧਾਨ ਸਿੰਘ ਚੁੱਗਾ ਤੇ ਇੱਕ ਹੋਰ ਉਹਦੇ ਨਾਲ ਦਾ ਸਾਥੀ, ਉਹਨਾਂ ਨੇ ਉਹ ਟ੍ਰੇਨ ਤੇ ਚੜ੍ਹਨਾ ਸੀ। ਉਹਨਾਂ ਨੇ ਦੇਖਿਆ ਕਿਰਪਾਲ ਸਿੰਘ ਇੱਥੇ ਕਿਵੇਂ ਖੜਾ, ਇਹਨੇ ਤਾਂ ਉੱਥੇ ਜਾਣਾ ਸੀ ਜੀ। ਪਰ ਇੰਨੀ ਗੱਲ ਤੇ ਸ਼ੱਕ ਹੋ ਗਿਆ ਵੀ ਇੱਥੇ ਨਿਗਾਹ ਰੱਖੋ, ਇਹ ਤਾਂ ਬਹੁਤ ਵੱਡੀ ਗੱਲ ਆ ਨਾ ਵੀ ਉੱਥੇ ਜਾਣ ਦੀ ਬਜਾਏ ਇਹ ਇੱਥੇ ਆਇਆ। ਉਹ ਫਿਰ ਉੱਥੇ ਨਿਗਾਹ ਰੱਖਣੀ ਸ਼ੁਰੂ ਕਰਤੀ। ਚਲੋ ਇਹ ਆਪਾਂ ਕਹਾਣੀ ਬਾਅਦ 'ਚ ਮੈਂ ਤੁਹਾਨੂੰ ਦੱਸਦਾ। ਇਦੋਂ ਪਹਿਲਾਂ ਕੀ ਹੋਇਆ, ਜਿਹੜਾ ਸਾਰਾ ਕੁਝ ਹੋ ਰਿਹਾ ਉਹ ਇਹ ਹੈ ਕਿ ਹਥਿਆਰ ਕੋਈ ਨਾ ਆਇਆ ਤੇ ਸਰਾਬਾ ਜਿਹੜਾ ਹੈ
ਉਹਨਾਂ ਨੇ ਕਿਹਾ ਵੀ ਤੁਸੀਂ ਨਾ ਹੁਣ ਬਾਕੀ ਛਾਉਣੀਆਂ ਦੇ ਵਿੱਚ ਕਰੋ ਕੰਮ, ਤੁਸੀਂ ਪੰਜਾਬ 'ਚ ਤਾਂ ਕਰੀ ਬੈਠੇ ਹੋ। ਬੰਗਾਲੀਆਂ ਨੂੰ ਕਿਹਾ? ਬੰਗਾਲੀਆਂ ਨੇ ਕਿਹਾ, ਬੰਗਾਲੀਆਂ ਨੇ ਕਿਹਾ, ਅੱਛਾ ਇਹਨਾਂ ਨੂੰ। ਹਾਂ ਵੀ ਹੋਰ 'ਚ ਵੀ ਕਰੋ। ਉਹ ਬੰਗਾਲੀਆਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਛਾਉਣੀ 'ਚ ਕਿਵੇਂ ਕੰਮ ਹੋ ਸਕਦਾ, ਕਿਉਂਕਿ ਬੰਗਾਲੀ ਨੇ ਵਾਅਦਾ ਕਰਿਆ ਸੀ ਵੀ ਆਪਾਂ ਇੱਥੇ ਰਹਿਣ ਦਿੰਦੇ, ਆਪਾਂ ਸਾਰਿਆਂ 'ਚ ਕਰਦੇ ਨਾ ਇਹ ਤਾਂ ਸੀਗਾ। ਫਿਰ ਵੀ ਉਹਨਾਂ ਨੇ ਕਿਹਾ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ, ਉਹਨਾਂ ਦੇ ਉਹਨੇ ਬੰਦੇ ਹੀ ਨਹੀਂ ਸੀਗੇ। ਬੰਗਾਲੀ ਤਾਂ ਫੌਜ 'ਚ ਹੈ ਹੀ ਨਹੀਂ ਜਾਂ ਹੋਣਗੇ, ਪਰ ਆਹ ਗੱਲ ਥੋੜਾ ਸੀ ਪੰਜਾਬ ਵਾਲਿਆਂ ਵਾਲੀ। ਤੇ ਜਿਵੇਂ ਸਰਾਭਾ ਜਾਂਦਾ ਸੀ ਉਵੇਂ ਤਾਂ ਕੋਈ ਜਾ ਹੀ ਨਹੀਂ ਸਕਦਾ ਸੀ। ਹੁਣ ਤੂੰ ਦੇਖ ਸਰਾਭਾ ਨੇ ਜਿਹੜੇ ਉਹ ਦਿਨ, ਉਹਨਾਂ ਦਿਨਾਂ 'ਚ ਫਿਰ ਕੰਮ ਕਿਵੇਂ ਕੀਤਾ। ਇਹ ਹੁਣ ਜਦੋਂ ਉਹਨਾਂ ਨੇ ਨਾ ਮਤਲਬ ਉਹ 2 ਨੂੰ ਚੱਲਿਆ ਲਾਹੌਰ ਤੋਂ ਲੁਧਿਆਣੇ ਵੀ ਬਾਕੀ ਛਾਉਣੀਆਂ 'ਚ ਜਾਣਾ ਹੈ, ਕਿਉਂਕਿ ਰਾਸ ਬਿਹਾਰੀ ਬੋਸ ਨੇ ਕਹਿਤਾ ਵੀ ਹੁਣ ਫਟਾਫਟ ਬਾਕੀ ਛਾਉਣੀਆਂ 'ਚ ਜਾਓ। ਤੇ ਸਰਾਭੇ ਹੋਰੀ ਇਹ ਕਹਿ ਰਹੇ ਸੀ ਵੀ ਪਤਾ ਹੀ ਨਹੀਂ ਕਦੋਂ ਆਰਡਰ ਆ ਜੇ, 23 ਰਸਾਲੇ ਦਾ ਦਿਨ ਬਹੁਤੇ ਨਹੀਂ। ਉਹ ਕਹਿੰਦਾ ਫਿਰ ਤੁਸੀਂ ਛੇਤੀ ਕਰੋ। 2 ਨੂੰ ਇਹ ਲਾਹੌਰ ਤੋਂ ਲੁਧਿਆਣੇ ਆਇਆ। ਉੱਥੋਂ ਇਹਨੇ ਸੁੱਚਾ ਸਿੰਘ, ਇੱਕ ਇਹਦੇ ਸਟੂਡੈਂਟ ਸੀ ਇਹ ਤੋਂ ਜੂਨੀਅਰ, ਉਹਨੂੰ ਨਾਲ ਲਿਆ। ਉਹ ਬਹੁਤ ਕੰਮ ਕਰਦਾ ਸੀ, ਬਹੁਤ ਭਰੋਸੇਯੋਗ ਸੀ। ਉਹਨੂੰ ਨਾਲ ਲੈ ਕੇ ਉਸੇ ਰਾਤ ਮੇਰਠ ਪਹੁੰਚ ਗਏ। 3 ਨੂੰ ਮੇਰਠ ਪਹੁੰਚ ਗਏ, 4 ਨੂੰ ਉੱਥੋਂ ਆਗਰੇ, 5 ਨੂੰ ਕਾਨਪੁਰ, 6 ਨੂੰ ਇਲਾਹਾਬਾਦ, ਉਸੇ ਦਿਨ ਇਲਾਹਾਬਾਦ ਤੋਂ ਬਨਾਰਸ 6 ਨੂੰ, ਤੇ 7 ਦਾ ਦਿਨ ਬਨਾਰਸ ਲੱਗ ਗਿਆ। 8 ਨੂੰ ਬਨਾਰਸ ਤੋਂ ਦਾਨਾਪੁਰ, ਤੇ ਉਸੇ ਤਰੀਕ ਨੂੰ 8 ਨੂੰ ਉੱਥੋਂ ਲਖਨਊ, ਦਾਨਾਪੁਰ ਤੋਂ 9 ਨੂੰ ਲਖਨਊ ਤੋਂ ਦਿੱਲੀ, ਤੇ 11 ਨੂੰ ਲਾਹੌਰ ਆ ਗਏ ਦਿੱਲੀ ਤੋਂ। ਚਾਹ ਕਿੰਨਾ ਸੀ ਮਤਲਬ, ਤੇ ਸਾਧਨ ਕੀ ਸੀ ਇਹਨਾਂ ਦੇ ਕੋਲੇ? ਟ੍ਰੇਨ ਦੇ ਅੱਜ ਜਿੰਨੇ ਟਾਈਮ ਤਾਂ ਹੈ ਹੀ ਨਹੀਂ ਸੀ। ਪਰ ਤੂੰ ਦੇਖ ਮਤਲਬ ਇਹ ਬੰਦੇ, ਅੱਛਾ ਕਿਤੇ ਕੰਟੈਕਟ ਸੀ ਕਿਤੇ ਨਹੀਂ ਸੀ। ਉਹ ਫਿਰ ਸਰਾਭੇ ਦਾ ਤਾਂ ਕਹਿੰਦੇ ਇਹ ਸੀ ਸੰਪਰਕ ਹੋਵੇ ਨਾ ਹੋਵੇ, ਸਿੱਧੇ ਛਾਉਣੀ 'ਚ ਬੈਰਕਾਂ ਜਾਵਾ। ਜੇ ਕੋਈ ਸਿੱਖ ਮਿਲ ਗਿਆ ਸਤਿ ਸ੍ਰੀ ਅਕਾਲ ਬੁਲਾਈ ਬਸ। ਜੇ ਸਿੱਖ ਨਾ ਵੀ ਮਿਲਿਆ ਇਹ ਦੂਜਿਆਂ ਨਾਲ ਵੀ ਕਰ ਲੈਂਦਾ ਸੀ। ਇਹ ਤਾਂ ਜੱਜ ਇੰਨੇ ਹੈਰਾਨ ਹੋਏ ਵੀ ਯਾਰ ਇਹ ਐਂ ਕਿਵੇਂ ਇਹਨੂੰ ਬੰਦੇ ਪ੍ਰਭਾਵਿਤ ਕਿਵੇਂ ਕਰਦਾ। ਹਾਂ, ਤੇ ਬੰਗਾਲੀ ਵੀ ਬਹੁਤ ਹੈਰਾਨ ਹੋ। ਤੇ 11 ਨੂੰ ਇਹ ਲਾਹੌਰ ਪਹੁੰਚ ਗਿਆ। 12 ਨੂੰ ਇਹਨਾਂ ਦੀ ਮੀਟਿੰਗ ਸੀ ਲਾਹੌਰ। ਉਹ ਮੀਟਿੰਗ ਅਟੈਂਡ ਕੀਤੀ। ਉਹ ਮੀਟਿੰਗ ਮਹੱਤਵਪੂਰਨ ਸੀ। ਉਹ ਫਿਰ ਇਹਨੂੰ ਕੀ ਹੋਇਆ ਵੀ ਇਹਨੂੰ ਉੱਥੇ ਆਉਂਦੇ ਹੀ ਲਾਹੌਰ ਇਹ ਪਤਾ ਲੱਗ ਗਿਆ ਵੀ ਜਿਹੜੇ 23ਵਾਂ ਰਸਾਲਾ ਉਹ ਤਾਂ 1 ਮਾਰਚ ਨੂੰ ਜਾ ਰਿਹਾ। 12 ਫਰਵਰੀ ਹੈ, 17 ਦਿਨ, 16 ਤੇ 16 ਦਿਨ ਰਹਿ ਗਏ। ਉਹਨਾਂ ਨੇ ਕਹਿਤਾ ਵੀ ਹੁਣ ਤੁਸੀਂ ਫਟਾਫਟ ਕਰੋ, ਹੁਣ ਆਪਣੇ ਕੋਲ ਸਮਾਂ ਤਾਂ ਹੈ ਹੀ ਨਹੀਂ। ਫਿਰ ਇਹਨਾਂ ਨੇ 12 ਨੂੰ ਲਾਹੌਰ 'ਚ ਮੀਟਿੰਗ ਕੀਤੀ। ਉਹ ਮੀਟਿੰਗ ਦੇ ਵਿੱਚ ਫਿਰ ਇਹਨੇ ਡੇਟ ਰੱਖ ਵੀ ਆਪਾਂ 21 ਫਰਵਰੀ ਨੂੰ ਬਗਾਵਤ ਕਰ ਦਿੱਤੀ। ਹਥਿਆਰ ਕੋਈ ਨਹੀਂ ਆਇਆ ਬੰਗਾਲ ਵੱਲੋਂ, ਕੁਛ ਵੀ ਨਹੀਂ ਆਇਆ, ਹੌਸਲਾ ਹੀ ਸੀ। ਹਾਂ ਚਲੋ ਇਹਨਾਂ ਨੇ ਲਾਹੌਰ ਦੀ ਮੀਟਿੰਗ ਕਰ ਲਈ। ਹੁਣ ਤੂੰ ਲਾਹੌਰ ਦੀ ਮੀਟਿੰਗ ਕਰਕੇ ਉੱਥੋਂ ਗਿਆ ਲੁਧਿਆਣੇ 13 ਨੂੰ, ਉੱਥੋਂ ਸਵੇਰੇ ਫਿਰੋਜ਼ਪੁਰ ਗਿਆ, ਨਾਲ ਇਹਦੇ ਸੁੱਚਾ ਸਿੰਘ। ਫਿਰੋਜ਼ਪੁਰ ਤੋਂ ਇਹ ਫੇਰ ਲਾਹੌਰ, ਫਿਰੋਜ਼ਪੁਰ ਤੋਂ ਲਾਹੌਰ 14 ਨੂੰ ਉੱਥੇ ਨਾਲ ਗੱਲ ਕਰ ਲਈ ਵੀ ਆਪਣੇ ਭਾਈ 21 ਤੈਅ ਹੋ ਗਈ। ਫਿਰ ਲਾਹੌਰ ਆ ਗਿਆ, ਉਸੇ ਰਾਤ ਵਾਪਸ। ਉੱਥੇ ਆ ਕੇ ਫਿਰ ਮੀਟਿੰਗ ਕੀਤੀ। ਫਿਰ ਉਹ ਕਹਿੰਦੇ ਵੀ ਚਲੋ ਬਾਕੀਆਂ ਨੂੰ ਸੁਨੇਹੇ ਦਿਓ। ਹੁਣ ਉੱਥੇ ਸੁਨੇਹਾ ਦੇਣਾ ਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ, ਉਹਨਾਂ ਦਾ ਜਥਾ ਬਹੁਤ ਵੱਡਾ ਸੀ। ਉਹ ਇਹਨੂੰ ਪਤਾ ਲੱਗਿਆ ਵੀ ਗਿੱਲ ਪਿੰਡ ਦੇ ਵਿੱਚ ਉਹ ਕਿਸੇ ਦੇ ਘਰੇ ਉਹਦਾ ਅਖੰਡ ਪਾਠ ਉੱਥੇ ਹੈ। ਉੱਥੋਂ ਸਾਈਕਲ ਚੁੱਕਿਆ ਇਹਨੇ, ਉਹ ਗਿੱਲ ਪਿੰਡ ਦੇ ਵਿੱਚੋਂ ਜਾ ਕੇ ਸਿੱਧਾ ਪਹੁੰਚ ਗਿਆ। ਉੱਥੋਂ ਪਤਾ ਲੱਗਿਆ ਵੀ ਉਹ ਤਾਂ ਢੰਡਾਰੀ ਨੂੰ ਤੁਰ ਪਏ। ਉਹ ਰਾਹ ਪਤਾ ਲੱਗ ਗਿਆ, ਕੱਚੇ ਰਾਹ ਪੈਦਲ ਜਾਂਦੇ ਸੀ। ਇਹਨੇ ਸਾਈਕਲ ਪਿੱਛੇ ਲਾ ਲਿਆ ਤੇ ਰਾਹ ਦੇ ਵਿੱਚ ਉਹਨਾਂ ਨੂੰ ਜਾ ਕੇ ਜਾ ਮਿਲਿਆ। ਉਹ ਜਿਹੜੀ ਕਿਤਾਬ ਦੇ ਵਿੱਚ ਇੱਕ ਪੇਂਟਿੰਗ ਬਣਾਈ ਹੈ ਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ, ਉਹ ਉੱਥੋਂ ਦੀ ਮੁਲਾਕਾਤ ਦੀ ਉਹ ਪੇਂਟਿੰਗ ਉਹ ਚਿੱਤਰੀ ਹੋਈ ਹੈ। ਸੋ ਉੱਥੇ ਉਹਨੇ ਉਹਨਾਂ ਨੂੰ ਕਿਹਾ ਵੀ 21 ਤਰੀਕ ਆਪਣੀ ਫਾਈਨਲ ਹੋ ਗਈ ਤੇ ਤੁਸੀਂ ਤਿਆਰ ਰਹੋ। ਉਹ ਕਹਿੰਦਾ ਬਸ ਕੋਈ ਗੱਲ ਨਹੀਂ। ਉੱਥੋਂ ਫਿਰ ਇਹ ਆਪਣਾ 16 ਨੂੰ ਫਿਰ ਮੀਟਿੰਗ ਸੀ ਲਾਹੌਰ, ਮਤਲਬ 14 ਨੂੰ ਇਹ ਲਾਹੌਰ ਤੋਂ ਵਾਪਸ ਆਇਆ
ਫਿਰੋਜ਼ਪੁਰ ਤੋਂ ਫਿਰ ਗਿੱਲ ਆਇਆ ਤੇ ਗਿੱਲ ਤੋਂ ਫਿਰ 16 ਨੂੰ ਫਿਰ ਲਾਹੌਰ ਮੀਟਿੰਗ। ਉੱਥੇ ਜਾ ਕੇ ਪਤਾ ਲੱਗ ਗਿਆ ਫਿਰ ਇਹਨਾਂ ਨੂੰ ਵੀ ਕਿਰਪਾਲ ਸਿੰਘ ਨੇ ਲੀਕ ਵੀ ਅੰਦਰ ਹਾਂ ਲੀਕ ਕਰਤੀ ਸਾਰੀ ਗੱਲ। ਹਾਂ, ਕਿਉਂਕਿ 13 ਨੂੰ ਪੁਲਿਸ ਆਈ ਸਵੇਰ ਨੂੰ, ਇਹਨੇ ਦੱਸਿਆ ਮਤਲਬ ਵੀ ਆ ਜਾਓ ਬੰਦੇ ਬੈਠੇ ਆ। ਉਹ ਮੋਚੀ ਗੇਟ ਵਾਲਾ ਬਹੁਤ ਇੰਪੋਰਟੈਂਟ ਮਕਾਨ ਸੀ ਜੀ। ਉਹ ਕਹਿੰਦੇ ਪਹਿਲਾਂ ਤੂੰ ਦੇਖ। ਇਹ ਗਿਆ ਤੇ ਇਹਨੇ ਦੇਖਿਆ ਵੀ ਉੱਥੇ ਤਾਂ ਬੰਦੇ 3 ਹੀ ਹੈ। ਉਹ ਵੀ ਚੌਕ ਸੀਗੇ ਨਹੀਂ, ਉਹ ਇਹਦੇ ਪ੍ਰਤੀ ਹਾਂ, ਇਹਦੇ ਪ੍ਰਤੀ ਤਾਂ ਚੌਕ ਸੀਗੇ, ਪਰ ਉਹ ਬੰਦਿਆਂ ਨੇ ਮਤਲਬ 3 ਬੰਦੇ ਹੀ ਸੀਗੇ, ਉਹ ਕੋਈ ਬਹੁਤੇ ਇੰਪੋਰਟੈਂਟ ਨਹੀਂ ਸੀ। ਇਹਨੇ ਕਿਹਾ ਵੀ ਇੰਨੇ ਕੁ ਤਾਂ ਕਿਉਂ ਫੜਾਉਣੇ, ਫਿਰ ਕੰਮ ਖਰਾਬ ਹੋ ਜੂ, ਵੀ ਇੱਥੇ ਤਾਂ ਪੂਰੇ ਹੀ ਫੜੇ ਜਾਣਗੇ ਸਾਰੇ। ਤਾਂ ਇਹਨੇ ਪੁਲਿਸ ਨੂੰ ਕਿਹਾ ਰੁਕ ਜਾਓ, ਹਾਂ ਵੀ ਤੁਸੀਂ ਜੇ ਰੁਕ ਜਾਓ, ਨਿਗਾਹ ਰੱਖਦੇ ਆ ਤੇ ਇੱਥੇ ਉਹ ਆਉਣਗੇ ਤੇ ਫਿਰ ਆਪਾਂ ਉਹਨਾਂ ਨੂੰ ਫੜਾਵਾਂਗੇ। ਅੱਛਾ, ਉਹਨਾਂ ਨੇ ਡੇਟ ਬਦਲ ਲਈ ਸੀ, ਮੁੜ ਕੇ 19 ਕਰ ਲਈ ਵੀ ਇਹ ਪਤਾ ਲੱਗ ਗਿਆ। ਇੱਕ ਬੰਦਾ ਇਹਦੇ ਬੈਠਾ ਹੀ ਉੱਥੇ ਮੋਚੀ ਗੇਟ ਵਾਲੇ ਘਰ 'ਚ ਹੀ ਆਇਆ, ਆ ਕੇ ਕਹਿੰਦਾ ਵੀ ਮੈਂ 19 ਵਾਲਾ ਸੁਨੇਹਾ ਦੇ ਆਇਆ। ਤੂੰ ਦੇਖ ਗਲਤੀ ਕਿਵੇਂ ਹੁੰਦੀ। ਇਹਨੂੰ ਪਤਾ ਲੱਗ ਗਿਆ ਕਿਰਪਾਲ ਨੂੰ। ਹਾਂ, ਇਹਨੂੰ ਪਤਾ ਲੱਗ ਗਿਆ ਤੇ ਇਹਨੇ ਕਿਹਾ ਚਲੋ ਮੈਂ ਉਹ ਜਾ ਕੇ ਦੱਸਦਾ। ਉਹ ਜਾ ਕੇ ਇਹ ਦੱਸਣ ਦਾ ਇਹ ਘਰੋਂ ਬਾਹਰ ਨਿਕਲਿਆ। ਉਹਨਾਂ ਨੂੰ ਪਤਾ ਸੀ ਉਹਨਾਂ 'ਚ ਇੱਕ ਸੱਜਣ ਸੂ ਨਾਰੰਗਵਾਲ ਸੀ, ਸਟੂਡੈਂਟ ਹੀ ਸੀ ਜੀ ਜੀ, ਛੋਟੀ ਉਮਰ ਦਾ, 16 ਸਾਲ ਦਾ ਸੀ। ਉਹਨੇ ਸੋਚਿਆ ਵੀ ਇਹਦਾ ਹੁਣ ਇੰਤਜ਼ਾਮ ਕਰੀਏ। ਉਹਦਾ ਇਹ ਸੀ ਵੀ ਮੈਂ ਸੁਰ ਸਿੰਘ ਲਿਜਾ ਕੇ ਨਾ ਕਿਸੇ ਬਹਾਨੇ ਵੀ ਆਪਾਂ ਸੁਨੇਹਾ ਦੇ ਕੇ ਆਉਣਾ, ਉੱਥੇ ਨੂੰ ਗੋਲੀ ਮਾਰ ਦੂ। ਤੇ ਉਹਨੂੰ ਕਹਿੰਦਾ ਵੀ ਚੱਲ ਆਪਾਂ ਸੁਨੇਹੇ ਦੇ ਆਈਏ। ਉਹ ਕਹਿੰਦਾ ਵੀ ਆ ਜਾ। ਤੇ ਉਹਦੇ ਪਿਸਤੌਲ ਪਏ ਸੀ ਇੱਕ ਨੇੜਲੇ ਘਰ 'ਚ, ਜਿੱਥੇ ਰਾਸ ਬਿਹਾਰੀ ਬੋਸ ਰਹਿੰਦਾ ਸੀ। ਉਹ ਕਿਸੇ ਨੂੰ ਨਹੀਂ ਸੀ ਪਤਾ। ਉਹ ਸੱਜਣ ਸਿੰਘ ਸੋਚਿਆ ਮੈਂ ਉੱਥੋਂ ਪਿਸਤੌਲ ਚੁੱਕਦਾ। ਇਹਨੂੰ ਕਹਿੰਦਾ ਵੀ ਤੂੰ ਐਂ ਕਰ, ਤੂੰ 2 ਮਿੰਟ ਰੁਕ, ਮੈਂ ਹੁਣੇ ਆਇਆ, ਮਾੜਾ ਜਿਹਾ ਕੰਮ ਕਰਕੇ। ਇਹਨੂੰ ਸ਼ੱਕ ਪਿਆ ਚੁਸਤ ਕਿੰਨਾ ਹੋਊਗਾ। ਇਹ ਉਹਦੀ ਪਿਸ਼ਾਬ ਕਰਨ ਦੇ ਬਹਾਨੇ ਉੱਪਰ ਚੜ੍ਹਿਆ ਚੁਬਾਰੇ 'ਚ। ਉੱਥੋਂ ਨੇ ਪਰਨੇ ਨਾਲ ਉਹਨਾਂ ਨੂੰ ਇਸ਼ਾਰਾ ਕਰਤਾ ਪੁਲਿਸ ਨੂੰ ਵੀ ਆ ਜਾਓ। ਅੱਛਾ, ਪੁਲਿਸ ਆ ਪਈ ਫਿਰ ਤਾਂ ਇਹਨੂੰ ਐਸੀ ਮੈਂ ਤਾਂ ਫਸ ਗਿਆ ਹੁਣ। ਤੇ ਜਦੋਂ ਪੁਲਿਸ ਆ, ਉਹਨੇ ਦੇਖਿਆ ਸੱਜਣ ਸਿੰਘ ਨੇ ਜਦੋਂ ਪਿਸਤੌਲ ਚੁੱਕ ਕੇ ਲਿਆਇਆ ਵੀ ਇਹ ਤਾਂ ਬਾਹਰ ਪੁਲਿਸ ਸੀ ਸੇਵਲ 'ਚ, ਬੌਸ ਤਾਂ ਨਹੀਂ ਸੀ ਉੱਥੇ, ਚਿੱਟੇ ਕੱਪੜਿਆਂ 'ਚ। ਹੈਂ, ਰਾਸ ਬਿਹਾਰੀ ਉੱਥੇ ਸੀ ਉਸ ਦਿਨ? ਰਾਸ ਬਿਹਾਰੀ ਕਮਰੇ 'ਚ ਸੀ ਉਸੇ ਘਰ 'ਚ? ਹਾਂ, ਨਹੀਂ ਉਸੇ ਘਰ 'ਚ ਨਹੀਂ, ਉਹਦਾ ਕਮਰਾ ਅਲੱਗ ਸੀ। ਅੱਛਾ, ਰਾਸ ਬਿਹਾਰੀ ਦਾ ਜਿਹੜਾ ਕਮਰਾ ਸੀ ਉਹ ਗਵਾਲ ਮੰਡੀ 'ਚ ਸੀ। ਉਹ ਕਿਸੇ ਨੂੰ ਨਹੀਂ ਸੀ ਪਤਾ, ਉਹ ਤਾਂ ਇਹਨਾਂ ਨੂੰ 4-5 ਬੰਦਿਆਂ ਨੇ ਬਸ। ਇਹ ਹਥਿਆਰ ਕਿੱਥੇ ਹੋਰ ਪਏ ਸੀਗੇ? ਹਥਿਆਰ ਵੀ ਉੱਥੇ ਹੀ ਸੀ ਜਿੱਥੇ ਰਾਸ ਬਿਹਾਰੀ ਹੈ, ਪਰ ਉਹ ਨੇੜੇ ਹੀ ਸੀ। ਉਹਨੇ ਜੀ ਉੱਥੋਂ ਚਲੋ ਕੀਤਾ ਤੇ ਉਹਨੇ ਫਿਰ ਸੋਚਿਆ ਹੀ ਮੈਂ ਇਹਨੂੰ, ਉਹ ਤੇਜ਼ ਕਦਮੀ ਹੋ ਗਿਆ ਵੀ ਮੇਰੇ ਪਿੱਛੇ ਆ। ਇਹਦੇ ਨੂੰ ਪੁਲਿਸ ਜਾ ਪਈ ਤੇ ਉਹ ਸੱਜਣ ਸਿੰਘ ਦਾ ਪਤਾ ਨਾ ਲੱਗਿਆ ਪੁਲਿਸ ਨੂੰ। ਤਾਂ ਸੱਜਣ ਸਿੰਘ ਨੂੰ ਪਤਾ ਲੱਗ ਗਿਆ। ਫਿਰ ਉਹ ਇਹਦੇ ਪਿੱਛੇ ਭੱਜਿਆ ਜਿਹੜਾ ਕਿਰਪਾਲ ਸਿੰਘ ਹੈ, ਪਰ ਇਹ ਜਵਾਨ ਸੀਗਾ ਹੁਣ ਹੈ ਨਾ, ਇਹ ਭੱਜ ਗਿਆ, ਉੱਥੋਂ ਨਿਕਲ ਗਿਆ। ਫਿਰ ਇਹਨੇ ਸੋਚਿਆ ਵੀ ਹੁਣ ਮੈਂ ਅਜੇ ਪਿਸਤੌਲ ਨਹੀਂ ਸੀ ਚੁੱਕਿਆ ਹੱਥ 'ਚ। ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਗੜਬੜੇ ਤਾਂ ਕਰ ਗਿਆ ਕੁਛ। ਉਹਨੇ ਫਿਰ ਕਿਹਾ ਮੈਂ ਰਾਸ ਬਿਹਾਰੀ ਬੋਸ ਨੂੰ ਦੱਸਾਂ ਜਾ ਕੇ। ਉਹ ਫਟਾਫਟ ਉਸ ਕਮਰੇ ਨੂੰ ਗਿਆ ਗਵਾਲ ਮੰਡੀ 'ਚ। ਰਾਹ 'ਚ ਅਨਾਰਕਲੀ ਬਾਜ਼ਾਰ 'ਚ ਹੀ ਉਹਨੂੰ ਮਿਲ ਗਿਆ ਰਾਸ ਬਿਹਾਰੀ ਬੋਸ। ਇਹਨੇ ਫਿਰ ਉੱਥੇ ਨੂੰ ਕਹਿਤਾ ਮਿੱਤਰੋ ਇੰਤਜ਼ਾਮ ਕਰ ਲਓ, ਕਹਾਣੀ ਖਰਾਬ ਹੋ ਗਈ। ਚਲੋ ਐਂ ਕਰਕੇ ਉਹਨਾਂ ਨੇ ਉੱਥੇ ਜਵਾਬ ਦੇ ਸੀਗੇ ਉਹ ਇੰਤਜ਼ਾਮ ਕਰ ਲਿਆ। ਮਤਲਬ 19 ਵਾਲੀ ਵੀ ਪਤਾ ਲੱਗ ਵੱਡੀ ਗੱਲ ਤਾਂ ਨਾਲੇ ਇਹ ਹੋ ਗਈ ਵੀ 21 ਵਾਲੇ ਸੁਨੇਹੇ ਜਿਹਨਾਂ ਨੂੰ ਲਾਏ ਸੀਗੇ ਥਾਂ ਥਾਂ ਘੁੰਮ ਕੇ ਦੁਬਾਰਾ ਫਿਰ 19 ਵਾਲੇ ਦੁਬਾਰਾ ਫਿਰ 19 ਵਾਲੇ। ਉਹਦੇ ਲਈ ਵੀ ਬੜੀ ਨੱਠ ਭੱਜ ਹੋਈ ਹੋਣੀ। ਉਹਦੇ 'ਚੋਂ ਫਿਰ ਕੀ ਹੋਇਆ, ਇਹ 16 ਨੂੰ ਮੀਟਿੰਗ ਹੋਈ ਨਾ ਲਾਹੌਰ, ਉੱਥੇ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਆਪਾਂ 19 ਦਾ ਕਰੀਏ। ਫਿਰ ਸਰਾਬਾ ਚੱਲਿਆ ਦੁਬਾਰਾ ਫਿਰ ਸਾਰਾ। ਫਿਰ ਵੀ ਮਨੋਬਲ 17 ਨੂੰ ਸਵੇਰੇ ਲੁਧਿਆਣੇ ਪਹੁੰਚ ਗਿਆ। ਉੱਥੋਂ ਨੂੰ ਪਤਾ ਸੀ ਵੀ ਭਾਈ ਰਣਧੀਰ ਸਿੰਘ ਢੰਡਾਰੀ ਗਏ ਸੀ ਗੁਰਬਚਨ ਸਿੰਘ ਦੇ ਘਰ ਅਖੰਡ ਪਾਠ ਜੀ, ਵੀ ਮੈਂ ਢੰਡਾਰੀ ਜਾਵਾਂ। ਉੱਥੋਂ ਨੇ ਸਾਈਕਲ ਚੁੱਕਿਆ, ਨਾਲ ਅਨੋਖ ਸਿੰਘ ਉਹਦੇ ਸੀਗਾ ਇੱਕ ਸਟੂਡੈਂਟ, ਉਹਨੂੰ ਲਿਆ। ਉਹਨੂੰ ਕਹਿੰਦਾ ਤੂੰ ਇੱਥੇ ਸੰਗਤ 'ਚ ਬੈਠ, ਪਾਠ ਸੁਣ। ਤੇ ਅਲੱਗ ਕਮਰੇ 'ਚ ਜਾ ਕੇ ਗੱਲਬਾਤ ਕੀਤੀ ਤੇ ਦੱਸਤਾ ਵੀ ਤਰੀਕ ਆਪਣੀ ਹੁੰਦੀ ਹੈ। ਉਹ ਕਹਿੰਦੇ ਚਲੋ ਠੀਕ ਹੈ। ਉੱਥੋਂ ਫਿਰ ਫਿਰੋਜ਼ਪੁਰ ਗਿਆ, ਉੱਥੇ ਜਾ ਕੇ ਇਹ ਸਭ ਕੁਝ ਕਰਕੇ ਫਿਰ ਲਾਹੌਰ। ਮਤਲਬ ਉਹਨੇ ਆ ਸਾਰਾ ਕੁਝ ਇੰਤਜ਼ਾਮ ਕਰ ਲਿਆ ਵੀ 19 ਦੀ ਤਿਆਰੀ। ਇਹ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ 19 ਵੀ ਲੀਕ ਹੋ ਗਈ। ਕਿਸੇ ਨੂੰ ਪਤਾ ਨਹੀਂ ਸੀ। ਸੋ
ਪੁਲਿਸ ਵਾਲਿਆਂ ਨੇ ਕੀ ਕੀਤਾ ਜਦੋਂ ਉਹਨਾਂ ਨੂੰ 19 ਦਾ ਪਤਾ ਲੱਗ ਗਿਆ, 16 ਨੂੰ ਪਤਾ ਲੱਗ ਗਿਆ ਉਹਨਾਂ ਨੂੰ ਵੀ 19 ਹੋ ਗਈ, 17 ਤੇ 18 ਹੈਗਾ ਸੀ ਉਹਨਾਂ ਦਾ। ਹਾਂ ਉਹਨਾਂ ਨੇ ਕੀ ਕੀਤਾ, ਜਿਵੇਂ ਉਹਨਾਂ ਤੋਂ ਵੀ ਕੁਤਾਹੀ ਹੋਈ ਵੀ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਕਨਫਰਮ ਨਹੀਂ ਹੁੰਦਾ ਇੱਥੋਂ ਬੰਦੇ ਫੜੇ ਨਹੀਂ ਜਾਂਦੇ, ਜੀ ਆਪਾਂ ਉਹਨਾਂ ਚਿਰ ਜੇ ਕੁਛ ਨਾ ਕਰੀਏ। ਹੂੰ। ਉਹਨਾਂ ਨੇ ਨਾ ਉਹ ਛਾਉਣੀਆਂ ਨੂੰ ਵੀ ਨਾ ਸੁਨੇਹਾ ਦਿੱਤਾ। ਉਹ ਤਾਂ ਫਿਰ ਜਾ ਕੇ ਉਹਨਾਂ ਨੇ ਨਾ 19 ਨੂੰ ਸਵੇਰੇ ਤਾਰਾਂ ਭੇਜੀਆਂ ਪੁਲਿਸ ਵਾਲਾ ਨੇ। ਹਾਂ ਹੂੰ। ਤੇ ਮੈਂ ਉਹਦਾ ਹਿਸਾਬ ਲਾਇਆ ਮੇਹਰ ਸਿੰਘ 4 ਘੰਟਿਆਂ ਦਾ ਸਿਰਫ ਫਰਕ ਰਹਿ ਗਿਆ ਸੀ। ਹੂੰ। ਜੇ 4 ਘੰਟੇ ਤਾਰਾਂ ਹੋਰ ਲੇਟ ਹੋ ਜਾਂਦੀਆਂ, ਹੂੰ। ਫਿਰੋਜ਼ਪੁਰ ਤੇ ਲਾਹੌਰ ਮੀਆਂ ਮੀਰ ਵਾਲੀ ਛਾਉਣੀ 'ਚ 23 ਨੂੰ ਬਗਾਵਤ ਹੋ ਜਾਣੀ ਸੀ। ਸੋ ਜਦੋਂ ਫਿਰ ਤਾਰਾਂ ਖੜਕ ਗਈਆਂ ਤੇ ਇੱਥੇ ਫਿਰੋਜ਼ਪੁਰ ਸਰਾਭਾ ਸੀਗਾ, ਉਹਨੇ ਉਹ ਸਾਰਾ ਜਥਾ ਬੁਲਾਇਆ ਹੋਇਆ ਸੀ, 150 ਬੰਦਾ ਸੀ ਜਿਹਨੇ ਬਾਹਰੋਂ ਹਮਲਾ ਕਰਨਾ ਸੀ ਹਥਿਆਰਾਂ ਲੈ ਕੇ। ਉਹ ਉਹਨਾਂ ਨੂੰ ਕਹਾ ਤੁਸੀਂ ਬਾਹਰ ਬੈਠੋ, ਮੈਂ ਅੰਦਰੋਂ ਪਤਾ ਕਰਕੇ ਆਉਣਾ। ਅੰਦਰੋਂ ਗਿਆ ਤੇ ਅੰਦਰੋਂ ਆਵੇ ਨਾ, ਬਹੁਤ ਚਿਰ ਬਾਅਦ ਜਾ ਕੇ ਉਹ ਅੰਦਰੋਂ ਆਇਆ। ਉਹ ਕਹਿੰਦਾ ਵੀ ਗੋਰੇ ਲਾਤੇ ਸਾਰੀਆਂ ਡਿਊਟੀਆਂ ਤੇ, ਵੀ ਹੁਣ ਤਾਂ ਕਹਿੰਦਾ ਪਰ ਫਿਰ ਵੀ ਆਪਾਂ ਮੈਂ ਕੋਸ਼ਿਸ਼ ਕਰਦਾ ਇੱਕ ਵਾਰ ਵੀ ਯਾਰ ਕੁਛ ਵੀ ਆਪਾਂ ਕਰੀਏ ਅਟੈਂਪਟ। ਪਰ ਉਹ ਸਿਪਾਹੀਆਂ ਨੇ ਦਿਲ ਨਾ ਧਰਿਆ, ਕਿਉਂਕਿ ਸਿਪਾਹੀ ਉੱਥੋਂ ਫਾਰਗ ਕਰਤੇ, ਉਹਨਾਂ ਨੇ ਪਿੰਡ ਚੜਾਤੇ। ਮਤਲਬ ਗੋਰਾ ਅਫਸਰ ਆਪ ਆ ਕੇ ਸਟੇਸ਼ਨ ਤੇ ਉਹਨਾਂ ਨੂੰ ਸਟੇਸ਼ਨ ਤੇ ਚੜਾ ਕੇ ਗਿਆ, ਹਰਨਾਮ ਸਿੰਘ ਹੋਰਾਂ ਨੂੰ, ਕਾਲੇ ਸੰਘਿਆ। ਪਰ ਸਰਾਭੇ ਨੂੰ ਪਤਾ ਲੱਗ ਗਿਆ ਤੇ ਸਰਾਭੇ ਨੇ ਫਿਰ ਵੀ ਉਹਨਾਂ ਨਾਲ ਕੋਈ ਗਿੱਟ ਮਿੱਟ ਕਰ ਲਈ ਤੇ ਉਹ ਕਿਤੋਂ ਨਾ ਕਿਤੋਂ ਖਿਸਕ ਕੇ ਗੋਰਾ ਮੁੜ ਗਿਆ, ਉਹ ਖਿਸਕ ਕੇ ਫਿਰ ਆ ਗਏ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਯਾਰ ਅਟੈਂਪਟ ਕਰੀਏ, ਪਰ ਅੰਦਰ ਹੁਣ ਕੀ ਜਦੋਂ ਸਾਰੀਆਂ ਡਿਊਟੀਆਂ ਗੋਰਿਆਂ ਦੀਆਂ ਲੱਗ ਗਈਆਂ, ਉੱਤੇ ਕੀ ਕਰਾਂਗੇ। ਇਹਨਾਂ ਕੋਲ ਹਥਿਆਰ ਵੀ ਨਹੀਂ, ਇਹਨਾਂ ਕੋਲੇ ਹਾਂ ਉਹੇ ਜਿਹੇ ਹਥਿਆਰ ਨਹੀਂ। ਉਹ ਹੁਣ 150 ਬੰਦਾ ਬਾਹਰ ਮਤਲਬ ਖੜਾ ਉਡੀਕੀ ਜਾਂਦਾ। ਉਹ ਮੈਂ ਕਿਤਾਬ ਦੇ ਵਿੱਚ ਕਵਿਤਾ ਦਿੱਤੀ ਹੈ ਜਿਹੜੀ ਹਰਭਜਨ ਸਿੰਘ ਚਮਿੰਡਾ ਨੇ ਲਿਖੀ ਹੋਈ ਆ, ਬੰਦਿਆਂ ਦੀ ਹਾਲਤ ਕੀ ਸੀ, ਖਾਸ ਕਰਕੇ ਗਾਂਧਾ ਸਿੰਘ ਕੱਚਰਪਨ। ਤੇ ਉਹਦੇ ਕੋਲੇ ਪਿਸਤੌਲ ਭਰਿਆ ਹੋਇਆ ਸੀ, ਬਸ ਇਸ਼ਾਰਾ ਆਵੇ ਸਰਾਭਾ। ਵੀ ਸਰਾਭਾ ਕਦੋਂ ਇਸ਼ਾਰਾ ਕਰਦਾ, ਤੂੰ ਦੇਖ ਕਿਹੋ ਜਿਹੀ ਅਵਸਥਾ ਉਹਨਾਂ ਬੰਦਿਆਂ ਦੀ ਹੋਊ। ਤੇ ਜਿਹੜਾ ਜਥਾ ਸੀ ਉਹਦੇ 'ਚ ਘੱਟੋ ਘੱਟ 50-60 ਬੰਦੇ ਗਏ ਸੀਗੇ। ਪਹਿਲਾਂ ਗੁੱਜਰਵਾਲ ਸਾਹਿਬ ਅਖੰਡ ਪਾਠ ਹੋਇਆ, ਰਣਧੀਰ ਸਿੰਘ ਵਾਲਾ, ਹਾਂ 5 ਪਿਆਰਿਆਂ ਬਣਾਏ। 5 ਪਿਆਰਿਆਂ ਕੋਲੇ ਜਿਹੜੇ ਵੀ ਸਿੰਘ ਨੇ ਤੁਰੇ ਉੱਥੋਂ ਕੱਲੇ ਨੇ ਆਪਣੀਆਂ ਭੁੱਲਾਂ ਬਖਸ਼ਾਈਆਂ ਵੀ ਸ਼ਹੀਦੀ ਕਰਨ ਜਾ ਰਹੇ। ਤੇ ਉਹ ਪਰ ਜਦੋਂ ਉੱਥੇ ਹੋ ਗਿਆ, ਉਹ ਉੱਥੋਂ ਮੁੜਿਆ। ਉਧਰ ਪ੍ਰੇਮ ਸਿੰਘ ਜਦੋਂ ਗਿਆ ਆਪਣੇ 23ਵੇਂ ਰਸਾਲੇ ਦੇ ਮੀਆਂ ਮੀਰ 'ਚ, ਉਹਨੇ ਜਾ ਕੇ ਦੇਖਿਆ ਵੀ ਬੰਦੇ ਸਾਡੇ ਸਾਰੇ ਨਹਾਤੇ ਕਰਕੇ ਕਤਾਰਾਂ 'ਚ ਲਾਏ ਖੜੇ ਆ। ਉਹ ਸਮਝ ਗਿਆ ਵੀ ਗੜਬੜ ਹੋ ਗਈ। ਚੱਲ ਫੇਰ ਵੀ ਉਹਨੇ ਪਤਾ ਕਰ ਲਿਆ ਤੇ ਪਤਾ ਕਰਕੇ ਉਹ ਮੁੜ ਆਇਆ। ਬਾਹਰ ਆ ਕੇ ਉਹਨੇ ਦੱਸਤਾ ਬੰਦੇ ਬਾਹਰ ਖੜੇ ਸੀ, ਮਝੈਲ ਬਹੁਤ ਇਕੱਠੇ ਕੀਤੇ ਹੋਏ ਸੀ। ਤੇ ਉਹ ਬੰਦੇ ਮੁੜ ਕੇ ਫਿਰੇ ਸੀ, ਭਾਈ ਹੁਣ ਤਾਂ ਕੁਛ ਨਹੀਂ ਹੋ ਸਕਦਾ। ਸੋ ਆ ਜਿਹੜੀ ਕਹਾਣੀ ਹੈ ਇਹ ਫੇਲ ਹੋ ਗਈ। ਤੇ ਸਰਾਭਾ ਜਿਹੜਾ ਉੱਥੋਂ ਬਹੁਤ ਉਦਾਸ ਹੀ ਹੋਇਆ। ਉਹ ਉਹਨਾਂ ਨੂੰ ਕਹਿੰਦਾ ਵੀ ਹੁਣ ਆਪਾਂ ਤੁਸੀਂ ਖਿੰਡ ਜਾਓ, ਬਸ ਆਪਾਂ ਫਿਰ ਦੇਖਦੇ ਹਾਂ ਅੱਗੇ ਕੀ ਕਰਨਾ। ਗਾਂਧਾ ਸਿੰਘ ਕੱਚਰਪਨ ਕਹਿੰਦਾ ਅੱਗੇ ਕੀ ਕਰਨਾ, ਜਿੰਨੇ ਕੁ ਦਿਨ ਆਪਣੇ ਕੋਲੇ ਹੈਗੇ ਆਪਾਂ ਪੁਲਾਂ ਤੇ ਪਹਿਰਿਆਂ ਤੋਂ ਲੁੱਟਦੇ ਹਾਂ ਹਥਿਆਰ। ਉਹ ਉੱਥੋਂ ਹੀ ਉਹਨਾਂ ਨੇ ਵੀ ਦੁਰਾਹੇ ਵਾਲੇ ਪੁਲ ਤੋਂ ਉੱਤੇ ਜਾ ਕੇ ਹਥਿਆਰ ਲੁੱਟਦੇ ਆ। ਉਹਨੇ ਆਪਦੀ ਟੀਮ ਲੈ ਕੇ ਦੁਰਾਹੇ ਜਾ ਪਹੁੰਚਿਆ। ਉਹ ਫਿਰ ਉਦੋਂ ਉਹਨਾਂ ਨੂੰ ਜਾ ਕੇ ਪਤਾ ਲੱਗਿਆ ਵੀ ਹਰ ਥਾਂ ਦੇ ਉੱਤੇ ਉਹ ਤਾਂ ਉਹਨਾਂ ਨੇ ਵਧਾਤੀ ਸਾਰੀ ਚੌਕਸੀ ਕਰ ਲਈ। ਉਹ ਵੀ ਕਾਮਯਾਬ ਨਾ ਹੋਈ। ਫਿਰ ਉਹਨੇ ਕਪੂਰਥਲੇ ਇੱਕ ਅਸਲਾਖਾਨਾ ਸੀ, ਉਹ ਲੁੱਟਣ ਦੀ ਕੋਸ਼ਿਸ਼ ਕੀਤੀ। ਇੱਧਰ ਅੰਮ੍ਰਿਤਸਰ ਦੇ ਵਿੱਚ ਬੱਲਾ ਪਿੰਡ ਹੈ ਉਰਲੇ ਪਾਸੇ, ਹਾਂ ਉਹ ਰੇਲਵੇ ਦਾ ਪੁਲ ਸੀ, ਉਹ ਲੁੱਟ ਲਿਆ। ਬੰਦੂਕਾਂ ਖੋਲੀਆਂ, ਗੋਰੇ ਮਾਰਤੇ। ਉਹ ਬੰਦੂਕਾਂ ਲੈ ਕੇ ਚੱਲ ਪਏ। ਇੱਕ ਜਥਾ ਇੱਧਰ ਨੂੰ ਆ ਗਿਆ ਕਪੂਰਥਲੇ ਵੱਲ ਨੂੰ, ਇੱਕ ਚਲਾ ਗਿਆ ਤਰਨਤਾਰਨ ਵੱਲ ਨੂੰ ਹੋ ਕੇ ਭਿੱਖੀ ਪਿੰਡ ਵੱਲ ਦੀ ਦੂਜੇ ਪਾਸੇ। ਉਹ ਰਾਜ ਘਿਰ ਗਏ ਜਾ ਕੇ। ਚਲੋ ਉਹ ਕੁਛ ਫੜੇ ਗਏ, ਕੁਛ ਸ਼ਹੀਦ ਹੋ ਗਏ, ਮੁਕਾਬਲਾ ਹੋਇਆ। ਹਾਂ। ਸੋ ਇਹ ਸਾਰੀ ਕਹਾਣੀ, ਜਿਹਦੇ 'ਚ ਫਿਰ ਕੀ ਹੋਇਆ ਵੀ ਜਗਤ ਸੁੰਸਰ ਸਿੰਘ ਬਚ ਰਿਹਾ, ਸਰਾਭਾ ਬਚ ਰਿਹਾ, ਤੇ ਇੱਕ ਹਰਨਾਮ ਸਿੰਘ ਕੋਟਲਾ ਉਹ ਬਚ ਰਿਹਾ। ਤੇ ਜਿਹੜਾ ਇਹ ਸੀ ਨਾ ਕਿਰਪਾਲ ਸਿੰਘ, ਜਦੋਂ 3 ਬੰਦੇ ਵੀ ਸੀ ਨਾ, 2 ਹੀ ਰਹਿ ਗਏ ਉੱਥੇ ਇੱਕ ਵਾਰ, ਰਾਮ ਸਰਨ ਦਾਸ ਤੇ ਹਰਨਾਮ ਸਿੰਘ ਕੋਟਲਾ। ਉਹ ਉਸ ਮਕਾਨ 'ਚ ਮੋਚੀ ਗੇਟ ਵਾਲੇ 'ਚ, ਉੱਥੇ ਉਹਨਾਂ ਨੇ ਸਕੀਮ ਬਣਾਈ ਵੀ ਇਹਦੇ ਗਲ 'ਚ ਪਰਨਾ ਪਾ ਕੇ ਨਾ ਚੂੰ ਵੀ ਨਾ ਕਰਨ ਦੇਈਏ, ਇਹਦਾ ਗਲ ਘੁੱਟ ਦੇਈਏ।
ਹੁਣ ਹਰਨਾਮ ਸਿੰਘ ਕੋਟਲਾ ਹੀ ਤੈਨੂੰ ਦੱਸਿਆ ਬਾਂਹ ਵੱਢੀ ਗਈ ਸੀ। ਰਾਮ ਸਰਨ ਦਾਸ ਵਿਚਾਰਾ ਉਹ ਤਾਂ ਬਹੁਤ ਕਮਜ਼ੋਰ ਸੀਗਾ ਸਰੀਰ ਦਾ, ਤੇ ਉਹ ਕਹਿੰਦੇ ਹਲੇ ਤਾਂ ਹੱਟਾ ਕੱਟਾ ਬਹੁਤ ਹੈ। ਉਹ ਬਹੁਤ ਹੱਟਾ ਕੱਟਾ ਸੀ ਵੀ ਸਾਥੋਂ ਦੋ ਤੋਂ ਤਾਂ ਆਉਣਾ ਵੀ ਨਹੀਂ ਸੀ ਕਾਬੂ। ਉਹ ਕਿਤੇ ਐਂ ਬਚ ਰਿਹਾ। ਮਤਲਬ ਸਾਰੀਆਂ ਖੇਡਾਂ ਚਾਂਸ ਕਿਵੇਂ ਰਲਦੇ ਗਏ, ਜੋ ਹੋਣੀ ਸੀ ਹਨਾ ਉਹ ਹੋਈ। ਚਲੋ ਸਰਾਭਾ ਉੱਥੋਂ ਫਿਰ ਗੱਡੀ ਬੈਠਾ ਫਿਰੋਜ਼ਪੁਰ ਤੋਂ, ਬਾਕੀ ਬੰਦਿਆਂ ਨੂੰ ਕਿਹਾ ਵੀ ਤੁਸੀਂ ਆਪਦੇ ਆਪਦੇ ਟਿਕਾਣਿਆਂ ਤੇ ਜਾਓ, ਹੁਣ ਫਿਰ ਦੇਖਦੇ ਹਾਂ ਕੀ ਬਣਦਾ। ਉੱਥੋਂ ਆ ਕੇ ਉਹਨੇ ਬੋਸ ਨੂੰ ਦੱਸਿਆ, ਆ ਕੇ ਬੋਸ ਨੂੰ ਪਤਾ ਲੱਗ ਗਿਆ ਸੀਗਾ। ਉਹ ਐਂ ਪਿਆ ਟੁੱਟਿਆ ਹੋਇਆ ਦਿਲ ਮੰਜੇ ਤੇ, ਨਾਲ ਆ ਕੇ ਉੱਥੇ ਸਰਾਭਾ ਪੈ ਗਿਆ ਨਾਲ ਦੇ ਮੰਜੇ ਤੇ। ਚਲੋ ਫਿਰ ਹੌਲੀ ਹੌਲੀ ਗੱਲ ਕੀਤੀ। ਫਿਰ ਉਹ ਕਹਿੰਦੇ ਵੀ ਤੂੰ ਤਾਂ ਹੁਣ ਨਿਕਲ ਇੱਥੋਂ, ਅਸੀਂ ਦੇਖਦੇ ਹਾਂ। ਸਰਾਭੇ ਨੂੰ ਕਿਹਾ? ਸਰਾਭੇ ਨੇ ਕਿਹਾ। ਚਲੋ ਅੱਛਾ, ਬੌਸ ਨੂੰ ਕਿਹਾ ਸਰਾਭੇ ਉਹਨੂੰ, ਬੋਸ ਨੂੰ। ਉਹ ਫਿਰ ਉਹਨੂੰ ਗੱਡੀ ਚੜਾਤੀ ਸਵੇਰੇ ਲਾਹੌਰ ਤੋਂ ਬਨਾਰਸ ਨੂੰ। ਜੇ ਦੇਖੀਏ ਤਾਂ ਬੰਗਾਲੀਆਂ ਨੇ ਕੀ ਮਦਦ ਕਰੀ ਹੈ ਇਹਦੇ ਵਿੱਚ? ਬੰਗਾਲੀਆਂ ਨੇ ਕੁਝ ਵੀ ਨਹੀਂ ਕੀਤਾ, ਕਿਉਂਕਿ ਕਾਰਜ ਤਾਂ ਇਹੀ ਕਰਦੇ ਰਹੇ ਆ। ਹਾਂ, ਨੱਠ ਭੱਜ ਇਹਨਾਂ ਦੀ ਰਹੀ। ਨਹੀਂ ਉਹਨਾਂ ਨੇ ਮਤਲਬ ਸਗੋਂ ਇਹਨਾਂ ਤੋਂ ਲੈ ਕੇ ਗਏ ਵੀ ਅਸੀਂ। ਇੱਕ ਬੰਦਾ ਸੀਗਾ ਤ੍ਰਿਵੇਦੀ, ਚਤਰਨਾਥ ਤ੍ਰਿਵੇਦੀ ਜੀ, ਉਹ ਬਨਾਰਸ ਦਾ ਮੰਨਿਆ ਹੋਇਆ ਇਹਨਾਂ ਦਾ ਉਹ ਇਨਕਲਾਬੀ ਸੀ ਵੀ ਜਿਵੇਂ ਇਹ ਹੈ ਯੋਧਾ ਸਾਡੇ। ਉਹ ਕਹਿੰਦਾ ਵੀ ਮੈਂ ਪੇਸ਼ਾਵਰ ਕਰਵਾਉਣਾ। ਇਹਨਾਂ ਤੋਂ ਲੈ ਕੇ ਗਿਆ ਸਾਰਾ ਕੁਝ ਸਮਾਨ। ਉਹ ਉੱਥੇ ਪਹੁੰਚੇ ਹੀ ਨਹੀਂ। ਕੀ ਬਣਿਆ ਉਹਦਾ, ਕਿੱਥੇ ਰਿਹਾ, ਉਹਦਾ ਮੁੜ ਕੇ ਕਿਤੇ ਜ਼ਿਕਰ ਹੀ ਨਹੀਂ। ਹਾਂ, ਲੈ ਗਿਆ ਸਮਾਨ, ਹੌਸਲਾ ਕਿੱਥੇ ਪੈਂਦਾ ਗਾਹਾਂ ਜਾ ਕੇ। ਸੋ ਉਹਨਾਂ ਨੇ ਕਿਤੇ ਵੀ ਨਹੀਂ ਉਹ ਪਹੁੰਚ ਸਕੇ। ਇਹਨਾਂ ਦੇ ਤਾਂ ਬੰਦੇ ਤੇ ਮੈਂ ਤੈਨੂੰ ਲਿਸਟ ਗਿਣਾਵਾਂ ਨਾ, ਕਿਹੜੀਆਂ ਕਿਹੜੀਆਂ ਛਾਉਣੀਆਂ ਗਾਈਆਂ ਬੰਦੇ ਨਾਲ ਲੱਭ ਲਏ ਸੀਗੇ। ਮਤਲਬ ਇਹਨਾਂ ਤਾਂ ਹੋਤੀ ਮਰਦਾਨ, ਪਿਸ਼ਾਵਰ, ਮੁਲਤਾਨ, ਜਿੰਨੀ ਰੇਂਜ ਸੀਗੀ ਛਾਉਣੀਆਂ ਦੀ, ਸਭ ਥਾਂ ਤੇ ਬੰਦੇ, ਕਿਤੇ ਉਹ ਜਾ ਰਿਹਾ ਕਿਤੇ ਉਹ ਜਾ ਰਿਹਾ। ਇਹਨਾਂ ਨੇ ਤਾਂ ਸਾਰੀਆਂ ਨਾਰਥ ਇੰਡੀਆ ਦੀਆਂ ਆਪਦੇ ਹਿੱਸੇ ਆਉਂਦੀਆਂ ਉਹ ਕਰਤੀਆਂ ਸੀਗੀਆਂ। ਉਹ ਕਹਿੰਦੇ ਸੀ ਅਸੀਂ ਰਾਜਪੂਤਾਂ ਨੂੰ ਕੰਟੈਕਟ ਕਰਾਂਗੇ, ਕਿੱਥੇ ਐ ਹੁੰਦਾ। ਉਹ ਵਿਰਸਾ ਕਿਹਦੇ ਕੋਲੇ? ਜੀ ਜੀ, ਇਹ ਗੱਲਾਂ ਐ ਥੋੜਾ ਵਾਪਰਦੀਆਂ। ਪੰਜਾਬ ਇਹ ਕਰ ਰਹੇ ਨੇ, ਅਸੀਂ ਵੀ ਕਰ ਲਾਂਗੇ। ਚਲੇ ਸਨਿਆਲ ਨੇ ਮੰਨਿਆ, ਮੁੜ ਕੇ ਸਤਿੰਦਰਨਾਥ ਸਨਿਆਲ ਨੇ ਲਿਖਿਆ ਉਹਨਾਂ ਨੇ। ਹਾਂ, ਉਹਨੇ ਲਿਖਿਆ। ਤਾਂ ਹੁਣ ਤਾਂ ਸਿੱਖਾਂ ਦੇ ਬਹੁਤ ਸੋਲੇ ਗਾਏ ਆ। ਤੂੰ ਇਹ ਦੇਖੋ ਉਹਦੀ ਸਾਰੀ ਕਿਤਾਬ ਜਿਹੜੀ ਉਹਦੀ ਜੀਵਨ ਆਪਦੀ ਹੈਗੀ ਆਟੋਬਾਇਓਗ੍ਰਾਫੀ, ਉਹਦੇ 'ਚ ਉਹ ਹਰ ਜਗ੍ਹਾ ਵੀ ਸਿੱਖ ਹੈ ਸਿੱਖ ਹੈ। ਉਹ ਨਹੀਂ ਕਿਤੇ ਪੰਜਾਬੀ ਕਹਿ ਰਿਹਾ। ਜਿਹੜੇ ਕਾਮਰੇਡਾਂ ਨੇ ਬਾਅਦ ਜਾਂ ਰਾਸ਼ਟਰਵਾਦੀਆਂ ਨੇ ਇੱਕ ਕੀਤਾ ਨਾ ਵਰਤਾਂਤ ਵੀ ਕਿਤੇ ਵੀ ਸਿੱਖ ਨਾ ਆਵੇ, ਪੰਜਾਬੀ ਤੇ ਹਿੰਦੀ। ਉਹ ਸਿੱਖ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ। ਹੁਣ ਤਾਂ ਕਹਿ ਸਿੱਖਾਂ ਦਾ ਕਿਰਦਾਰ ਦੇਖੋ। ਕੜਾਕੇ ਦੀ ਸਰਦੀ 'ਚ ਸਵੇਰੇ 3 ਵਜੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਮੁੜ ਕੇ ਪਾਠ ਕਰਦੇ ਨੇ। ਸਟੇਸ਼ਨਾਂ ਤੇ ਬੈਠੇ ਵੀ ਪਾਠ ਕਰ ਰਹੇ ਹੁੰਦੇ। ਇਹ ਬੰਦੇ ਕਿਹੋ ਜਿਹੇ, ਕਿੱਥੋਂ ਪ੍ਰੇਰਨਾ ਲੈ ਰਹੇ। ਉਹਨੇ ਤਾਂ ਮਤਲਬ ਕੋਈ ਕਸਰ ਨਹੀਂ ਛੱਡੀ। ਉਹਦੀ ਜਿਹੜੀ ਕਿਤਾਬ ਹੈ ਨਾ ਬੰਦੀ ਜੀਵਨ, ਆਪਦੀ ਆਟੋਬਾਇਓਗ੍ਰਾਫੀ, ਉਹਨੇ ਪੂਰੀ ਇਹ ਗੱਲ ਕੀਤੀ। ਪਰ ਇਹਨਾਂ ਨੇ ਕਿਸੇ ਨੇ ਵੀ ਉਹਦੀ ਚੋਂ ਇੱਕ ਲਾਈਨ ਨਹੀਂ ਕਿਤੇ ਵਰਤੀ, ਨਾ ਕਿਸੇ ਵਿਦਵਾਨ ਨੇ, ਨਾ ਕਿਸੇ ਇਹਨਾਂ ਦੇ ਲੇਖਕ ਨੇ, ਖੱਬੇ ਪੱਖੀਆਂ ਨੇ। ਸੋ ਇਸ ਤਰ੍ਹਾਂ ਦਾ ਮਤਲਬ ਸੀ। ਚਲੋ ਉਸ ਤੋਂ ਬਾਅਦ ਫਿਰ ਜਦੋਂ ਰਾਸ ਬਿਹਾਰੀ ਬੋਸ ਨੂੰ ਚੜਾ ਕੇ ਉਹ ਕਹਿੰਦੇ ਵੀ ਆਪਾਂ ਕੀ ਕਰੀਏ ਹੁਣ, ਤੇ ਉਹ ਫਿਰ ਉਹਨਾਂ ਦਾ ਬਣਿਆ 3 ਜਾਣੇ ਸੀ, ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਕੋਟਲਾ ਤੇ ਤੀਜਾ ਇਹ ਸਰਾਭਾ। ਇਹ ਕਹਿੰਦੇ ਵੀ ਹੁਣ ਆਪਾਂ ਨਾ ਅਜੇ ਤਾਂ ਕੁਝ ਨਹੀਂ ਬਣਨਾ, ਕਿਉਂਕਿ ਬੰਦੇ ਹੀ ਆਪਣੇ ਥਾਂ ਥਾਂ ਫੜੇ ਗਏ ਤੇ ਜਾਂ ਕੰਮ ਖਰਾਬ ਹੋ ਗਿਆ। ਅਜੇ ਆਪਾਂ ਦਿਨ ਕੱਟੀਏ। ਉਹਦੇ 'ਚ ਫਿਰ ਇਹ ਸੀ ਵੀ ਇੱਧਰ ਜਾਂਦੇ ਹਾਂ ਪਿੱਛੇ ਸਰਹੱਦੀ ਇਲਾਕੇ 'ਚ ਜਿਹੜਾ ਆਜ਼ਾਦ ਇਲਾਕਾ, ਉੱਥੇ ਆਪਾਂ ਕੁਛ ਦਿਨ ਕਰਦੇ, ਫਿਰ ਆਪਾਂ ਜਾਇਜ਼ਾ ਲੈ ਕੇ ਫਿਰ ਕੁਛ ਕਰਾਂਗੇ। ਇਹ ਸਮੇਂ ਦੌਰਾਨ ਜੰਗ ਚੱਲ ਰਹੀ ਸੀ। ਫਿਰ ਉਧਰ ਉਹਨਾਂ ਦਾ ਰਸਾਲੇ ਦਾ ਪਤਾ ਲੱਗ ਗਿਆ, ਉਹ ਸਾਰੇ ਬੰਦੇ ਗ੍ਰਿਫਤਾਰ ਹੋ ਗਏ। ਉਹਦੇ ਚੋਂ 12 ਬੰਦੇ ਸੀ। 12 ਚੋਂ ਜਿਹੜੇ 11 ਸਿੱਖ ਸੀ, ਇੱਕ ਹਾਫਿਜ਼ ਅਬਦੁੱਲਾ ਸੀ ਮੁਸਲਮਾਨ। 11 ਸਿੱਖ ਸੀ। ਉਹ 12 ਦੇ 12 ਨੂੰ ਗੋਲੀ ਦਾ ਹੁਕਮ ਹੋਇਆ ਤੇ 12 ਇਕੱਠੇ ਸ਼ਹੀਦ ਹੋਏ, ਫਾਂਸੀ ਹੋਈ। ਤੇ ਹਾਫਿਜ਼ ਅਬਦੁੱਲਾ ਨੂੰ ਬਹੁਤ ਕਿਹਾ ਉਹਦੇ ਰਿਸ਼ਤੇਦਾਰਾਂ ਨੇ ਜਾਂ ਦੋਸਤਾਂ ਨੇ ਵੀ ਇੱਕ ਕਾਫਰ ਨਾ ਤੂੰ ਕਿਉਂ ਲਛਮਣ ਸਿੰਘ ਨਾਲ। ਉਹ ਕਹਿੰਦਾ ਵੀ ਧੰਨ ਭਾਗ ਹੈ ਮੇਰੇ ਤਾਂ, ਵੀ ਕਾਫਰ ਮੇਰੇ ਤਾਂ ਧੰਨ ਭਾਗ। ਉਹਨੇ ਇੱਕ ਉਹ ਸ਼ਬਦ ਕਹੇ ਆ, ਉਹ ਕਹਿੰਦਾ ਵੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਵੀ ਇਹ ਕੁਛ ਕੁ ਲੱਖ ਬੰਦੇ ਆ, ਉਹਦੇ ਚੋਂ 11 ਸ਼ਹੀਦ ਹੋ ਰਹੇ ਨੇ ਤੇ ਅਸੀਂ 8 ਕਰੋੜ ਬੰਦੇ ਆ ਭਾਰਤ 'ਚ, ਉਹਨਾਂ ਚੋਂ ਮੈਂ ਇਕੱਲਾ।
ਤੇ ਹੁਣ ਤਾਂ ਜੇਲ੍ਹ ਸੁਪਰਡੈਂਟ ਨੂੰ ਕਿਹਾ ਸੀ ਵੀ ਸਾਨੂੰ ਨਾ ਇਕੱਠਿਆਂ ਦਾ ਸੰਸਕਾਰ ਕਰ ਦਿਓ, ਕੋਈ ਗੱਲ ਨਹੀਂ, ਜੇ ਮੁਸਲਮਾਨ ਉਹ ਵਿਸ਼ਵਾਸਾਂ ਦੀ ਵੀ ਮੈਂ ਇਸ ਹੱਦ ਤੱਕ ਉਹ ਬੰਦੇ ਇਹਨਾਂ ਦੇ ਪ੍ਰਭਾਵ ਹੇਠ ਸੀਗੇ। ਚਲੋ ਸਰਾਭੇ ਹੋਰੀ ਉੱਥੋਂ ਫਿਰ ਗੱਡੀ ਫੜ ਕੇ ਗਏ ਲਹਿਲਪੁਰ ਤੋਂ ਜਿਹੜਾ ਸੀਗਾ ਹਰਚੰਦ ਸਿੰਘ ਰਈਸ ਉਹਦੇ ਕੋਲੇ ਗਏ। ਉਹ ਇਹਨਾਂ ਨੂੰ ਕੰਮ ਬਹੁਤ ਦਿੰਦਾ ਸੀ, ਉਹਦੀ ਕੋਠੀ ਬਾਹਰ ਸੀਗੀ ਤੇ ਉਹ ਉੱਥੇ ਭਾਵੇਂ ਨਿਗਰਾਨੀ ਵੀ ਸੀ ਪਰ ਰਾਤ ਰੂਤ ਨੂੰ ਉਹ ਉੱਥੇ ਵਰਤਦੇ ਸੀ ਉਹਨੂੰ। ਉੱਥੇ ਗਏ, ਉਹ ਤੋਂ ਪੈਸੇ ਲਏ, ਉਹਨੇ ਪੈਸੇ ਦੇਤੇ। ਉੱਥੋਂ ਫਿਰ ਇਹ ਪੈਦਲ ਹੀ ਚੱਲ ਕੇ ਅੱਗੇ ਉਹ ਨਿਕਲ ਗਏ ਉੱਧਰ ਬਿਸਰਤ ਦੇ ਇਲਾਕੇ ਜਾਂਦੇ ਆ ਪਸ਼ਾਵਰ ਵੱਲ ਨੂੰ ਤੇ ਆਪਣਾ ਅਫਗਾਨਿਸਤਾਨ ਦੀ ਬਾਰਡਰ ਤੱਕ ਪਹੁੰਚ ਗਏ। ਉੱਥੇ ਕਿਤੇ ਰਸਤੇ 'ਚ ਬੈਠੇ, ਨਦੀ ਆ ਗਈ, ਆਰਾਮ ਕਰਨ ਲੱਗ ਗਏ। ਉੱਥੇ ਇਹਨਾਂ ਦੀ ਆਦਤ ਸੀਗੀ ਵੀ ਕਵਿਤਾ ਸਰਾਭਾ ਖਾਸ ਕਰਕੇ, ਕੋਟਲਾ ਵੀ ਹਰਨਾਮ ਸਿੰਘ, ਉਹ ਗਦਰ ਦੀ ਗੂੰਜ ਦੀਆਂ ਜਾਂ ਗਦਰ ਦੀਆਂ ਕਵਿਤਾਵਾਂ ਬਸ ਪੜ੍ਹਦੇ ਸੀ ਬਸਤੀ 'ਚ ਆ ਕੇ। ਉੱਥੇ ਕਿਤੇ ਉਹਨਾਂ ਨੇ ਇੱਕ ਕਵਿਤਾ ਗਾਈ, ਉਹ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਤੇ ਉਹਦੇ 'ਚ ਫਿਰ ਇਹ ਸੀ ਕਿ ਸਿੰਘ ਕੀ ਹੋਇਆ ਜਿਹੜਾ ਮੈਦਾਨ ਛੱਡ ਕੇ, ਉਹਨਾਂ ਨੇ ਤਾਂ ਉਂਝ ਕਿਤੇ ਗਾਈ ਉਹ ਰੂਟੀਨ 'ਚ ਹੀ, ਪਰ ਜਦੋਂ ਉਹਨੇ ਝੰਜੋੜਤਾ ਉਹਨਾਂ ਨੂੰ ਬਸ ਉੱਥੋਂ ਹੀ ਉਹਨੇ ਪੈਰੀ ਕਹਿੰਦੇ ਯਾਰ ਐਂ ਉਹਨੇ ਪੈਰੀ ਵਾਪਸ ਆ ਗਏ। ਵਾਪਸ ਸਰਗੋਧੇ ਦੇ ਵਿੱਚ ਜਗਤ ਸਿੰਘ ਸੁਰ ਸਿੰਘ ਦਾ ਇੱਕ ਦੋਸਤ ਸੀਗਾ, ਕਿਉਂਕਿ ਇਹ ਵੀ ਰਸਾਲੇ 'ਚ ਰਿਹਾ ਸੀ। ਉੱਥੇ ਰਸਾਲੇ ਦਾ ਘੋੜਿਆਂ ਨੂੰ ਟ੍ਰੇਨਿੰਗ ਦੇਣ ਵਾਲਾ ਫਾਰਮ ਸੀ ਇੱਕ ਪਿੰਡ 'ਚ, ਉੱਥੇ ਆ ਗਏ। ਉਹ ਬੰਦੇ ਨੇ ਇਹਨੂੰ ਕਿਹਾ ਸੀ ਮੈਂ ਤੁਹਾਡੀ ਮਦਦ ਕਰੂੰ। ਇਹ ਫਿਰ ਉਹਦੇ ਕੋਲ ਆਇਆ, ਕਹਿੰਦੇ ਹੁਣ ਮਦਦ ਕਰ। ਉਹ ਉਦੋਂ ਨੂੰ ਪੁਲਿਸ ਨਾਲ ਰਲ ਗਿਆ ਸੀ। ਜਦੋਂ ਸਟਰਗਲ ਫੇਲ ਹੋਏ, ਜਦੋਂ ਅਟੈਂਪਟ ਫੇਲ ਹੋ ਗਈ ਨਾ, ਲਹਿਰ ਜਦੋਂ ਕੋਈ ਡਿੱਗਦੀ ਹੈ ਉਦੋਂ ਤਾਂ ਫਿਰ ਐਂ ਉੱਠਦੇ ਆ ਗਦਾਰ। ਜਿੰਨਾ ਚਿਰ ਚੱਲਦੀ ਆ ਬੰਦੇ ਦਬੇ ਰਹਿੰਦੇ, ਡਰੇ ਰਹਿੰਦੇ। ਹਾਂ, ਬੇਈਮਾਨ ਵੀ ਦਬਿਆ ਰਹਿੰਦਾ ਤੇ ਜਦੋਂ ਉੱਠ ਖੜਦੇ ਆ ਉਦੋਂ ਇਮਾਨ ਵੀ ਡੋਲ ਜਾਂਦੇ ਆ ਬੰਦਿਆਂ ਦੇ ਨਾ। ਉਹਨੇ ਜੀ ਪੁਲਿਸ ਨੂੰ ਦੱਸਤਾ, ਚਲੋ ਪੁਲਿਸ ਨੇ ਆ ਕੇ ਉੱਤਾਂ ਨੂੰ ਫੜ ਲਿਆ ਤਿੰਨਾਂ ਨੂੰ। ਅਚਾਨਕ ਸਰਾਭਾ ਤਾਂ ਬੈਠਾ, ਉਹਨੂੰ ਕਵਿਤਾਵਾਂ ਸੁਣਾਈ ਕਾ, ਉਹ ਤਾਂ ਇਹੀ ਹੁੰਦਾ ਸੀ, ਉਹ ਤਾਂ ਮਹਿਫਲ ਲਾ ਲੈਂਦਾ ਸੀਗਾ ਤੇ ਉਹ ਤਾਂ ਪ੍ਰੇਰਦਾ ਸੀ ਇੱਕ ਤਰ੍ਹਾਂ ਦਾ। ਹਾਂ, ਤੇ ਉਹ ਉੱਥੇ ਬੈਠੇ ਨੂੰ ਪਤਾ ਹੀ ਲੱਗਿਆ, ਜੋ ਚਾਰੇ ਪਾਸੇ ਘੇਰਾ ਪੈ ਗਿਆ ਤੇ ਫੜ ਕੇ ਲੈ ਗਏ। ਸੋ ਇੱਕ ਰਾਤ ਉਹਨਾਂ ਨੂੰ ਉੱਥੇ ਬੱਲੋਵਾਲਾ ਠਾਣਾ ਉੱਥੇ ਰੱਖਿਆ। ਮੁੜ ਕੇ ਉਹਨੂੰ ਲਾਹੌਰ ਲਿਆਈ ਤੇ ਲਾਹੌਰ ਉਹਨੂੰ ਸਟੇਸ਼ਨ ਤੇ ਲੈਣ ਵਾਸਤੇ ਜਿਹੜਾ ਸੀਗਾ ਇੱਕ ਅਫਸਰ ਬਹੁਤ ਵੱਡਾ ਟਿਮ, ਉਹ ਲੈਣ ਗਿਆ ਸਟੇਸ਼ਨ ਤੇ। ਤੋ ਚਲੋ ਸਰਾਭਾ ਤਾਂ ਉਹਨੂੰ ਮਤਲਬ ਕਹਾਂ ਯਾਰ ਕੁਛ ਖਵਾ ਖੂ ਸਾਨੂੰ, ਭੁੱਖ ਲੱਗੀ ਹੋਈ, ਪਰ ਟੀਚਰਿੰਗ ਕਰਦਾ ਹੁੰਦਾ ਸੀ। ਮੁੜ ਕੇ ਉਹ ਇੱਕ ਉੱਥੇ ਥਾਣੇ, ਇੱਕ ਰਾਤ ਥਾਣੇ 'ਚ ਰੱਖਿਆ, ਮੁੜ ਕੇ ਜੇਲ੍ਹ 'ਚ ਭੇਜ ਦਿੱਤਾ। ਪਤਾ ਸੀ ਉਹਨਾਂ ਨੂੰ ਵੀ ਇਹ ਕੌਣ ਨੇ, ਕੀ ਕੁਝ ਕਰਿਆ, ਲੱਗ ਗਿਆ, ਕੀ ਕੁਝ ਕਰਿਆ, ਸਭ ਕੁਝ ਲੱਗ ਗਿਆ, ਸਭ ਕੁਝ ਪਤਾ ਲੱਗ ਗਿਆ ਫਿਰ। ਅੱਛਾ, ਹੁਣ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਖਾਸ ਕਰਨੀ ਚਾਹੁੰਦਾ, ਭਾਈ ਰਣਧੀਰ ਸਿੰਘ ਬਾਰੇ ਕੁਛ ਪਤਾ ਨਹੀਂ, ਕਿਸੇ ਨੂੰ ਨਾ ਪਤਾ। ਉਹ ਤਾਂ ਤਹਿਸੀਲਦਾਰ ਲੱਗਿਆ ਹੋਇਆ। ਸਰਾਭੇ ਨੇ ਤਾਂ ਉਹਦਾ ਮਤਲਬ ਹੀ ਕੀ ਸੀ ਦੱਸੇ। ਸੁੱਚਾ ਸਿੰਘ ਨੂੰ ਪਤਾ ਸੀ ਨਾ, ਅਨੋਖ ਸਿੰਘ ਕੀ ਆ ਬਰਮਾ ਨਿਕਲ ਗਿਆ, ਉਹਨੂੰ ਸਾਰਾ ਪਤਾ ਸੀ ਕਿਉਂਕਿ ਇਕੱਠੇ ਫਿਰੋਜ਼ਪੁਰ ਗਏ, ਇਕੱਠੇ ਢੰਡਾਰੀ ਗਏ। ਉਹਨੂੰ ਉਹ ਤੋਂ ਬਿਨਾਂ ਸਰਾਭੇ ਨੇ ਕਿਸੇ ਕੋਲੇ ਭਾਵ ਬਣੀ ਸੀ ਕੱਢੀ ਵੀ ਉਹ ਜਥਾ ਵੀ ਆ ਰਿਹਾ। ਹਾਂ, ਉਹ ਤਾਂ ਫਿਰ ਇੱਕ ਤਾਂ ਜਥੇ ਦਾ ਹੀ ਬੰਦਾ ਸੀ, ਭਗਤ ਸਿੰਘ ਨਾਲ ਦੇ ਪਿੰਡ ਦਾ ਹੀ। ਉੱਥੇ ਉਹਨੇ ਦੱਸਤਾ, ਉਹ ਵਾਦਾ ਮੁਆਫ ਬਣ ਗਿਆ, ਉਹ ਥੋੜਾ ਕੱਚਾ ਨਿਕਲਿਆ। ਉਹਨੇ ਫਿਰ ਭਾਈ ਸਾਹਿਬ ਬਾਰੇ ਦੱਸਤਾ। ਇੰਨੇ ਨੂੰ ਉਹ ਅਨੋਖ ਸਿੰਘ ਨੂੰ ਵੀ ਲਿਆਏ ਬਰਮਾ ਤੋਂ। ਚੱਲ ਫਿਰ ਅਨੋਖ ਸਿੰਘ ਨੇ ਕਨਫਰਮ ਕਰਤਾ। ਫਿਰ ਜਾ ਕੇ ਭਾਈ ਸਾਹਿਬ ਨੂੰ ਕਈ ਮਹੀਨਿਆਂ ਬਾਅਦ, ਜਦੋਂ ਉਹਨਾਂ ਨੂੰ ਫਾਂਸੀ ਲੱਗ ਚੁੱਕੀ ਸੀ, ਫਿਰ ਜਾ ਕੇ ਉਹਨੂੰ ਹੱਥ ਪਾਇਆ ਸਰਾਭੇ ਉਹਨਾਂ ਨੂੰ। ਹਾਂ, ਸੋ ਸਰਾਭੇ ਉਹਨਾਂ ਨੇ ਤਾਂ ਖੈਰ ਦੱਸਣਾ ਹੀ ਕੀ ਸੀਗਾ। ਚਲੋ ਜਿਵੇਂ ਉਹਨਾਂ ਦੀਆਂ ਫਾਂਸੀਆਂ ਲੱਗੀਆਂ ਹਨਾ, ਸਾਰਿਆਂ ਨੂੰ ਜਿਵੇਂ ਸਜ਼ਾਵਾਂ ਹੋਈਆਂ, ਉਹ ਤਾਂ ਵੱਡਾ ਸ਼ਹਾਦਤਾਂ ਤੱਕ ਕਿਹੋ ਜਿਹਾ ਜੇਰਾ ਰਿਹਾ। ਜੇਰਾ ਤਾਂ ਤੂੰ ਪੁੱਛ ਨਾ ਕੁਛ, ਮਤਲਬ ਜੇਰਾ ਤਾਂ ਇਹ ਹੈ ਕਿ ਲਾਹੌਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਪਹਿਲਾਂ ਜਿਹੜਾ ਸੀ ਨਾ, ਜਿਹੜੇ ਪਹਿਲੇ 3 ਬੰਦੇ ਉਹਨਾਂ ਨੇ ਫਾਂਸੀ ਲਾਏ, ਇੱਕ ਕਾਸ਼ੀ ਰਾਮ, ਇੱਕ ਕਰਕੇ ਅੱਡ ਅੱਡ ਡੇਟਾਂ ਤੇ ਲਾਏ। ਕਾਸ਼ੀ ਰਾਮ ਨੂੰ ਉੱਥੇ ਫਾਂਸੀ ਲੱਗੀ ਤੇ ਪੰਡਤ ਕਾਸ਼ੀ ਰਾਮ ਸੀ ਜਿਹਨੇ ਆਪਦੇ ਭਰਾ ਨੂੰ ਮਿਲਣ ਗਏ ਸੀ ਤੇ ਬਾਪ, ਉਹਨਾਂ ਨੂੰ ਕਿਹਾ ਸੀ ਮੈਨੂੰ 5 ਗ੍ਰੰਥੀ ਲਿਆ ਕੇ ਦੇ। ਕਾਸ਼ੀ ਰਾਮ ਨੇ, ਹਾਂ, ਉਹ ਅਗਲੀ ਤਰੀਕ ਤੇ ਕੋਈ ਲੈ ਕੇ ਗਏ, ਉਹ ਕਹਿੰਦਾ 5 ਗ੍ਰੰਥੀ, 5 ਗ੍ਰੰਥੀ ਲਿਆ ਕੇ। ਚਲੋ ਉਦੋਂ ਨੂੰ ਉਹਦੀ ਫਾਂਸੀ ਦਾ ਡੇਟ ਆ ਗਈ ਤੇ ਉਹ ਤਾਂ ਪੂਰੇ ਮਤਲਬ ਬੰਦੇ ਉਸ ਤਰ੍ਹਾਂ ਦੇ ਸੀਗੇ। ਚਲੋ ਕਾਸ਼ੀ ਰਾਮ ਨੂੰ ਪਹਿਲਾਂ ਫਾਂਸੀ ਹੋਈ, ਉਹਨੂੰ ਹੋਰ ਡੇਟ ਤੇ। ਇੱਕ ਫਿਰ ਅਰਜਨ ਸਿੰਘ ਖੁਖਰਾਣਾ,
ਬਹੁਤ ਵੱਡਾ ਸੂਰਮਾ ਜੀ। ਸੀਗਾ, ਸਾਰੇ ਡਾਕਿਆਂ 'ਚ ਵੀ ਤੇ ਹੋਰ ਥਾਵਾਂ ਤੇ ਵੀ। ਤੇ ਉਹ ਕਿਤੇ ਅਨਾਰਕਲੀ ਬਾਜ਼ਾਰ ਤੋਂ ਆ ਰਹੇ ਸੀਗੇ ਤਾਂਗੇ ਤੇ ਉਦੋਂ ਪੁਲਿਸ ਦੇ ਪਹਿਰੇ ਲੱਗ ਗਏ ਸੀ। ਜੀ ਇਹ ਕੰਮ ਸਾਰਾ ਫੇਲ ਹੋ ਗਿਆ ਸੀ। ਉਹਨਾਂ ਨੂੰ ਸ਼ੱਕ ਪਈ, ਉਹਨਾਂ ਨੇ ਰੋਕ ਲਿਆ, ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਨੇ ਪਿਸਤੌਲ ਕੱਢਿਆ ਤੇ ਮਤਲਬ ਥਾਣੇਦਾਰ ਮਾਰ ਕੇ ਭੱਜ ਗਏ, ਸਾਰੇ ਭੱਜ ਗਏ। ਇਹ ਵੀ ਭੱਜ ਗਿਆ। ਇਹ ਗਾਂ ਜਾ ਕੇ ਨਲਕੇ ਤੋਂ ਪਾਣੀ ਪੀਣ ਲੱਗ ਗਿਆ। ਨਾਲੇ ਕਿਸੇ ਬਦਮਾਸ਼ ਨੂੰ ਲੱਗਿਆ ਵੀ ਹੁੰਦਾ ਭੱਜਿਆ ਲੱਗਦਾ, ਉਹਨੇ ਪਿੱਛੋਂ ਆ ਕੇ ਦੋਵੇਂ ਪੈਰ ਫੜ ਕੇ ਖਿੱਚ ਲਿਆ, ਸਿੱਟ ਲਿਆ। ਉਹ ਐਂ ਫੜਿਆ ਗਿਆ। ਚਲੋ ਉਹਦੀ ਜਿਹੜੀ ਫਾਂਸੀ ਹੋਈ ਨਾ, ਉਦੋਂ ਇਹ ਸੀ ਵੀ ਉਹ ਕਹਿੰਦੇ ਵੀ ਜੇਲ੍ਹ ਦੇ ਵਿੱਚ ਜਦੋਂ ਫਾਂਸੀ ਨੂੰ ਲਿਜਾਂਦੇ ਸੀਗੇ, ਅਹਾਤੇ ਵਿੱਚ ਦੀ ਲੰਘਦੇ ਸੀ, ਉਹ ਸਾਰਿਆਂ ਦੀਆਂ ਕੋਠੀਆਂ ਮੂਰਦੀ। ਪਰ ਜਿੱਦਾਂ ਕਹਿੰਦੇ ਫਿਰ ਅਰਜਨ ਸਿੰਘ ਖੁਖਰਾਣਾ ਨੂੰ ਫਾਂਸੀ ਹੋਈ, ਉਦੋਂ ਬਾਅਦ ਉਹਨਾਂ ਨੇ ਉਹ ਬੰਦ ਕਰਤਾ, ਇੱਕ ਚੋਰ ਦਰਵਾਜ਼ਾ ਬਣਾਇਆ ਵੀ ਬੰਦਿਆਂ ਨੂੰ, ਦੂਜਿਆਂ ਨੂੰ ਪਤਾ ਹੀ ਨਾ ਲੱਗੇ ਫਾਂਸੀ ਵਾਲੇ ਬੰਦੇ ਉੱਧਰ ਦੀ ਜਾਣ। ਉਹਦਾ ਕਾਰਨ ਇਹ ਸੀ ਵੀ ਜਿਸ ਬਰਾਗ 'ਚ ਉਹ ਗਾਉਂਦਾ ਗਿਆ, ਸ਼ਬਦ ਪੜ੍ਹਦਾ ਤੇ ਮੂਹਰੋਂ ਜਿਵੇਂ ਬੰਦੇ ਜਵਾਬ ਦਿੰਦੇ ਸੀਗੇ, ਉਹਨੇ ਸਾਰੇ ਬੰਦੇ ਹਿਲਾ ਕੇ ਰੱਖਤੇ। ਇਹ ਬਾਅਦ ਦੇ ਵਿੱਚ ਗਾਦਰੀ ਬਾਬਾ ਨੇ ਲਿਖਿਆ। ਉਹ ਮਤਲਬ ਗਾ ਰਿਹਾ ਸੀਗਾ, ਉਹ ਮਤਲਬ ਆਪਣਾ ਅੰਦਰੋਂ ਮਤਲਬ ਬੰਦੇ ਉਹਨੂੰ ਕਹਿ ਰਹੇ ਸੀ, ਵਿਦਾ ਕਰ ਰਹੇ ਸੀ, ਸੱਚਖੰਡ ਜਾਣ ਵਾਲਿਆ ਕਲਗੀਆਂ ਵਾਲੇ ਨੂੰ ਸੁਨੇਹਾ ਸਾਡਾ ਦੇਣਾ। ਤੇ ਉਹ ਅੱਗੋਂ ਜਵਾਬ ਦੇ ਰਿਹਾ ਸੀ ਉੱਚੀ, ਜਿਵੇਂ ਸ਼ਬਦ ਪੜ੍ਹ ਰਿਹਾ, ਸਤਿਗੁਰ ਸੁੱਤਿਆਂ ਨੂੰ ਬਾਹੋਂ ਫੜ ਕੇ ਜਗਾ ਲੂ ਪੀਰ। ਤੂੰ ਹੁਣ ਮੇਹਰ ਸਿੰਘ ਦੇਖ, ਬੰਦੇ ਹੋ ਕਿਵੇਂ ਸ਼ਹੀਦ ਹੋ ਕਦਰ ਜੁੜੇ ਹੋਏ ਸੀਗੇ ਹੈ, ਤੇ ਉਹ ਕੀ ਕਰ ਰਹੇ ਨੇ। ਇਹ ਗੱਲਾਂ ਕਿਤੇ ਵੀ ਜ਼ਿਕਰ ਨਹੀਂ ਜੀ। ਇਹ ਤਾਂ ਭਲਾ ਹੋਵੇ ਇੱਕ ਮਾਲਵਾ ਸਿੱਖ ਇਤਿਹਾਸ ਲਿਖਿਆ ਗਿਆ, ਜਿਹ 'ਚ ਉਹਨੇ ਸਾਰਾ ਸਿੱਖ ਇਤਿਹਾਸ, ਉਹਦੇ ਵਿੱਚ ਇਹ ਗੱਲਾਂ ਆਈਆਂ, ਤੇ ਕਿਸੇ ਵੀ ਰਾਸ਼ਟਰਵਾਦੀ ਲੇਖਕ ਨੇ ਉਹਦਾ ਕਿਤੇ ਜ਼ਿਕਰ ਹੀ ਨਹੀਂ ਉਸ ਕਿਤਾਬ ਦਾ, ਕਿਤੇ ਵੀ ਜ਼ਿਕਰ। ਜਦੋਂ ਕਿ ਆਜ਼ਾਦੀ ਦੇ ਵੇਲੇ ਸਭ ਤੋਂ ਪਹਿਲੇ ਸੰਘਰਸ਼ ਇਹਨਾਂ ਨੇ ਸ਼ੁਰੂ ਕਰੇ ਨਾ। ਚਲੋ ਉਹ ਤਾਂ ਗੱਲ ਛੱਡੋ ਨਾ, ਆ ਗਾਦਰੀ ਬਾਬਿਆਂ ਦੀਆਂ ਆ ਗੱਲਾਂ ਯਾਰ, ਜੋ ਉਹ ਸ਼ਹੀਦ ਕਿਵੇਂ ਹੋ ਰਹੇ ਨੇ। ਤੇ ਫਿਰ ਜਿਹੜੀ ਇਹਨਾਂ ਨੇ ਆਖਰੀ ਕਵਿਤਾ ਲਿਖੀ, ਸਰਾਭੇ ਹਰਿਆਣੇ ਤੋਂ ਉਹਦੇ ਸਾਥੀਆਂ ਨੇ, ਇਹਨਾਂ ਨੂੰ 7 ਨੂੰ ਪਹਿਲਾਂ 23 ਨੂੰ ਫਾਂਸੀ ਹੋਈ ਸੀਗੀ, ਉਹ 23 ਨੇ ਰਲ ਕੇ ਲਿਖੀ ਸੀ। ਫਿਰ ਚਲੋ 23 ਚੋਂ 16 ਦੀ ਫਾਂਸੀ ਟੁੱਟ ਗਈ, 7 ਰਹਿ ਗਏ। ਉਹ 7 ਨੂੰ ਇਕੱਠਿਆਂ ਨੂੰ ਫਾਂਸੀ ਹੋਈ ਹੈ। ਉਹ ਵੀ ਜਿਵੇਂ ਗਏ, ਉਹ ਤਾਂ ਮਤਲਬ ਤੁਸੀਂ ਕਿਤਾਬ 'ਚ ਪੜ੍ਹ ਲਿਓ, ਮੈਂ ਬਹੁਤ ਸਾਰਾ ਜ਼ਿਕਰ ਨਾ ਉਹ ਕਿਤਾਬ ਦੇ ਵਿੱਚ ਕੀਤਾ। ਉਹ ਕਿਸ ਚੜ੍ਹਦੀ ਕਲਾ ਦੇ ਵਿੱਚ ਜਾ ਕੇ ਉੱਥੇ ਸ਼ਹੀਦ ਹੁੰਦੇ ਨਾ। ਉਹ ਜਿਹੜੇ ਉਹਦੀ ਉਹ ਕਵਿਤਾ ਸੀਗੀ, ਉਹ ਕਵਿਤਾ ਗਾਉਂਦੇ ਗਏ। ਹੁਣ ਉਹ ਕਵਿਤਾ ਕਿਹੜੀ ਸੀ, ਇਹਦੇ 'ਚ ਤਾਂ ਮਤਲਬ ਤੁਸੀਂ ਇਹ ਕਹਿ ਲਓ ਵੀ ਅਸੀਂ ਵੀ ਮੂਰਖ ਬਣੇ, ਕਿਉਂਕਿ ਕਿਤੋਂ ਵੀ ਉਹ ਮਿਲਦਾ ਨਹੀਂ ਸੀ ਕੁਛ। ਕਿਹਾ ਜਾਂਦਾ ਕਿ ਲਿਖੀ ਹੋਈ ਹੈ ਕਰਤਾਰ ਸਿੰਘ ਸਰਾਭਾ ਜੀ ਦੀ, ਬਸ ਉਹਨਾਂ ਰਲ ਕੇ ਲਿਖੀ। ਉਹ ਮਤਲਬ ਨੇ ਜਿਹੜਾ ਸੀ ਨਾ ਸੰਤੋਖ ਸਿੰਘ, ਭਾਈ ਸੰਤੋਖ ਸਿੰਘ, ਉਹਨੇ ਕਿਹਾ ਵੀ ਦੁਨੀਆ ਦੀ ਇੱਕੋ ਇੱਕ ਕਵਿਤਾ ਜਿਹਦਾ ਕੋਈ ਇੱਕ ਲੇਖਕ ਨਹੀਂ, ਉਹ ਰਲ ਕੇ ਲਿਖ ਰਹੇ, ਉਹ ਸਮੂਹਕ ਹੈ। ਤੇ ਨੈਚੁਰਲੀ ਉਹ ਗਾਉਂਦੇ ਗਏ ਉਹ ਕਵਿਤਾ। ਉਹ ਕਵਿਤਾ ਕਿਹੜੀ ਸੀ, ਉਹ ਬੇਈਮਾਨੀ ਕਿਵੇਂ ਹੋਈ, ਇਹ ਆਪਾਂ ਨਾ ਇਦੋਂ ਅਗਲੇ ਐਪੀਸੋਡ 'ਚ, ਉਹ ਆਖਰੀ ਹੈ ਬਸ, ਆਪਾਂ ਹੁਣ ਇਸ ਗੱਲ ਨੂੰ, ਇਹ ਸੀਰੀਜ਼ ਨੂੰ ਖਤਮ ਕਰ ਦਈਏ ਹੈ ਨਾ, ਉਹ ਆਪਾਂ ਉੱਥੇ ਗੱਲ ਕਰਾਂਗੇ। ਠੀਕ ਹੈ। ਹਾਂ, 2 ਗੱਲਾਂ ਹੈ ਜੀ ਮੈਂ ਜਿਹੜੀਆਂ ਇੱਥੇ ਨਹੀਂ ਆਪਾਂ ਕਰ ਰਹੇ, ਦੋਨੇ ਹੀ ਬੜੀਆਂ ਐਕਸਕਲੂਸਿਵ ਹੈ। ਇੱਕ ਇਹ ਕਵਿਤਾ ਨਾਲ ਇਹਨਾਂ ਨੇ ਬੇਈਮਾਨੀ ਕਿੱਡੀ ਕੀਤੀ, ਉਹ ਕਵਿਤਾ 100 ਸਾਲ ਕਿਵੇਂ ਲੁਕੋ ਕੇ ਰੱਖੀ, ਉਹ ਫਿਰ ਅਸੀਂ ਕਿਵੇਂ ਹੌਲੀ ਹੌਲੀ ਸਾਡਾ ਹੱਥ ਪਿਆ ਜਿੱਥੋਂ ਨਿਕਲੀ। ਉਹ ਇਹਨਾਂ ਦੀ ਬੇਈਮਾਨੀ ਤੇ ਝੂਠ ਨੰਗਾ ਕਰਨਾ ਹੈ, ਕਾਮਰੇਡਾਂ ਦਾ ਤੇ ਸਾਰੇ ਰਾਸ਼ਟਰਵਾਦੀਆਂ ਦਾ। ਇੱਕ ਕਰਤਾਰ ਸਿੰਘ ਸਰਾਭਾ ਦਾ ਆਪਦੇ ਚਾਚੇ ਦੇ ਨਾਂ ਖਤ ਹੈ, ਉਹ ਖਤ ਵੀ ਤੁਸੀਂ ਦੇਖ ਸੁਣਨ ਵਾਲਾ। ਉਹ ਖਤ ਬਾਰੇ ਤੇ ਕਵਿਤਾ ਬਾਰੇ ਆਪਾਂ ਇਦੋਂ ਅਗਲੇ ਐਪੀਸੋਡ 'ਤੇ ਗੱਲ ਕਰਾਂਗੇ। ਬਾਕੀ ਤਾਂ ਇਹ ਕਹਾਣੀ ਨਾ ਗਾਂਧਾ ਸੂ ਕੱਚਰ ਭੰਨ, ਜਿਹੜਾ ਉਹਦੀ ਵਾਰ-ਵਾਰ ਜ਼ਿਕਰ ਆਉਂਦਾ ਨਾ, ਗਾਂਧਾ ਸੂ ਕੱਚਰ ਭੰਨ, ਉਹ ਮਿੰਟਗੁਮਰੀ ਜੇਲ੍ਹ ਦੇ ਵਿੱਚ ਉਹਨੂੰ ਫਾਂਸੀ ਲੱਗੀ ਹੈ। ਉੱਥੇ ਪੋਹੂ ਰਾਮ ਇੱਕ ਹੈੱਡ ਜਮਾਦਾਰ ਹੈ ਸੀਗਾ, ਉਹਨੇ ਬਾਕੀਆਂ ਨੂੰ ਦੱਸਿਆ, ਕਹਿੰਦਾ ਮੈਂ 100 ਬੰਦਾ ਫਾਂਸੀ ਲੱਗਦਾ ਦੇਖਿਆ ਜ਼ਿੰਦਗੀ 'ਚ, ਪਰ ਕਹਿੰਦਾ ਜਿਵੇਂ ਸੱਪ ਵਾਂਗੂ ਮੇਲਦਾ ਗਿਆ ਨਾ ਉਹ ਸਰੂਰ ਕਿੱਡਾ ਸੀ। ਇਹ ਸਾਰਿਆਂ ਦੀ ਕਹਾਣੀ ਇਸ ਤਰ੍ਹਾਂ ਹੀ ਹੈ। ਸੋ ਇਹ ਜਿਹੜਾ ਹੈਗਾ ਵੀ ਇੰਨੀ ਚੜ੍ਹਦੀ ਕਲਾ 'ਚ ਫਾਂਸੀ ਲੱਗਣਾ, ਇਹ ਫਿਰ ਮੁੜ ਕੇ ਜਿੰਦੇ ਸੁੱਖੇ ਹੋਰਿਆਂ ਨੇ ਤੇ ਭਾਈ ਸਤਵੰਤ ਸਿੰਘ ਤੇ ਕੇਰ ਸਿੰਘ ਨੇ ਇੱਕ ਵੱਖਰੇ ਮਾਹੌਲ, ਇੱਕ ਵੱਖਰੇ ਸਮੇਂ ਤੇ ਇੱਕ ਵੱਖਰੇ ਅੰਦਾਜ਼ 'ਚ ਇਹ ਉਹੀ ਮੁੜ ਕੇ ਕਿੰਨੇ ਲੰਮੇ ਸਮੇਂ ਤੋਂ ਬਾਅਦ। ਹਾਂ, ਤੇ ਜਾਂ ਬੱਬਰ, ਪਰ ਇਹ ਸਾਰੇ ਸਿੱਖ ਵਿਰਸਾ ਹੀ ਆ।
ਇਹ ਕੜੀ ਇਸ ਤਰ੍ਹਾਂ ਹੀ ਅੱਗੇ ਤੁਰਦੀ ਹੈ। ਸੋ ਮੇਰਾ ਖਿਆਲ ਹੈ ਹੁਣ ਇਹ ਕਾਫੀ ਆਪਣਾ ਲੰਬਾ ਹੋ ਗਿਆ, ਇਹ ਵੀ ਮੈਂ ਇੰਨਾ ਲੰਬਾ ਚਾਹੁੰਦਾ ਹੀ ਨਹੀਂ ਸੀ, ਪਰ ਇਹ ਗੱਲਾਂ ਹੈ ਹੀ ਇੰਨੀਆਂ। ਇਹ ਤਾਂ ਫਿਰ ਵੀ ਵਿਸਥਾਰ 'ਚ ਦੱਸੀਆਂ ਨਹੀਂ, ਵਿਸਤਾਰ 'ਚ ਤਾਂ ਖੈਰ ਦੱਸਿਆ ਨਹੀਂ ਜਾ ਸਕਦਾ। ਸੋ ਮੇਰੀ ਤਾਂ ਇਹ ਰਿਕੁਐਸਟ ਹੈ ਵੀ ਜਿਹਨੇ ਵੀ ਵਿਸਤਾਰ 'ਚ ਜਾਣਨਾ ਉਹ ਕਿਤਾਬ ਪੜ੍ਹ ਲਓ, ਸ਼ਹੀਦ ਕਰਤਾਰ ਸਿੰਘ ਸਰਾਭੇ ਵਾਲੀ, ਉਹਦੇ ਵਿੱਚ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ। ਹਾਂਜੀ, ਸੋ ਇਹ ਸੀ ਗੱਲਬਾਤ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਊਗੀ। ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਜਿਵੇਂ ਬਾਪੂ ਨੇ ਜ਼ਿਕਰ ਕੀਤਾ ਕਿ ਅਸੀਂ ਉਸ ਕਵਿਤਾ ਦੇ ਬਾਰੇ ਤੇ ਚਾਚਾ ਜੀ ਨੂੰ ਲਿਖੀ ਚਿੱਠੀ ਦੇ ਬਾਰੇ ਜਿਹੜਾ ਉਹ ਗੱਲਬਾਤ ਕਰਾਂਗੇ। ਸੋ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।